ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਏ ਨਾ ਹੋਤੀ ਬਾਪ ਨਾ ਹੋਤਾ, ਕਰਮ ਨਾ ਹੋਤੀ ਕਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਦਾ ਸਦਕਾ ਨਿਤ ਦੀ ਤਰ੍ਹਾਂ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਹੈ। ਸਜੇ ਹੋਏ ਦੀਵਾਨ ਵਿੱਚ ਆਪ ਜੀ ਨੇ ਅੰਮ੍ਰਿਤ ਬਚਨ ਜਿੱਥੋਂ ਅੱਜ ਦੀ ਕਥਾ ਆਰੰਭ ਹੋਣੀ ਹੈ ਉਹ ਸਰਵਣ ਕੀਤਾ ਹੈ। ਜਿਸ ਪ੍ਰਕਾਰ ਸਤਿਗੁਰਾਂ ਦੇ ਦਰਸ਼ਨ ਕਰਕੇ ਨੇਤਰ ਸਫਲੇ ਕੀਤੇ ਹੈ, ਕੰਨਾਂ ਦੁਆਰਾ ਸਤਿਗੁਰਾਂ ਦੀ ਬਾਣੀ ਸੁਣ ਕਰਕੇ ਕੰਨ ਪਵਿੱਤਰ ਹੁੰਦੇ ਨੇ। ਸੋ ਬੁੱਧ ਦੀ ਨਿਰਮਲਤਾ ਗੁਰਬਾਣੀ ਦੀ ਵਿਚਾਰ ਕਰਕੇ ਮਨ ਵਿੱਚ ਇਕਾਗਰ ਕਰੋ। ਚਲਦੀ ਹੋਈ ਲੜੀਵਾਰ ਕਥਾ ਦੀ ਵਿਚਾਰ ਰਾਮਕਲੀ ਰਾਗਣੀ ਦੀ ਭਗਤ ਬਾਣੀ, ਜਿਸ ਦੇ ਪਿੱਛੇ ਕਬੀਰ ਸਾਹਿਬ ਦੇ ਸ਼ਬਦ ਆਪ ਜੀ ਨੇ ਸਰਵਣ ਕੀਤੇ। ਫਿਰ ਨਾਮਦੇਵ ਦੇ ਸ਼ਬਦਾਂ ਦੀ ਵਿਚਾਰ ਚੱਲ ਰਹੀ ਹੈ। ਅੱਜ ਦੀ ਕਥਾ ਦੇ ਵਿੱਚ ਰਾਮਕਲੀ ਰਾਗਣ ਦੀ ਸੰਪੂਰਨਤਾ ਮਹਾਰਾਜ ਸਾਹਿਬ ਨੇ ਬਖਸ਼ਣੀ ਹੈ। ਸੋ ਆਓ ਮਨ ਵਿੱਚ ਇਕਾਗਰ ਕਰਕੇ ਸਰਵਣ ਕਰੋ ਜੀ। ਮਾਏ ਨਾ ਹੋਤੀ ਬਾਪ ਨਾ ਹੋਤਾ। ਮਹਾਰਾਜ ਸਾਹਿਬ ਜੀ ਨੇ ਪਾਵਨ ਅੰਮ੍ਰਿਤ ਬਚਨ ਗਿਆਨ ਪਰਲੋਂ ਕਥਨ ਕੀਤੀ ਹੈ ਤੇ ਜਿਹਦੇ ਵਿੱਚ ਭਗਤ ਜੀ ਕਹਿ ਰਹੇ ਨੇ ਕਿ ਹੇ ਭਾਈ, ਜਦੋਂ ਮਾਏ ਨਾ ਮਾਂ ਦਾ ਹੈ, ਮਾਂ ਵੀ ਨਹੀਂ ਸੀ ਅਤੇ ਨਾ ਹੀ ਬਾਪ ਕਹੀਏ ਪਿਤਾ ਸੀ। ਮਾਏ ਨਾ ਹੋਤੀ ਬਾਪ ਨਾ ਹੋਤਾ, ਜਦੋਂ ਤੇਰੇ ਮਾਂ ਬਾਪ ਨਹੀਂ ਸਨ, ਇਹ ਜੀਵ ਦੇ ਮਾਂ ਬਾਪ ਨਹੀਂ ਸਨ। ਮਾਏ ਨਾ ਹੋਤੀ ਬਾਪ ਨਾ ਹੋਤਾ। ਇਹ ਭਾਈ, ਜਦੋਂ ਮਾਏ ਮਾਂ ਨਹੀਂ ਹੋਤੀ ਹੁੰਦੀ ਸੀ, ਬਾਪ ਪਿਤਾ ਵੀ ਨਹੀਂ ਹੋਤਾ ਹੁੰਦਾ ਸੀ, ਤਾਂ ਫਿਰ ਕਰਮ ਨਾ ਹੋਤੀ ਕਾਇਆ। ਕਰਮ ਵੀ ਬਣੇ ਨਹੀਂ ਸੀ, ਕਿਉਂਕਿ ਦੇ ਕਾਇਆ ਜਿਹੜੀ ਦੇਹ ਹੈ ਉਹ ਬਣੀ ਨਹੀਂ ਸੀ। ਇਹ ਕਰਮੀ ਆਵੇ ਕੱਪੜਾ, ਸਰੀਰ ਤਾਂ ਕਰਮਾਂ ਦੁਆਰਾ ਹੀ ਮਿਲਣਾ ਸੀ। ਕਰਮ ਨਾ ਬਣਨ ਕਰਕੇ ਦੇਹ ਵੀ ਨਹੀਂ ਹੁੰਦੀ ਸੀ। ਜਦੋਂ ਇਸ ਪ੍ਰਕਾਰ ਦੀ ਹਾਲਤ ਸੀ, ਹਮ ਨਹੀਂ ਹੋਤੇ ਤੁਮ ਨਹੀਂ ਹੋਤੇ, ਜਦੋਂ ਹਮ ਅਸੀਂ ਵੀ ਨਹੀਂ ਸੀ ਹੋਤੇ ਹੁੰਦੇ ਤੇ ਤੁਸੀਂ ਵੀ ਨਹੀਂ ਸੀ ਹੋਤੇ ਹੁੰਦੇ। ਸਰੋਤਿਆਂ ਨੂੰ ਕਹਿ ਰਹੇ ਨੇ, ਭਾਵ ਕਿ ਜੀਵ ਈਸ਼ ਦਾ ਭੇਦ ਗਿਆਨ ਨਹੀਂ ਸੀ। ਉਦੋਂ ਫਿਰ ਕਵਨ ਕਹਾਂ ਤੇ ਆਇਆ। ਉਦੋਂ ਪਰਮੇਸ਼ਰ ਤੋਂ ਬਗੈਰ ਕਵਨ ਕੌਣ ਸੀ, ਕਹਾਂ ਕਿੱਥੋਂ ਤੋਂ ਆਇਆ ਸੀ। ਭਾਵ ਕੋਈ ਨਹੀਂ ਸੀ। ਪਰਮੇਸ਼ਰ ਆਪ ਹੀ ਆਪ ਸੀ। ਆਪੇ ਆਪ ਨਿਰੰਜਨ ਸੋਏ। ਉਹ ਪਰਮੇਸ਼ਰ ਆਪ ਹੀ ਸੀ ਉਸ ਵੇਲੇ। ਰਾਮ ਕੋਏ ਨਾ ਕਿਸੇ ਕੇਰਾ। ਰਾਮ ਹੈ ਭਾਈ, ਉਦੋਂ ਕੋਈ ਵੀ ਕਿਸੇ ਦਾ ਨਹੀਂ ਸੀ। ਕੋਈ ਕਿਸੇ ਦਾ ਸੰਬੰਧੀ ਨਹੀਂ ਸੀ, ਕੋਈ ਕਿਸੇ ਦਾ ਕੁਝ ਨਹੀਂ ਸੀ ਲੱਗਦਾ। ਇਹ ਸੰਸਾਰ ਕੈਸਾ ਹੈ, ਹੁਣ ਵੀ ਜੋ ਬਣਿਆ ਹੋਇਆ ਦਿਸਦਾ ਦੱਸਦੇ ਨੇ। ਜੈਸੇ ਤਰਵਰ ਪੰਖ ਬਸੇਰਾ। ਕਹਿੰਦੇ ਤਾਂ ਇਸ ਪ੍ਰਕਾਰ ਹੈ, ਜੈਸੇ ਤਰਵਰ ਪੰਖ ਬਸੇਰਾ। ਜਿਸ ਪ੍ਰਕਾਰ ਤਰਵਰ ਬਿਰਛ ਦੇ ਉੱਤੇ ਪੰਖ ਨਾਮ ਪੰਛੀ ਦਾ ਹੈ, ਪੰਛੀ ਦਾ ਬਸੇਰਾ ਬਾਸਾ ਹੁੰਦਾ ਹੈ, ਤੇ ਇਉਂ ਸੰਸਾਰ ਰੂਪੀ ਦਾ ਹੈ ਬਿਰਛ। ਜੀਵ ਰੂਪ ਪੰਛੀਆਂ ਦਾ ਬਸ ਹੈ। ਬਿਰਖਾ ਹੇਠ ਸਭ ਜੰਤ ਇਕੱਠੇ, ਇੱਕ ਤਤੇ ਇੱਕ ਬੋਲਣ ਮਿੱਠੇ। ਇਸ ਪ੍ਰਕਾਰ ਇਹ ਸੰਸਾਰ ਦਾ ਫਰੀਦਾ ਪੰਖ ਪਰਹੁਣੀ ਦੁਨੀ ਸੁਹਾਵਾ ਬਾਗ, ਨੌਬਤ ਬਾਜੀ ਸਵਾ ਸਿਉ ਚੱਲਣ ਕਾ ਕਰ ਸਾਜ। ਇਸ ਪ੍ਰਕਾਰ ਹੈ। ਇਹ ਤਾਂ ਪੰਛੀ ਤੇ ਬਿਰਛ ਵਾਲਾ ਇਸ ਤਰ੍ਹਾਂ ਦਾ ਸੰਬੰਧ ਹੈ। ਰਹਾਉ ਅਸਾਈ ਦੇ ਕੇ ਫਰਮਾਨ ਕਰਦੇ ਹਨ, ਚੰਦ ਨਾ ਹੋਤਾ ਸੂਰ ਨਾ ਹੋਤਾ। ਜਦੋਂ ਚੰਦ ਚੰਦਰਮਾ ਵੀ ਨਹੀਂ ਹੁੰਦਾ ਸੀ, ਪ੍ਰਕਾਸ਼ ਕਰਨ ਵਾਲਾ ਸੂਰਜ ਵੀ ਨਹੀਂ ਹੁੰਦਾ ਸੀ, ਉਸ ਵੇਲੇ ਪਾਣੀ ਪਵਨ ਮਿਲਾਇਆ। ਪਾਣੀ ਜਲ, ਕਿਉਂਕਿ ਜਲ ਤੋਂ ਹੀ ਸਾਰਾ ਕੁਝ
ਪੈਦਾ ਹੁੰਦਾ ਹੈ। ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ। ਜਦੋਂ ਜਲ ਪਾਣੀ ਨਹੀਂ ਸੀ, ਪਵਨ ਹਵਾ ਨੂੰ ਵੀ ਨਹੀਂ ਸੀ ਇਹਦੇ ਨਾਲ ਮਿਲਾਉਣਾ ਕੀਤਾ ਸੀ। ਭਾਵ ਕੀ ਹੈ, ਪਾਣੀ ਤੇ ਹਵਾ ਆਦਿ ਤੱਤਾਂ ਦਾ ਮਿਲਾਪ ਕਰਕੇ ਸਰੀਰ ਨਹੀਂ ਸੀ ਬਣਾਇਆ। ਜਾਂ ਸਰੀਰ ਨਹੀਂ ਸੀ ਬਣਿਆ ਉਸ ਵੇਲੇ ਸ਼ਾਸਤ ਨਾ ਹੋਤਾ ਵੇਦ ਨਾ ਹੋਤਾ। ਤੇ ਸ਼ਾਸਤਰਾਂ ਦੀ ਰਚਨਾ ਕਰਨ ਵਾਲੇ ਰਿਸ਼ੀ ਵੀ ਅਜੇ ਪੈਦਾ ਨਹੀਂ ਸੀ ਹੋਏ। ਇਸ ਕਰਕੇ ਜਦੋਂ ਰਿਸ਼ੀ ਨੇ ਪੈਦਾ ਹੋਏ ਤਾਂ ਸ਼ਾਸਤਰ ਵੀ ਨਹੀਂ ਸੀ ਹੁੰਦਾ। ਸ਼ਾਸਤ ਨਾ ਹੋਤਾ ਵੇਦ ਨਾ ਹੋਤਾ। ਜੋ ਬਰਮਾ ਆਦਿ ਦੇ ਜੰਮਣ ਤੋਂ ਪਹਿਲਾਂ ਕੋਈ ਵੇਦ ਵੀ ਹੈ ਨਹੀਂ ਸੀ। ਚਾਰੇ ਵੇਦ ਬਰਮਾ ਨੂੰ ਹੀ ਦਿੱਤੇ ਨੇ ਵੇਦ। ਇਸ ਕਰਕੇ ਫਿਰ ਕਰਮ ਕਹਾਂ ਤੇ ਆਇਆ। ਫਿਰ ਨਿਤ ਨਿਮਿਤ ਪ੍ਰਾਸ਼ਚਿਤ ਕਾਮਿਆ ਕਰਮ ਆਦਿ ਜਿਹੜੇ ਹਨ, ਇਹ ਕਰਮ ਕਹਾਂ ਕਿੱਥੋਂ ਆਇਆ ਸੀ। ਭਾਵ ਕਰਮ ਵੀ ਨਹੀਂ ਸੀ। ਖੇਚਰ ਪੂਚਰ ਤੁਲਸੀ ਮਾਲਾ। ਖੇਚਰੀ ਪੂਚਰੀ ਆਦਿ ਦੁਆਰਾ ਪ੍ਰਾਣਾਯਾਮ ਕਰਦੇ ਆ ਜਿਹੜੇ, ਤੇ ਇਸ ਤਰ੍ਹਾਂ ਦੇ ਜਿਹੜੇ ਸਾਧਨ ਪਿੱਛੇ ਸਾਰੀ ਵਿਚਾਰ ਆ ਚੁੱਕੀ ਹੈ। ਤੋ ਇਸ ਕਰਕੇ ਫਿਰ ਤੁਲਸੀ ਆਦਿ ਦੀ ਮਾਲਾ ਵੀ ਨਹੀਂ। ਤੇ ਖੇਚਰੀ ਸਾਧਨ ਕਰਨ ਦੇ ਨਾਲ ਅਸਮਾਨ ਦੇ ਵਿੱਚ ਤੁਰਨ ਦੀ, ਆਕਾਸ਼ ਦੇ ਵਿੱਚ ਵਿਚਰਨ ਦੀ ਸਮਰੱਥਾ ਹੋ ਜਾਂਦੀ ਹੈ। ਪੂਚਰੀ ਕਿਰਿਆ ਕਰਨ ਦੇ ਨਾਲ ਤੇ ਇਹਦੇ ਨਾਲ ਧਰਤੀ ਦੇ ਉੱਤੇ ਵਿਚਰਨ ਦੇ ਇਤਿਆਦ ਕੇ ਸਿੱਧੀਆਂ ਹਨ। ਤੋ ਇਸ ਪ੍ਰਕਾਰ ਫਿਰ ਇਹ ਸਾਧਨ ਹੈ। ਤੇ ਤੁਲਸੀ ਮਾਲਾ, ਤੇ ਤੁਲਸੀ ਜਿਹੜੀ ਹੈ ਇਹ ਬ੍ਰਿੰਦਾ ਰਾਖਸ਼ਣੀਓ ਸੀ। ਜਦੋਂ ਭਗਵਾਨ ਵਿਸ਼ਨੂੰ ਨੇ ਦੇਵਤਿਆਂ ਦਾ ਪੱਖ ਲੈ ਕੇ ਜਲੰਧਰੀ ਦੈਤ ਨੂੰ, ਜੋ ਮਰਦਾਨ ਸੀ, ਮਾਰਨ ਵਾਸਤੇ ਫਿਰ ਜਲੰਧਰੀ ਦੈਤ ਦਾ ਰੂਪ ਧਾਰਨ ਕਰਕੇ ਉਹਦਾ ਸਤਿਭੰਗ ਕੀਤਾ ਸੀ, ਜਿਹਦੇ ਕਾਰਨ ਉਹ ਮਰਦਾ ਨਹੀਂ ਸੀ। ਐਸੇ ਪ੍ਰਸੰਗ ਲਿਖੇ ਹੈ। ਤੇ ਉਸ ਵੇਲੇ ਉਹਨੇ ਸ਼ਰਾਪ ਦਿੱਤਾ ਸੀ, ਉਹ ਠਾਕਰ ਬਣ, ਪੱਥਰ ਬਣ ਜਾ। ਵਿਸ਼ਨੂੰ ਭਗਵਾਨ ਜੀ ਉਦੋਂ ਗੰਡਕਾ ਨਦੀ ਦਾ ਪੱਥਰ ਬਣਿਆ। ਕਹਿੰਦੇ ਤੂੰ ਤੁਲਸੀ ਬਣ, ਤੁਲਸੀ ਬਣ ਕੇ ਤੇਰੀ ਪੂਜਾ ਹੋਇਆ ਕਰੇਗੀ ਮੇਰੇ ਤੇ। ਉਹ ਬ੍ਰਾਹਮਣ ਲੋਕ ਕਰਦੇ ਉਸ ਤਰ੍ਹਾਂ। ਇਸ ਕਰਕੇ ਤੇ ਫਿਰ ਉਹਦੀ ਤੁਲਸੀ ਦੀ ਮਾਲਾ ਪਹਿਨਣੀ ਬੜਾ ਪਵਿੱਤਰ ਮੰਨਦੇ ਹੈ। ਖੇਚਰ ਪੂਚਰ ਤੁਲਸੀ ਮਾਲਾ। ਤੇ ਇਸ ਪ੍ਰਕਾਰ ਫਿਰ ਜਿਹੜਾ ਹੈ ਮਾਲਾ ਆਦਿ ਜਿਹੜੀ ਹੈ ਇਹਦੀ ਸਾਧਨ ਜਿਹੜੇ ਨਹੀਂ ਸਨ, ਪਰ ਅਥਵਾ ਜੇ ਖੇਚਰੀ ਪੂਚਰੀ ਆਦਿ ਦੁਆਰਾ ਪ੍ਰਾਣਾਯਾਮ ਕਰਦੇ ਹੈ ਤੇ ਤੁਲਸੀ ਮਾਲਾ ਪਹਿਨ ਕੇ ਰੱਖਦੇ ਹੈ। ਪਰ ਉਹਨਾਂ ਦੇ ਲਈ ਵੀ ਕਹਿੰਦੇ ਹਨ ਗੁਰ ਪ੍ਰਸਾਦੀ ਪਾਇਆ। ਪਰ ਉਹ ਪਰਮੇਸ਼ਰ ਜਿਹੜਾ ਹੈ ਗੁਰਾਂ ਦੀ ਪ੍ਰਸਾਦੀ ਕਿਰਪਾ ਦੁਆਰਾ ਹੀ ਪ੍ਰਾਪਤ ਹੁੰਦਾ ਹੈ। ਉਹ ਖੇਚਰੀ ਪੂਚਰੀ ਆਦਿ ਮੁਦਰਾ ਦੇ ਪਹਿਨਣ ਦੇ ਨਾਲ ਜਾਂ ਤੁਲਸੀ ਦੀ ਮਾਲਾ ਫੇਰਨ ਨਾਲ ਪਰਮੇਸ਼ਰ ਪ੍ਰਾਪਤ ਨਹੀਂ ਹੁੰਦਾ। ਕਿਸੇ ਨੇ ਵੀ ਉਸ ਨੂੰ ਜੇ ਪਾਇਆ ਹੈ ਤਾਂ ਉਹ ਗੁਰਾਂ ਦੁਆਰਾ ਹੀ ਪਾਇਆ ਹੈ। ਜਿਸ ਨੇ ਵੀ ਪਾਇਆ ਹੈ ਗੁਰਾਂ ਦੀ ਕਿਰਪਾ ਦੁਆਰਾ ਹੀ ਪਾਇਆ ਹੈ। ਖੇਚਰ ਆਕਾਸ਼ ਵਿੱਚ ਚਰਨ ਵਿਚਰਨ ਵਾਲੇ ਕੌਣ ਦੇਵਤੇ। ਭੂਚਰ ਭੂ ਪ੍ਰਿਥਵੀ ਦਾ ਨਾਮ ਹੈ। ਚਰਨ ਵਿਚਰਨ ਵਾਲੇ ਪ੍ਰਿਥਵੀ ਦੇ ਉੱਤੇ ਅਨੇਕਾਂ ਜੀਵਨ, ਪ੍ਰਿਥਵੀ ਤੇ ਚਰ ਵਿਚਰਨ ਵਾਲੇ ਮਨੁੱਖ ਆਦਿ ਜਿਹੜੇ ਤੁਲਸੀ ਦੀ ਮਾਲਾ ਪਹਿਨਣ ਵਾਲੇ ਵੈਸ਼ਨੂੰ ਲੋਕ ਨੇ। ਕਿਸੇ ਨੇ ਵੀ ਪਰਮੇਸ਼ਰ ਨਹੀਂ ਪਾਇਆ। ਜਿਸ ਕਿਸੇ ਨੇ ਵੀ ਪਾਇਆ ਗੁਰ ਪ੍ਰਸਾਦੀ ਪਾਇਆ। ਗੁਰ ਪ੍ਰਸਾਦੀ ਗੁਰਾਂ ਦੀ ਕਿਰਪਾ ਦੁਆਰਾ ਹੀ ਪਾਇਆ ਹੈ। ਫਿਰ ਉਸ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ। ਕਹਿੰਦੇ ਜਿਹੜਾ ਖੇਚਰ ਭੂਚਰ ਤੁਲਸੀ ਮਾਲਾ, ਤੇ ਜਿਹੜਾ ਬ੍ਰਹਮ ਖੇ ਚਰ ਖੇ ਆਕਾਸ਼ ਵਿੱਚ ਚਰ ਵਿਚਰਨ ਵਾਲਾ ਹੈ। ਭੂ ਚਰ ਭੂ ਪ੍ਰਿਥਵੀ ਵਿੱਚ ਜਾਂ ਅਨੇਕਾਂ ਜੁਨਾਂ ਚ ਉਹਦੀ ਪ੍ਰਤਕ ਜੋਤ ਹੀ ਹੈ ਸਾਰੀ ਜਗ੍ਹਾ, ਸਾਰੇ ਜੀਵਾਂ ਦੇ ਵਿੱਚ। ਮਾਲਾ ਪੰਕਤੀ ਦਾ ਨਾਮ ਹੈ ਜਿਵੇਂ, ਤੇ ਉਹਦੇ ਤੁਲ, ਤੁਲਸੀ ਦਾ ਅਰਥ ਹੈ ਤੁਲ ਸੀ, ਤੁਲ ਬਰਾਬਰ ਸੀ ਹੈ। ਉਹਦੀ ਪ੍ਰਾਪਤੀ ਕਿਵੇਂ ਹੁੰਦੀ ਹੈ। ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਉਹ ਹੈ ਅਖੰਡ ਸਰੂਪ। ਖੰਡਿਓ ਜੋ ਨਾ ਜਾਏ ਸੋ ਅਖੰਡ ਜੋ ਕੋ ਖਿਆਲ ਕੀਜੈ। ਅਖੰਡ ਸਰੂਪ ਹੈ। ਸਰੀਰ ਬਣਨ ਦੇ ਨਾਲ ਉਹਦਾ ਕੋਈ ਹਿੱਸਾ ਨਹੀਂ ਹੁੰਦਾ, ਉਹ ਵੱਖਰਾ ਨਹੀਂ ਹੁੰਦਾ। ਇਸ ਪ੍ਰਕਾਰ ਉਹ ਪਰਮੇਸ਼ਰ ਆਕਾਸ਼ ਵਿੱਚ ਵਿਚਰਨ ਵਾਲੇ ਕੌਣ ਦੇਵਤੇ, ਪ੍ਰਿਥਵੀ ਦੇ ਉੱਤੇ ਵਿਚਰਨ ਵਾਲੇ ਜੀਵ, ਇਹਨਾਂ ਦੇ ਅੰਦਰ ਇੱਕੋ ਹੀ ਪਰਮੇਸ਼ਰ ਜਿਹਦੀ ਐਸੀ ਤੁਲ ਬਰਾਬਰਤਾ ਵਾਲੀ ਬਿਰਤੀ ਹੋ ਗਈ ਹੈ। ਸੀ ਦਾ ਅਰਥ ਇੱਥੇ ਹੈ ਕਰਨਾ ਹੈ।
ਉਹਦੇ ਹਿਰਦੇ ਚੋਂ ਸੁੱਧ ਸਰੂਪ ਪਾ ਕੇ ਮਗਰੋਂ ਫਿਰ ਮਾਂ ਦਾ ਅਰਥ ਹੈ ਮਾਇਆ। ਉਹਨਾਂ ਨੇ ਲਾ ਦਾ ਅਰਥ ਹੈ ਲਾਹ ਦਿੱਤੀ ਮਗਰੋਂ ਮਾਇਆ, ਕਿਉਂਕਿ ਉਹਨਾਂ ਨੇ ਗੁਰਾਂ ਦੀ ਕਿਰਪਾ ਦੁਆਰਾ ਪਰਮੇਸ਼ਰ ਦੇ ਸਰੂਪ ਨੂੰ ਗੁਰਪ੍ਰਸਾਦੀ ਪਾਇਆ, ਪਾਉਣਾ ਕੀਤਾ ਹੈ। ਨਾਮਾ ਪ੍ਰਣਵੈ ਪਰਮ ਤਤ ਹੈ। ਤੇ ਨਾਮਦੇਵ ਜੀ ਪ੍ਰਣਵੈ ਉਚਾਰਨ ਕਰਦੇ ਨੇ ਕਿ ਪਰਮ ਵੱਡਾ ਤਤ ਸਿਧਾਂਤ ਸਰੂਪ ਹੈ ਵਾਹਿਗੁਰੂ, ਅਸਲੀ ਤਤ ਸਰੂਪ ਹੈ, ਭਾਵ ਸਾਰਿਆਂ ਵਿੱਚ ਆਪਣਾ ਆਤਮਾ ਰੂਪ ਹੈ, ਐਸਾ ਜੋ ਪਰਮੇਸ਼ਰ ਹੈ। ਸਤਿਗੁਰ ਹੋਏ ਲਖਾਇਆ। ਉਹ ਸਤਿਗੁਰ ਸੱਚੇ ਗੁਰਾਂ ਨੇ, ਸੱਚੇ ਗੁਰਾਂ ਦਾ ਲਿਖਾਇਆ ਜਣਾਇਆ ਹੋਇਆ ਹੀ ਜਾਣਿਆ ਜਾਂਦਾ ਹੈ, ਜਾਂ ਉਸ ਦਾ ਸਤਿਗੁਰੂ ਦੁਆਰਾ ਹੀ ਜਾਣਨਾ ਹੁੰਦਾ ਹੈ। ਇਹ ਨਿਚੋੜ ਕੱਢਿਆ ਹੈ ਭਗਤ ਨਾਮਦੇਵ ਜੀ ਨੇ। ਅੱਗੇ ਹੁਣ ਜਿਸ ਪ੍ਰਕਾਰ ਹੋਰ ਸ਼ਬਦ ਆ ਰਿਹਾ ਸੁਣੋ ਜੀ। ਰਾਮਕਲੀ ਘਰ ਦੂਜਾ। ਰਾਮਕਲੀ ਰਾਗਣੀ ਦੇ ਅੰਦਰ ਦੂਸਰੇ ਸੁਰਤਾਲ ਵਿੱਚ ਨਾਮਦੇਵ ਜੀ ਦਾ ਇਹ ਸ਼ਬਦ ਹੈ। ਨਾਮਦੇਵ ਜੀ ਦੇ ਕੋਲ ਇੱਕ ਪਖੰਡ ਕਰਨ ਵਾਲਾ ਪਖੰਡੀ ਆ ਗਿਆ ਸੀ। ਉਹ ਕਰਮ ਕਾਂਡ ਵਾਲੇ ਸਾਧਨ ਕਰਨ ਦੇ ਲਈ ਭਗਤ ਜੀ ਨੂੰ ਵੀ ਕਹਿਣ ਲੱਗ ਪਿਆ। ਇਹ ਸੁਣ ਕੇ ਭਗਤ ਨਾਮਦੇਵ ਜੀ ਨੇ ਪਖੰਡ ਦਾ ਖੰਡਨ ਕਰਦਿਆਂ ਇਹ ਸ਼ਬਦ ਉਚਾਰਨ ਕੀਤਾ ਹੈ। ਬਾਨਾਰਸੀ ਤਪ ਕਰੈ ਉਲਟ ਤੀਰਥ ਮਰੈ। ਇਹ ਸ਼ਬਦ ਤਾਂ ਇੱਥੋਂ ਸ਼ੁਰੂ ਹੁੰਦਾ ਹੈ, ਪਰ ਇਹਦੇ ਅਰਥ ਨਹੀਂ ਇੱਥੋਂ ਸ਼ੁਰੂ ਹੁੰਦੇ। ਅਰਥਾਂ ਵਾਸਤੇ ਫਿਰ ਅਨਮੇ ਰੀਤ ਹੈ, ਛੋੜ ਰੇ ਪਾਖੰਡੀ। ਇੱਥੋਂ ਇਹ ਤੁਕ ਪੜ੍ਹਦੇ ਹੋ ਜੀ। ਛੋੜ ਰੀ ਪਾਖੰਡੀ। ਤੇ ਇਹ ਫਿਰ ਰਹਾਉ ਵਾਲੀ ਤੁਕ ਦੇ ਨਾਲ ਹੀ ਅੱਧੀ ਤੁਕ ਹੈ ਇਹ। ਰੇ ਹੈ ਪਖੰਡੀ, ਪਖੰਡ ਕਰਨ ਵਾਲੇ ਪੁਰਖਾ। ਛਲ ਵਾਲੇ ਕਰਮ ਕਰਨੇ ਛੋੜ ਛੱਡ ਦੇਣਾ ਕਰ, ਛੱਡ ਦੇਣਾ ਕਰ, ਨਿਸ਼ਚੈ ਕਰਨ ਵਾਸਤੇ ਦੋ ਵਾਰੀ ਕਿਹਾ। ਜਾਂ ਫਿਰ ਛੋੜ ਛੱਡਣੇ ਯੋਗ ਪਖੰਡ ਵਾਲੇ ਕਰਮਾਂ ਨੂੰ ਛੱਡ ਦੇਣਾ ਕਰ, ਦੋ ਵਾਰੀ ਇਹਨੇ ਛੱਡ। ਇੱਕ ਵਾਰੀ ਤਾਂ ਇਸ ਨੂੰ ਕਹਿਤਾ ਛੋੜ ਛੱਡਣੇ ਯੋਗ ਨੇ ਇਹ। ਇਸ ਕਰਕੇ ਇਹਨਾਂ ਪਖੰਡਾਂ ਨੂੰ ਛੋੜ, ਇਹਨਾਂ ਕਰਮਾਂ ਨੂੰ ਛੱਡ ਦੇਣਾ ਕਰ। ਤੇ ਇਸ ਕਰਕੇ ਮਨ ਕਪਟ ਨਾ ਕੀਜੈ। ਮਨ ਕਰ ਵੀ ਕੋਈ ਕਪਟ ਨਾ ਮੈਂ ਛਲਦਾ, ਛਲ ਨਾ ਕੀਜੈ ਕਰ। ਅਤੇ ਹਰ ਕਾ ਨਾਮ ਨਿਤ ਹੈ ਲੀਜੈ। ਤੇ ਇਉਂ ਫਿਰ ਰਹਾਉ ਵਾਲੀ ਤੁਕ ਦੇ ਹੀ ਕਹਿ ਦਿੱਤਾ ਹੈ, ਹਰ ਪਰਮੇਸ਼ਰ ਦਾ ਨਾਮ ਜਿਹੜਾ ਹੈ ਨਿਤਾ ਪ੍ਰਤੀ ਹਮੇਸ਼ਾ ਲੀਜੈ, ਲੈਣਾ ਕਰ, ਜਪਣਾ ਕਰ। ਇਹ ਸਾਧਨ ਹੈ ਕਰਨ ਵਾਲਾ। ਹੁਣ ਮੁੜ ਤੋਂ ਜਿੱਥੋਂ ਸ਼ਬਦ ਸ਼ੁਰੂ ਹੁੰਦਾ ਸੁਣੋ ਜੀ। ਬਾਨਾਰਸੀ ਤਪ ਕਰੈ ਉਲਟ ਤੀਰਥ ਮਰੈ। ਬਨਾਰਸੀ ਤੋਂ ਜਿਹੜਾ ਬਾਨਾ ਤੇ ਰਸੀ, ਇਹ ਸਾਧ ਸੰਗੀ ਦੋ ਨਦੀਆਂ ਇਕੱਠੀਆਂ ਵਗਦੀਆਂ ਆ। ਇਹਦੇ ਕਰਕੇ ਬਾਨਾਰਸੀ ਤੋਂ ਅਕਬਰ ਨੇ ਦਾ ਨਾਮ ਜਿਹੜਾ ਸੀ ਕਾਂਸੀ ਦਾ, ਉਹ ਬਨਾਰਸ ਰੱਖ ਦਿੱਤਾ। ਇਹਦੇ ਪਿੱਛੇ ਇਤਿਹਾਸ ਇਹੀ ਹੈ ਵੀ ਬਾਨਾ ਤੇ ਰਸੀ ਦੋ ਨਦੀਆਂ। ਮੁਗਲਾਂ ਦੇ ਵੇਲੇ ਤੀਰਥਾਂ ਦੇ ਨਾਮ ਬਦਲੇ ਗਏ ਤੇ ਪ੍ਰਾਗਰਾਜ ਨੂੰ ਤੀਰਥ ਨੂੰ ਇਲਾਹਾਬਾਦ ਕਹਿਣਾ ਸ਼ੁਰੂ ਕਰ ਦਿੱਤਾ। ਬੜੇ ਨਾਮ ਬਦਲੇ ਨੇ ਇਹਨਾਂ ਨੇ, ਵੱਖਰੇ ਵੱਖਰੇ ਨਾਮ। ਤੇ ਉਹ ਇਸ ਪ੍ਰਕਾਰ ਆਪਣਾ ਸਿੱਕਾ ਉਹਨਾਂ ਨੇ ਜਮਾਇਆ ਹੈ। ਤੇ ਇਹ ਬਨਾਰਸੀ ਦੇ ਅਰਥ ਬਾਨਾਰਸੀ ਤਪ ਕਰੇ, ਇਹਦੇ ਤਪੱਸਿਆ ਕਰੇ ਕਾਂਸੀ ਦੇ ਵਿੱਚ ਜੇ ਕੋਈ, ਤੇ ਭਾਰੀ ਤਪੱਸਿਆ ਕਰੇ ਤੇ ਕਾਂਸੀ ਦੇ ਵਿੱਚ ਬਸੇ, ਜਾਂ ਇਉਂ ਸਮਝ ਲਓ ਵੀ ਕਾਂਸੀ ਦੇ ਵਿੱਚ ਬਸੇ ਅਤੇ ਤਪ ਕਰੇ ਉੱਥੇ ਬੈਠ ਕੇ। ਤਪ ਕਿਵੇਂ? ਉਲਟਾ ਲਟਕੇ, ਸਿਰ ਹੇਠਾਂ ਨੂੰ ਲੱਤਾਂ ਤਾਂ ਨੂੰ ਕਰਕੇ। ਇਹ ਵੀ ਭਾਵੇਂ ਕਰ ਲਵੇ। ਉਲਟ ਤੀਰਥ ਮਰੈ। ਤੇ ਉਲਟ ਕਰਕੇ ਤਪੱਸਿਆ ਕਰੇ, ਗੰਗਾ ਦੇ ਕਿਨਾਰੇ ਉੱਤੇ ਹੀ ਮਰ ਜਾਵੇ, ਉੱਥੇ ਸਰੀਰ ਤਿਆਗ ਦੇਵੇ। ਉਲਟ ਕੇ ਭਾਵ ਕਪਾਲੀ ਆਸਣ ਲਾ ਕੇ ਕਾਂਸੀ ਤਪ ਕਰੇ। ਤੀਰਥ ਯਾਤਰਾ ਕਰਨ ਵਾਲੇ ਥਾਵਾਂ ਦੇ ਉੱਤੇ ਹੀ ਸਰੀਰ ਦਾ ਪਰਿਤਿਆਗ ਨੂੰ ਕਰ ਦੇਵੇ, ਮਰ ਜਾਵੇ। ਇਸ ਪ੍ਰਕਾਰ ਵੀ ਭਾਵੇਂ ਕਰ ਲਵੇ। ਅਗਨ ਦਹੈ ਕਾਇਆ ਕਲਪ ਕੀਜੈ। ਅਗਨ ਅੱਗ ਦੇ ਸਰੀਰ ਨੂੰ ਦਹੈ ਸਾੜ ਲੈਣਾ ਕਰੇ। ਅਗਨ ਦਹੈ ਦਗਧ ਕਰ ਦੇਵੇ। ਨਿਮਕ ਕਰ ਸਰੀਰ ਕਟਾਵੇ, ਤੋ ਵੀ ਹੋਮੇ ਮੈਲ ਨਾ ਜਾਵੇ। ਮੈਲ ਤਾਂ ਨਹੀਂ ਜਾਂਦੀ, ਭਾਵੇਂ ਥੋੜਾ ਥੋੜਾ ਕੱਟ ਕੇ ਹਮਨ ਕਰ ਦੇਵੇ ਸਰੀਰ ਨੂੰ। ਅਗਨ ਦਹੈ ਧੂਣੀਆਂ ਤਾਪਦਾ ਰਹੇ। ਜੇਠ ਦੇ ਮਹੀਨੇ 4 ਧੂਣੀਆਂ ਆਲੇ ਦਾਲੇ ਲਾ ਲੈਣੀਆਂ ਤੇ ਇੱਕ ਜੇਠ ਦਾ ਸੂਰਜ ਤਪਦਾ ਦੁਪਹਿਰ ਨੂੰ ਫਿਰ ਇਸ ਤਰ੍ਹਾਂ ਅੱਗ ਦੇ ਵਿਚਾਲੇ ਬਹਿਣਾ। ਐਤਕੀ ਉਹ ਜੇਠ ਦੇ ਮਹੀਨੇ ਬਹੁਤ ਦੇਰ ਬਾਅਦ ਦੇਖਿਆ ਇਸ ਤਰ੍ਹਾਂ ਦਾ ਉਹ ਕਰ ਰਿਹਾ ਸੀ ਕਿ ਸਾਧਨ।
ਪਿੰਡੇ ਨੂੰ ਫਿਰ ਮਿੱਟੀ ਮਲ ਲੈਣੀ ਹੈ ਤੇ ਦਵਾਈ ਪੀਣੀ ਪੈਂਦੀ ਹੈ ਇਹਨਾਂ ਨੂੰ। ਤੇ ਇੱਕ ਇੱਥੇ ਸਰਹੰਦ ਦੇ ਵਿੱਚ ਵੀ ਬਹੁਤ ਸਾਲ ਪੁਰਾਣੀ ਬਾਤ ਹੈ, ਉਹ ਨਛੱਤਰ ਦਾਸ ਹੁੰਦਾ ਸੀ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਵੀ ਤੁਸੀਂ ਅੱਗ ਦਾ ਸੇਕ ਤਾਂ ਕੀ ਧੁੱਪ ਦਾ ਸੇਕ ਸਹਿਣਾ ਔਖਾ ਹੈ, ਵੀ ਤੂੰ ਕਿਵੇਂ ਬੈਠ ਲਿਆ? ਜਾਣ ਪਛਾਣ ਹੈਗੀ ਸੀ ਉਹਦੇ ਨਾਲ, ਉਹ ਕੀਰਤਨ ਸਿੱਖਣਾ ਚਾਹੁੰਦਾ ਸੀ ਸਿੱਧਾ। ਉਹ ਕਹਿੰਦਾ ਬਾਬਾ ਜੀ ਕੋਈ ਕਰਾਮਾਤ ਨਹੀਂ ਹੈ, ਵੀ ਅਸੀਂ ਇੱਕ ਦਵਾਈ ਪੀ ਲੈਂਦੇ ਹਾਂ, ਉਹ ਦਵਾਈ ਪੀਣ ਤੋਂ ਬਾਅਦ ਜੇ ਕਿਤੇ ਇੰਨੀ ਹੀਟ ਨਾ ਲਈਏ ਨਾ ਗਰਮੀ, ਤਾਂ ਉਵੇਂ ਮਰ ਜਾਈਏ, ਉਹ ਫਿਰ ਸੇਕ ਹੀ ਨਹੀਂ ਲੱਗਦਾ ਸਾਨੂੰ, ਦਵਾਈ ਇਹ ਜੀ ਹੈ। ਮੈਂ ਕਿਹਾ ਵੀ ਕਰਦਾ ਕਿਉਂ ਹੈ ਇਹ? ਕਹਿੰਦਾ ਜੀ ਗੱਲ ਤਾਂ ਅਸਲ ਇਹ ਹੈ ਵੀ ਇਹ ਦੇਖ ਕੇ ਲੋਕ ਮੰਨਤਾ ਕਰਨ ਲੱਗ ਜਾਂਦੇ ਨੇ, ਇਦੋਂ ਵੱਧ ਹੋਰ ਕੋਈ ਗੱਲ ਨਹੀਂ। ਤੋ ਇਸ ਪ੍ਰਕਾਰ ਇਹ ਦੋ ਤਾਂ ਮੇਰੇ ਅੱਖਾਂ ਦੇ ਦੇਖਣ ਵਾਲੀ ਗੱਲ ਹੈ ਵੀ ਅਗਨ ਦੇ ਵਿੱਚ ਇਸ ਤਰ੍ਹਾਂ ਸੜ ਜਾਣਾ। ਮਹਾਂਪੁਰਖ ਦੱਸਦੇ ਸੀ ਵੱਡੇ, ਇੱਕ ਐਸਾ ਵੀ ਹੋਇਆ, ਉਹਦਾ ਨਾਂ ਵੀ ਦੱਸਿਆ ਸੀ ਸੰਤਾਂ ਨੇ। ਕਹਿੰਦੇ ਅੱਗ ਬਾਲ ਕੇ ਨਾ ਕੋਠੇ ਦੇ ਨੇੜੇ ਅੱਗ ਬਾਲ ਲਈ, ਫਿਰ ਉਹਨੇ ਨੀਲ ਪੀ ਲਿਆ ਤੇ ਚਮੜਾ ਆਪਣੇ ਪਿੰਡੇ ਨੂੰ ਬੰਨ੍ਹ ਲਿਆ। ਜਦੋਂ ਅੱਗ ਦੇ ਭਾਂਬੜ ਮੱਚ ਕੇ ਉਹਦੀ ਛਾਲ ਮਾਰ ਦਿੱਤੀ। ਉਹਨੂੰ ਛਾਲ ਮਾਰਨ ਤੋਂ ਪਹਿਲਾਂ ਪੁੱਛਿਆ ਵੀ ਤੂੰ ਕਿਉਂ ਇਸ ਤਰ੍ਹਾਂ ਕਰਦਾ ਹੈ? ਉਹ ਕਹਿੰਦਾ ਵੀ ਮੈਂ ਇਹ ਕਰਨ ਦੇ ਨਾਲ ਫਿਰ ਮੈਂ ਅਗਲਾ ਆ ਜਿਹੜਾ ਸਰੀਰ ਧਾਰਨ ਕਰੂੰਗਾ, ਇਹੋ ਜਿਹੀਆਂ ਕਲਪਨਾ ਨੇ ਇਹ ਲੋਕਾਂ ਦੀਆਂ, ਅਗਨ ਦਹਿ ਦਗਧ ਹੋ ਜਵੇ ਭਾਵੇਂ, ਇਹ ਇਕੱਠੇ ਹੀ ਜਵਾਬ ਦੇਣਗੇ ਨਾਮਦੇਵ ਵੀ ਆਹ ਵੀ ਕਰ ਲਵੇ, ਆਹ ਵੀ ਕਰ ਲਵੇ, ਅਖੀਰ 'ਚ ਸਿੱਟਾ ਕੱਢਣਗੇ। ਫਿਰ ਇਸ ਤੋਂ ਅੱਗੇ ਕਿਹਾ ਅਗਨ ਦਹਿ ਕਾਇਆ ਕਲਪ ਕੀਜੈ, ਕਾਇਆ ਨਾਮ ਸਰੀਰ ਦਾ ਉਮਰ ਵਧਾਉਣ ਵਾਸਤੇ ਕਾਇਆ ਕਲਪ ਕਰਨ ਦਾ ਤਰੀਕਾ ਸੀ। ਸੰਤ ਕਲਿਆਣ ਦਾਸ ਜੀ ਨੇ ਦੱਸਿਆ ਸੀ, ਕਿਉਂਕਿ ਪੰਜਾਬ ਦੇ ਵੈਦ ਮੰਡਲ ਦੇ ਵਿੱਚ ਸ਼੍ਰੋਮਣੀ ਵੈਦਾਂ ਚੋਂ ਗਿਣੇ ਗਏ ਹੋ। ਉਹਨਾਂ ਨੇ ਦੱਸਿਆ ਵੀ ਆਹ ਇੱਕ ਵਸਤੂ ਹੈ, ਵੀ ਇਸ ਨੂੰ ਕਿਵੇਂ ਪਹਿਲਾਂ ਸੋਧਣਾ ਹੈ, ਕਿਸ ਤਰ੍ਹਾਂ ਇਹਨੂੰ ਖਾਣਾ ਹੈ। ਉਹ ਸਾਰਾ ਤਰੀਕਾ ਕਰਨ ਤੋਂ ਬਾਅਦ ਇਹੀ ਨਤੀਜਾ ਨਿਕਲਿਆ ਸੀ ਵੀ ਉਹ ਕਾਇਆ ਕਲਪ ਕਰਨ ਵਾਲੇ 100 ਚੋਂ 99 ਤਾਂ ਮਰ ਹੀ ਜਾਂਦੇ ਹੈ। 100 ਦੇ ਵਿੱਚੋਂ 99 ਦੀ ਮੌਤ ਅਵਸ਼ਯ ਹੋ ਜਾਂਦੀ ਹੈ, ਕਿਉਂਕਿ ਸਾਧਨ ਇਹ ਹੈ ਆ ਉੱਪਰਲਾ ਚਮੜਾ ਸਾਰਾ ਗਲਣਾ, ਇੱਕ ਨਾੜਾਂ ਚੱਲਦੀਆਂ ਰਹਿਣਗੀਆਂ ਤਾਂ ਹੇਠਲੀ ਤਹਿ ਜਿਹੜੀ ਹੈ ਜਿਹਦੇ, ਕਿਉਂਕਿ ਕਈ ਤਹਿਆਂ ਹਨ ਸਾਡੇ ਜਿੱਥੇ ਨਾੜਾਂ ਚੱਲਦੀਆਂ ਨੇ ਤੇ ਖੂਨ ਤਾਂ ਚਲੋ ਚਮੜੀ 'ਚ ਵੀ ਸਰਕਲ ਕਰਦਾ, ਇਹਨੂੰ ਸਾਰੇ ਨੂੰ ਗਾਲ ਦੇਣਾ ਜਿਵੇਂ ਕੋਹੜ ਹੋਇਆ ਵਾ ਹੁੰਦਾ, ਬਿਲਕੁਲ ਕੋਹੜ ਵਾਲੀ ਉਹ ਚੀਜ਼ ਸੀ। ਉਹ ਚੀਜ਼ ਵੀ ਬੜੀ ਮਾੜੀ ਹੈ ਜਿਹੜੀ ਉਹ ਖਾ ਕੇ ਕਾਇਆ ਸਵਾਹ ਦੇ ਉੱਤੇ ਪੈਣਾ, ਮੂੰਹ ਦੇ ਵਿੱਚ ਚੇਲਿਆਂ ਨੇ ਦਵਾਈ ਪਾਉਣੀ, ਕਈ ਤਾਂ ਉਹ ਵਿੱਚ ਪ੍ਰਾਣ ਤਿਆਗ ਜਾਂਦੇ। ਫਿਰ ਇੱਕ ਸਾਧ ਦਾ ਦੱਸਿਆ ਸੀ ਵੀ ਉਹ ਕਾਮਯਾਬ ਹੋ ਗਿਆ ਸੀ ਪੁਰਾਣੇ ਸਮੇਂ 'ਚ, ਵੀ ਉਹਨੇ 300 ਸਾਲ ਦੀ 350 ਸਾਲ ਦੀ ਉਮਰ ਜਿਹੜੀ ਇੱਕ ਨੇ ਵਧਾਈ ਹੋਈ ਸੀ। ਜਦੋਂ ਬੁੱਢਾ ਹੋ ਜਾਂਦਾ ਸੀ ਫਿਰ ਕਰ ਲੈਂਦਾ ਸੀ ਇਹ ਕੰਮ, ਉਹਨੂੰ ਹਿਸਾਬ ਆ ਗਿਆ ਸੀ। ਪਰ ਇਹਦੇ ਨਾਲ ਹੋਇਆ ਕੀ ਹੈ, ਬੜੀ ਨਿਖਿਧ ਬਾਤ ਹੈ ਵੀ ਉਹਦੀ ਸੈਂਕੜੇ ਸਾਲਾਂ ਦੀ ਉਮਰ, ਤੇ ਜਦੋਂ ਬੁੱਢਾ ਹੋਇਆ ਵਾ ਸੀ ਤੇ ਉਹ ਵਿਆਹ ਕਰਾਉਣ ਦੀ ਇੱਛਾ ਕੀਤੀ ਉਹਨੇ, ਤੇ ਅੱਗੋਂ ਬੀਬੀ ਨੇ ਕਿਹਾ ਵੀ ਤੁਹਾਡਾ ਸਰੀਰ ਤਾਂ ਬਿਰਧ ਹੈ, ਕਹਿੰਦਾ ਇਹਦੀ ਚਿੰਤਾ ਨਾ ਕਰ, ਕਾਇਆ ਕਲਪ ਕੀਤੀ, ਮੁੜ ਕੇ 18 ਵਰ੍ਹਿਆਂ ਦਾ ਜਵਾਨ ਬਣ ਗਿਆ। ਫਾਇਦਾ ਕੀ ਹੋਇਆ ਜੇ ਵਿਸ਼ੇ ਵਿਕਾਰ ਹੀ ਭੋਗਣ ਵਾਸਤੇ ਇਹ ਸਰੀਰ ਵਧਾਉਣੇ। ਨਾਮਦੇਵ ਜੀ ਕਹਿੰਦੇ ਤਾਂ ਫੁੱਟੀ ਕੌਡੀ ਮੁੱਲ ਨਹੀਂ ਹੈ। ਕਾਇਆ ਕਲਪ ਕੀਜੈ ਕਾਹਦੇ ਵਾਸਤੇ ਕਰਦੇ ਹੈ? ਜੜੀਆਂ ਬੂਟੀਆਂ ਖਾ ਲੀਆਂ, ਕਾਇਆ ਕਲਪ ਕਰ ਲਈ, ਤੇ ਚਾਹੇ 4 ਯੁੱਗਾਂ ਦੀ ਜਿਹੜੀ ਹੈ ਉਹ 1000 ਚੌਂਕੜੀ ਹੁੰਦੀ ਹੈ, ਇੰਨੀ ਵੀ ਦੇ ਵਧਾ ਲਵੇ ਭਾਵੇਂ, ਕਾਇਆ ਕਲਪ ਕੀਜੈ। ਕਲਪ ਨਾਮ ਤੇ ਜਿਹੜਾ ਹੈ ਵੀ 4 ਯੁੱਗ 1000 ਵਾਰ ਬੀਤ ਜਾਣ ਤੇ ਇੱਕ ਕਲਪ ਬਣਦਾ। ਕਾਇਆ ਨੂੰ ਤੇ ਇੱਥੇ ਤੱਕ ਉਮਰ ਵਧਾ ਲਵੇ ਵੀ 4 ਯੁੱਗ 1000 ਵਾਰ ਬੀਤ ਜਾਣ ਤੇ ਫੇਰ ਵੀ ਕੀ ਹੋ ਗਿਆ? 4 ਯੁੱਗਾਂ ਦੀ 1000 ਚੌਂਕੜੀ ਤੱਕ ਦੇ ਰੱਖ ਲੈਣੀ, ਕਿੱਡੀ ਕੁ ਬਹਾਦਰੀ ਦੀ ਗੱਲ ਹੈ। ਪਰਮਾਤਮਾ ਤਾਂ ਨਹੀਂ ਮਿਲਿਆ। ਇਸ ਕਰਕੇ ਆ ਰੋਡੇ ਪਿੰਡ ਦਾ ਇੱਕ ਅਰਜਨ ਸਿੰਘ ਹੁੰਦਾ ਸੀ ਸੰਤ, ਮਹਾਂਪੁਰਖਾਂ ਨੇ ਉਹਦੀ ਗੱਲ ਦੱਸੀ, ਉਹਨਾਂ ਨੇ ਦੇਖਿਆ ਸੀ। ਉਹ ਹਰੜਾਂ ਦੇ ਨਾਲ ਕਿਸੇ ਨੇ ਪਤਾ ਨਹੀਂ ਕਿੱਥੋਂ ਉਹਨੇ ਪੜ੍ਹਿਆ, ਹਰੜਾਂ ਵੀ 2 ਮਹੀਨੇ ਤਾਂ ਜੀ ਸ਼ਹਿਦ ਨਾਲ ਖਾਣੀ ਹੈ, 2 ਮਹੀਨੇ ਲੂਣ ਨਾਲ ਖਾਣੀ ਹੈ, 2 ਮਹੀਨੇ ਜਿਹੜੀ ਗੁੜ ਨਾਲ ਖਾਣੀ ਹੈ। ਉਹ ਹਰੜਾਂ ਖਾਂਦਾ ਖਾਂਦਾ ਹੀ ਉਹਦਾ ਸਰੀਰ ਐਨ ਸੁੱਕ ਗਿਆ, ਨਾੜਾਂ ਹੀ ਰਹਿ ਗਈਆਂ। ਸੰਤ ਕਹਿੰਦੇ ਮੁੜ ਕੇ ਉਹਨੂੰ ਫਿਰ ਪੁੱਛਿਆ ਵੀ ਤੂੰ ਕਿਉਂ ਐਸਾ ਕਰਦਾ ਹੈ? ਕਾਇਆ ਕਲਪ ਕਰਕੇ ਫਿਰ ਜਿਹੋ ਜੀ ਮਰਜ਼ੀ ਦੇਹ ਬਣਾ ਲਵੇ।
ਉਹ ਸਰੀਰ ਇਹ ਸਮਾਪਤ ਹੋਣ ਲੱਗਾ ਸੀ। ਵੈਦਾਂ ਨੇ ਦਵਾਈ ਦੂਈ ਦੇ ਕੇ ਉਹਨੂੰ ਠੀਕ ਕੀਤਾ, ਫਿਰ ਵੀ ਬਹੁਤੀ ਦੇਰ ਸਰੀਰ ਰਿਹਾ ਨਹੀਂ ਸੀ, ਰੋਡਿਆਂ ਦਾ ਸੀ। ਤੋ ਇਸ ਕਰਕੇ ਕਾਇਆ ਕਲਪ ਕੀਜੈ, ਕਲਪ ਤੱਕ 1000 ਵਾਰੀ ਯੁੱਗ ਸਾਰੇ ਬੀਤ ਜਾਣ, ਇੰਨੀ ਉਮਰ ਵੀ 1000 ਥੋੜਾ ਨਹੀਂ ਹੁੰਦਾ, 1000 ਵਾਰੀ 4 ਯੁੱਗ ਬੀਤ ਜਾਣ, ਇੰਨੀ ਉਮਰ ਵੀ ਹੋਏ। ਜੇ ਯੁਗ 4 ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀਆਂ ਨਾਲ ਚੱਲੇ ਸੋ ਕੋਏ। ਚੰਗਾ ਨਾਮ ਰਖਾਏ ਕਹਿ ਜਸ ਕੀਤ ਜਗ ਲੈ, ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੇ ਕੇ। ਕੀ ਮਿਲਿਆ? ਫਿਰ ਵੀ ਕੱਖ ਵੀ ਨਾ ਮਿਲਿਆ। ਇਉਂ ਅੱਗੇ ਹੋਰ ਦੱਸਦੇ ਹਨ ਨਾਮਦੇਵ ਜੀ। ਅਸਮੇਧ ਜਗ ਕੀਜੈ, ਸੋਰਾ ਗਰਭ ਦਾਨ ਦੀਜੈ। ਭਾਵੇਂ ਸਵਰਗ ਦੇ ਪਦਾਰਥਾਂ ਦੀ ਪ੍ਰਾਪਤੀ ਵਾਸਤੇ ਅਸਮੇਧ ਜਗ, ਜਿਵੇਂ ਪਾਂਡਵਾਂ ਨੇ ਇੱਕ ਜਗ ਕੀਤਾ ਸੀ। ਅਸਵ ਨਾਮ ਘੋੜੇ ਦਾ ਹੁੰਦਾ ਹੈ, ਅਸ ਨਾਮ ਘੋੜੇ ਦਾ ਹੈ, ਮੇਦਾ ਨਾਮ ਉਹਦੀ ਚਰਬੀ ਦਾ ਹੈ। ਉਹਦੇ ਮੇਦ ਚਰਬੀ ਨੂੰ ਜਾਣੇ ਉਹਦੇ ਘੋੜੇ ਦੇ ਵੱਢ ਕੇ 4 ਹਿੱਸੇ ਕਰਨੇ, ਇੱਕ ਹਿੱਸੇ ਦਾ ਹਮਨ ਕਰ ਦੇਣਾ, ਇੱਕ ਹਿੱਸਾ ਆਪ ਖਾਣਾ, ਇੱਕ ਛਤਰੀਆਂ ਨੂੰ ਦੇਣਾ, ਤੇ ਇਸ ਪ੍ਰਕਾਰ ਇੱਕ ਵੈਸ਼ਾਂ ਨੂੰ ਦੇ ਦੇਣਾ। ਉਹ ਇਸ ਤਰ੍ਹਾਂ ਦੇ ਇਹ ਬੜੇ ਨਖਿੱਧ ਕਾਰਜ ਜਿਹੜੇ ਨੇ ਇਹ ਸ਼ੁਰੂ ਹੋਏ ਵੇ ਸੀ। ਤੇ ਇਹ ਜਿਹੜਾ ਅਸਮੇਧ ਯੱਗ ਹੈ, ਅਸਮੇਧ ਯੱਗ ਕਰਕੇ 100 ਅਸਮੇਧ ਯੱਗ ਜੇ ਪੂਰਾ ਹੋ ਜਾਵੇ ਤਾਂ ਇੰਦਰ ਦੀ ਪਦਵੀ ਮਿਲ ਜਾਂਦੀ ਹੈ। ਬਹੁਤ ਸਾਰੇ ਰਾਜਿਆਂ ਨੇ ਇਹ ਕੀਤੇ, ਇੰਦਰਾਂ ਦੀਆਂ ਪਦਵੀਆਂ ਮਿਲੀਆਂ, ਪਰ ਸੱਪ ਬਣ ਕੇ ਡਿੱਗਦੇ ਰਹੇ, ਮਿਲਿਆ ਤਾਂ ਕੁਛ ਨਹੀਂ, ਮੁਕਤ ਤਾਂ ਨਹੀਂ ਹੋਏ। ਤੋ ਇਸ ਕਰਕੇ ਇੱਕ ਅਸਮੇਧ ਯੱਗ ਕਰਨ ਦੇ ਵਿੱਚ ਕਿੱਡੇ ਕਲੇਸ਼ ਚੱਲਣੇ ਪਏ। ਭਗਵਾਨ ਕ੍ਰਿਸ਼ਨ ਜੀ ਪਾਂਡਵਾਂ ਦੇ ਸਹਾਇਕ ਸੀ, ਫਿਰ ਵੀ ਉਹ ਜਗ ਸੰਪੂਰਨ ਨਹੀਂ ਸੀ ਹੁੰਦਾ। ਵਾਲਮੀਕੀ ਜੀ ਦੇ ਚਰਨ ਪੈਣ ਦੇ ਨਾਲ ਜਗ ਸੰਪੂਰਨ ਹੋਇਆ ਸੀ। ਤੇ ਨਾਮਦੇਵ ਜੀ ਕਹਿੰਦੇ ਅਸਮੇਧ ਜਗ ਭਾਵੇਂ ਰਾਜੇ ਮਹਾਰਾਜੇ ਕਰਦੇ ਰਹੇ, ਪਰ ਜੇ ਕੋਈ ਸਮਰੱਥਾ ਰੱਖਦਾ ਕਰ ਵੀ ਲਵੇ। ਇਸ ਤੋਂ ਅੱਗੇ ਸੋਨਾ ਗਰਭ ਦਾਨ ਦੀਜੈ, ਸੋਨੇ ਦਾ ਦਾਨ ਦੀਜੈ। ਕਿਵੇਂ? ਸੋਨਾ ਦਾਨ ਦੀਜੈ ਕਿਸ ਤਰ੍ਹਾਂ? ਉਹ ਇੱਥੇ ਗਰਭ ਸ਼ਬਦ ਹੈ, ਇਹਦਾ ਮਤਲਬ ਹੈ ਜੀ ਪੇਠਾ ਲੈਣਾ ਬੜਾ ਸਾਰਾ, ਪੇਠੇ ਨੂੰ ਖੋਖਲਾ ਕਰਕੇ ਉਹਦੇ ਚ ਸੋਨਾ ਵਿੱਚ ਰੱਖ ਕੇ ਉੱਪਰ ਤੇ ਬੰਦ ਕਰ ਦੇਣਾ। ਉਹ ਅਗਲੇ ਕਹਿਣਾ ਲਓ ਜੀ ਆ ਪੇਠਾ ਦਾਨ ਕਰਦਾ ਮੈਂ, ਤਾਂ ਵਿੱਚ ਉਹਦੇ ਸੋਨਾ। ਗੁਪਤ ਦਾਨ ਇਸ ਤਰ੍ਹਾਂ ਦਾ ਹੁੰਦਾ ਹੈ, ਉਹਨੂੰ ਗਰਭ ਦਾਨ ਕਹਿੰਦੇ ਸੀ। ਜਾਂ ਘੀਏ ਕੱਦੂ ਦੇ ਵਿੱਚ ਉਹਨੂੰ ਸੋਨਾ ਰੱਖ ਕੇ ਦਾਨ ਕਰ ਦੇਣਾ, ਵੀ ਇਹ ਨਾ ਪਤਾ ਲੱਗੇ ਵੀ ਮੈਂ ਦਾਨ ਕੀਤਾ। ਹੰਗਤਾ ਤੋਂ ਬਚਦੇ ਸੀ। ਤੇ ਇਸ ਪ੍ਰਕਾਰ ਵੀ ਦੇਣਾ ਕਰੇ ਕੋਈ। ਪਰ ਨਾਮਦੇਵ ਜੀ ਹੁਣ ਸਾਰੀਆਂ ਗੱਲਾਂ ਕਹਿ ਕੇ ਜਿਹੜੀਆਂ ਹੁਣ ਤੱਕ ਗਿਣੀਆਂ ਨੇ, ਅੱਗੇ ਹੁਣ ਦੱਸਦੇ ਨੇ ਜੇ ਰਾਮ ਨਾਮ ਸਰ ਤਉ ਨਾ ਪੂਜੈ। ਇਹ ਅਧਿਕ ਸਹਿਤ ਪਾਠ ਹੈ ਜੀ, ਇਹਨੂੰ ਨੋਟ ਕਰ ਲੈਣਾ। ਅਧਿਕ ਲੱਗਣੀ ਤੇ ਪੂਜਾ ਬਣ ਜਾਏ, ਪੂਜਾ ਨਾ ਬਣ ਜਾਵੇ। ਭਾਵੇਂ ਸਵਰਗ ਦੇ ਪਦਾਰਥਾਂ ਦੀ ਪ੍ਰਾਪਤੀ ਵਾਸਤੇ ਇਸ ਤਰ੍ਹਾਂ ਦਾ ਇਹ ਸਾਰਾ ਕੁਝ ਕਰ ਲਵੇ, ਅਸਮੇਧ ਜਗ ਕਰ ਲਏ ਤੇ ਇਤਿਆਦਿਕ ਸੋਨਾ ਗਰਭ ਦਾਨ ਦੇ ਦਿੱਤਾ। ਰਾਮ ਰਮੇ ਹੋਏ ਪਰਮੇਸ਼ਰ ਦੇ ਨਾਮ ਦੇ ਬਰਾਬਰ ਤਾਂ ਵੀ ਕੀਤੇ ਸਾਧਨ ਪੁੱਜ ਨਹੀਂ ਸਕਦੇ, ਬਰਾਬਰ ਨਹੀਂ ਹੋ ਸਕਦੇ ਹਨ। ਛੋੜ ਰੇ ਪਾਖੰਡੀ, ਰੇ ਹੈ ਭਾਈ ਪਖੰਡ ਕਰਨ ਵਾਲੇ ਪੁਰਖਾ, ਛੋੜ ਛੱਡਣੇ ਯੋਗ, ਪਖੰਡ ਵਾਲੇ ਕਰਮਾਂ ਨੂੰ ਛੱਡ ਦੇਣਾ ਕਰ। ਅਤੇ ਮਨ ਕਪਟ ਨਾ ਕੀਜੈ, ਮਨ ਵਿੱਚ ਕਪਟ ਛੱਡ ਨਾ ਕਰ ਤੂੰ। ਹਰ ਕਾ ਨਾਮ ਨਿਤ ਹੈ ਲੀਜੈ। ਇਹ ਸਾਰੇ ਕੰਮ ਛੱਡ ਕੇ, ਕੰਮ ਤਾਂ ਇੱਕੋ ਹੀ ਕਰਨ ਵਾਲਾ ਹੈ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹੀ ਕੰਮ ਕਰਨ ਵਾਲਾ ਹੈ। ਇਸ ਕਰਕੇ ਹਰ ਕਾ ਨਾਮ ਨਿਤ ਹੈ ਲੀਜੈ। ਪਰਮੇਸ਼ਰ ਦਾ ਅੰਮ੍ਰਿਤ ਨਾਮ ਨਿਤਾ ਪ੍ਰਤੀ ਉਹਨੂੰ ਲੈਣਾ ਕਰ, ਉਚਾਰਨ ਕਰਨ ਕਰ, ਇਹੀ ਸਭ ਤੋਂ ਸ਼੍ਰੋਮਣ ਹੈ। ਰਹਾਉ ਅੱਗੇ ਅਸਥਾਈ ਦੇ ਕੇ ਫਰਮਾਨ ਕਰਦੇ ਹਨ ਜੀ। ਗੰਗਾ ਜਾਉ ਗੋਦਾਵਰ ਜਾਈਐ, ਕੁੰਭ ਜਾਉ ਕੀਦਾਰ ਨਹਾਈਐ। ਇਹ ਭਾਈ ਭਾਵੇਂ ਨਾ ਤੀਰਥਾਂ ਦੇ ਕੋਈ ਜਾਵੇ, ਜੇਕਰ ਕੋਈ ਗੰਗਾ ਤੇ ਗੋਦਾਵਰੀ ਤੀਰਥਾਂ ਦੇ ਉੱਤੇ ਚਲਿਆ ਜਾਵੇ, ਗੰਗਾ ਬੜੀ ਗੋਦਾਵਰੀ ਤੀਰਥ ਬੜੇ ਪਰਾਗ ਕਿਹਾ ਹੈ। ਜੇਕਰ ਕੋਈ ਕੁੰਭ ਆਦਿ ਪੁਰਬਾਂ ਦੇ ਉੱਤੇ ਇਸ਼ਨਾਨ ਕਰੇ, ਜਿਵੇਂ ਹਰਿਦੁਆਰ ਹੈ, ਇਲਾਹਾਬਾਦ ਹੈ, ਤੇ ਇਸੇ ਤਰ੍ਹਾਂ ਇਹ 4 ਜਗ੍ਹਾ ਕੁੰਭ ਦੇ ਮੇਲੇ ਲੱਗਦੇ ਹੈ, ਜੈਨ ਹੈ।
ਤੇ ਇਸ ਪ੍ਰਕਾਰ ਇਹ ਕੇਦਾਰਨਾਥ ਨਹਾਈਆ ਇਸ਼ਨਾਨ ਕਰੇ। ਜਿੱਥੇ ਕੁੰਭ ਲੱਗਦੇ ਹੈ ਅਸਲ ਵਿੱਚ ਪੁਰਾਣਾ ਇਹ ਇਤਿਹਾਸ ਹੈ ਕਿ ਜਿਹੜਾ ਅੰਮ੍ਰਿਤ ਨਿਕਲਿਆ ਸੀ ਸਮੁੰਦਰ 14 ਰਤਨਾਂ ਦੇ ਵਿੱਚੋਂ, ਉਹ ਘੜੇ ਦਾ ਕਲਸ਼ ਰੂਪ ਸੀ। ਉਹ ਘੜੇ ਨੂੰ ਉੱਥੋਂ ਹੀ ਕਲਸ਼ ਕਹਿਣ ਲੱਗੇ। ਇਸ ਆਕਾਰ ਦਾ ਹੀ ਉੱਥੋਂ ਘੜੇ ਦੀ ਬਣਤਰ ਹੋਈ ਹੈ। ਉਹ ਦੇਵਤਿਆਂ ਨੂੰ ਸੌਂਪ ਦਿੱਤਾ ਤੇ ਜਿਹੜਾ ਅੰਮ੍ਰਿਤ ਇਹ ਰਾਖਸ਼ ਮਗਰ ਪੈ ਗਏ। ਉਹ ਰਾਖਸ਼ ਉਹਨਾਂ ਕੋਲੋਂ ਖੋਣ, ਦੇਵਤੇ ਦੇਣ ਨਾ। ਉਹ ਜਿੱਥੇ ਥੋੜਾ ਜਿਹਾ ਘੜਾ ਛਲਕਿਆ, ਉਹ ਜਿਹੜੀਆਂ ਬੂੰਦਾਂ ਡਿੱਗੀਆਂ, ਉੱਥੇ ਕੁੰਭ ਲੱਗਦਾ 12 ਸਾਲ ਬਾਅਦ। ਤੇ ਉਹ 4 ਜਗ੍ਹਾ ਛਲਕਿਆ ਸੀ। ਅਖੀਰ ਦੇ ਵਿੱਚ ਉਹ ਜਿਹੜਾ ਅੰਮ੍ਰਿਤ ਦਾ ਕਲਸ਼ ਸੀ, ਦੇਵਤਿਆਂ ਨੂੰ ਪਿਆਉਣ ਤੋਂ ਬਾਅਦ ਜਿਹੜਾ ਬਚਿਆ ਸੀ, ਉਹਦੀ ਗੱਲ ਹੈ। ਉਹ ਫਿਰ ਜਿੱਥੇ ਹਰਮੰਦਰ ਸਾਹਿਬ ਹਰ ਕੀ ਪੌੜੀ ਹੈ, ਇੱਥੇ ਭਗਵਾਨ ਜੀ ਨੇ ਧਰਤੀ ਦੇ ਵਿੱਚ ਦੱਬ ਦਿੱਤਾ ਸੀ। ਕਹਿੰਦੇ ਕਲਯੁਗ ਦੇ ਸਮੇਂ 'ਚ ਪ੍ਰਗਟ ਕਰਾਂਗੇ। ਇਸ ਕਰਕੇ ਉਹ ਸਰੋਵਰ ਦਾ ਨਾਮ ਅੰਮ੍ਰਿਤ ਤਾਂ ਰੱਖਿਆ ਗਿਆ। ਅੰਮ੍ਰਿਤ ਸਰ ਨਾਮ ਸਰੋਵਰ ਦਾ ਹੈ। ਮੂਰਖਤਾਈ ਨਾਲ ਕੋਈ ਕਿਸੇ ਗੱਲ ਨੂੰ ਖੰਡਨ ਕਰੀ ਜਾਓ ਤਾਂ ਗੱਲ ਹੀ ਲੱਗ ਹੈ ਨਾ। ਤੋਂ ਇਸ ਕਰਕੇ ਵੀ ਕੁੰਭ ਦੇ ਮੇਲਿਆਂ ਤੇ ਵੀ ਨਹਾ ਲਵੇ, ਜਿੱਥੇ ਅੰਮ੍ਰਿਤ ਦੇ ਛਿੱਟੇ ਡਿਗੇ ਸੀ। ਤੇ ਭਾਵੇਂ ਕੇਦਾਰਨਾਥ ਇੱਕ ਜਗ੍ਹਾ ਹੈ, ਤੇ ਉੱਥੇ ਜਾ ਕੇ ਜਿਹੜਾ ਕਾਪੜੀ ਭੇਖ ਹੈ, ਕਾਪੜੀ ਦਾ ਮਤਲਬ ਹੈ ਵੀ ਸਾਰੇ ਸਰੀਰ ਤੇ ਕੱਪੜੇ ਮੜ ਕੇ ਰੱਖਦੇ ਨੇ। ਉਹ ਅੱਖਾਂ ਦੇ ਮੂਹਰੇ ਵੀ ਉਹ ਥੋੜੇ ਜਿਹੇ ਗਵਾਰੇ ਜਲਾਏ ਹੁੰਦੇ ਨੇ, ਉਹਨਾਂ ਦੇ ਅੱਖਾਂ ਵੀ ਨੰਗੀਆਂ ਨਹੀਂ ਹੁੰਦੀਆਂ। ਹੱਥਾਂ ਤੇ ਦਸਤਾਨੇ, ਪੈਰਾਂ 'ਚ ਜਰਾਬਾਂ, ਕੋਈ ਅੰਗ ਨੰਗਾ ਨਹੀਂ ਰੱਖਦੇ। ਤੇ ਦੇਖਣ ਵਾਸਤੇ ਉਹਦੇ 'ਚ ਉਹ ਅੱਖਾਂ ਦੇ ਮੂਹਰੇ ਵੀ ਲਾਇਆ। ਉਹ ਜਾ ਕੇ ਕੇਦਾਰਨਾਥ ਜਾ ਕੇ ਨਹਾ ਕੇ ਆਉਂਦੇ ਆ। ਇੱਥੇ ਸ਼ਿਵ ਜੀ ਝੋਟਾ ਬਣਿਆ ਸੀ। ਹੁਣ ਉਹ ਗੱਲ ਦੇ ਵਿੱਚੋਂ ਅੱਗੇ ਗੱਲ ਚਲੀ ਜਾਂਦੀ ਹੈ, ਕੀ ਕਾਰਨ ਹੋਇਆ ਵੀ ਮਹਾਦੇਵ ਸ਼ਿਵ ਜੀ ਨੂੰ ਕਹਿੰਦੇ ਆ ਵੀ ਬੜਾ ਭੋਲਾ ਹੈ। ਕਈ ਕੰਮ ਇਹਦੇ ਕੋਲ ਭੋਲੇਪਣ 'ਚ ਹੁੰਦੇ ਵੀ ਹੈ। ਇੱਕ ਰਾਖਸ਼ ਨੇ ਇਹਦੀ ਉਪਾਸਨਾ ਕੀਤੀ। ਜਦੋਂ ਉਹਦੀ ਤਪੱਸਿਆ ਪੂਰੀ ਹੋ ਗਈ, ਇਹਨੇ ਕਿਹਾ ਬ੍ਰਹਮੂ ਦਾ ਮਤਲਬ ਵੀ ਵਰ ਮੰਗ। ਉਹ ਕਹਿਣ ਲੱਗਿਆ ਜੀ ਮੈਨੂੰ ਵਰ ਇਹ ਦਿਓ ਵੀ ਆ ਕੜਾ ਤੁਹਾਡੇ ਕੋਲ ਕਰਾਮਾਤ ਵਾਲਾ ਹੈ, ਵੀ ਜਿਹਦੇ ਸਿਰ ਤੇ ਮੈਂ ਕੜਾ ਰੱਖ ਕੇ ਕਹਿੰਦਾ ਭਸਮ, ਉਹ ਜਦੇ ਭਸਮ ਹੋ ਜਾਵੇ। ਇਹ ਹੁਣ ਖਿਆਲ ਹੁੰਦੇ ਨੇ ਆਪਣੇ ਆਪਣੇ। ਇੱਕ ਮਹਾਂਪੁਰਸ਼ ਬੜੇ ਕਰਨੀ ਕਮਾਈ ਵਾਲੇ, ਜਿਨ੍ਹਾਂ ਦੇ ਕੋਲ ਇਸ ਤਰ੍ਹਾਂ ਦਾ ਹੈ, ਉਦਾਸੀ ਭੇਖਦੇ ਸੀ। ਬਾਬਾ ਪੂਰਨ ਦਾਸ ਜੀ ਸਿੱਧ ਪੁਰਸ਼ ਸੀ। ਤੇ ਉਹ ਇੱਕ ਦਿਨ ਆਪਣੇ ਸੇਵਕ ਤੇ ਦਿਆਲੂ ਹੋ ਗਏ। ਕਹਿੰਦੇ ਲਿਆ ਤੈਨੂੰ ਕੁਝ ਦੱਸ ਦਈਏ ਵੀ ਤੇ ਇਸ ਤਰ੍ਹਾਂ ਤੂੰ ਭਲਾ ਕਰ ਦਿਆ ਕਰੀ। ਉਹ ਮੂਹਰੇ ਕਹਿੰਦਾ ਜੀ ਜੇ ਬੁਰਾ ਕਰਨਾ ਹੋਵੇ ਉਹ ਵੀ ਦੱਸ ਦਿਓ। ਕਹਿੰਦੇ ਜਾ ਤੈਨੂੰ ਕੁਝ ਨਹੀਂ ਦੱਸਣਾ, ਤੂੰ ਤਾਂ ਹੁਣੇ ਮਨ ਦੇ ਵਿੱਚ ਸੋਚਦਾ ਵੀ ਬੁਰਾ ਕਰਨਾ ਹੋਵੇ। ਤੇ ਹੁਣ ਬੁਰਾਈ ਉਹਦੇ ਮਨ ਦੇ ਵਿੱਚ ਹੈ। ਉਹ ਬੁਰਾਈ ਵਾਲੇ ਹਿਸਾਬ ਦੇ ਵਿੱਚ ਉਹਨੇ ਸ਼ਿਵ ਜੀ ਦੇ ਵਿੱਚੋਂ, ਸ਼ਿਵ ਦੇ ਕੋਲੋਂ ਵਰ ਮੰਗ ਲਿਆ। ਉਹਨੇ ਕੜਾ ਦੇ ਦਿੱਤਾ। ਕਹਿੰਦਾ ਆ ਲੈ ਲੈ। ਕਹਿੰਦਾ ਜੀ ਇਹ ਬਚਨ ਕਰੋ ਵੀ ਜਿਹਦੇ ਸਿਰ ਤੇ ਰੱਖਦੇ ਆ ਭਸਮ ਹੋ ਜਾ। ਕਹਿੰਦੇ ਹੋ ਜਾ ਕਰੂਗਾ, ਮੇਰਾ ਬਚਨ ਰਿਹਾ। ਤੇ ਉਹ ਫਿਰ ਭਸਮੰਗ ਦੈਤ ਵੀ ਨੇ, ਭਸਮਾਸੁਰ ਵੀ ਕਹਿੰਦੇ ਨੇ, 2 ਦੇ ਨਾਮ। ਤੇ ਉਹਦਾ ਮਨ ਚਲਿਆ ਗਿਆ ਪਾਰਵਤੀ ਦੇ ਉੱਤੇ। ਦੇਖੋ ਕੈਸਾ ਮੂਰਖ ਹੈ ਜੀ, ਤੂੰ ਵਰ ਲਿਆ। ਇਹ ਲੋਕ ਨਹੀਂ ਕਿਸੇ ਦੀ ਲਿਹਾਜ਼ ਕਰਦੇ ਜਿਹੜੇ ਵਿਸ਼ਈ ਹੁੰਦੇ ਆ। ਉਹਨੇ ਕਿਹਾ ਸ਼ਿਵ ਜੀ ਨੂੰ ਭਸਮ ਕਰਾਂ। ਉਹ ਲੈ ਕੇ ਜਦੋਂ ਸ਼ਿਵ ਜੀ ਦੇ ਲੱਗਿਆ ਸਿਰ ਦੇ ਉੱਤੇ, ਫਿਰ ਸ਼ਿਵ ਜੀ ਨੱਠ ਲਿਆ ਮੂਹਰੇ ਸ਼ਿਵ ਜੀ ਪਿੱਛੇ। ਉਹ ਪਾਰਵਤੀ ਨੇ ਕਿਹਾ ਕਿੱਥੇ ਕਲੇਸ਼ ਛੇੜਦਾ ਇਹ, ਕਹੇ ਜੇ ਭਗਤ ਨੇ ਦੇ। ਤੇ ਉਹ ਝੋਟਾ ਬਣ ਕੇ ਮੂਹਰੇ ਨੱਠਿਆ। ਝੋਟਾ ਮਾਰ ਕੇ ਜਾ ਕੇ ਨਾ ਉਹ ਸ਼ਕਤੀ ਦੇ ਆਏ ਸੀ, ਪਹਾੜ ਦੇ ਵਿੱਚ ਮਾਰਿਆ, ਜ਼ੋਰ ਦੀ ਟੱਕਰ ਮਾਰੀ, ਆਪਣਾ ਸਿਰ ਉਹਦੇ ਵਿੱਚ ਦੇ ਦਿੱਤਾ ਪਹਾੜ ਦੇ। ਉਹ ਪਿੱਠ ਦੇ ਉੱਤੇ ਕਰੀ ਜਾਂਦਾ ਭਸਮ। ਉਹ ਪਿੱਛੇ ਉਹ ਸਿਰ ਦੇ ਉੱਤੇ ਜਾ ਕੇ ਜੇ ਭਸਮ ਕਹਿਣਾ ਸੀ ਤਾਂ ਭਸਮ ਹੋਣਾ ਸੀ। ਉਹ ਭਸਮ ਨਾ ਹੋਵੇ, ਉਹ ਕੜਾ ਨਾ ਘਸਾਉਣ ਤੋਂ ਹਟੇ। ਤੇ ਪਾਰਵਤੀ ਨੇ ਫਿਰ ਭਗਵਾਨ ਜੀ ਨੂੰ ਚਲੋ ਰਾਧਿਆ ਵੀ ਖੜਾ। ਇਹ ਵੀ ਇੱਥੇ ਵੀ 2 ਤਰ੍ਹਾਂ ਦੀ ਗੱਲ ਹੈ। ਇੱਕ ਤਾਂ ਇਹ ਵੀ ਪਾਰਵਤੀ ਆ ਕੇ ਉਹਨੂੰ ਕਹਿੰਦੀ ਹੈ ਵੀ ਤੂੰ ਇਹ ਤੋਂ ਕੀ ਲੈਣਾ, ਵੀ ਤੂੰ ਇਹਦੇ ਮਗਰ ਕਿਉਂ ਪਿਆ, ਮੈਂ ਤੈਨੂੰ ਵਰ ਲੈਣੀ ਆ। ਉਹ ਕਹਿੰਦਾ ਫਿਰ ਰੌਲਾ ਤਾਂ ਨਹੀਂ ਸੀ, ਮੈਂ ਤਾਂ ਕਿਹਾ ਵੀ ਇਹਦਾ ਕੰਮ ਨਿਬੇੜ ਕੇ ਫਿਰ ਸੌਖਾ ਰਹੂ ਕੰਮ। ਪਰ ਕਹਿੰਦੀ ਮੇਰੀ ਇੱਕ ਸ਼ਰਤ ਹੈ। ਆਖੇ ਕੀ ਸ਼ਰਤ ਹੈ? ਕਹਿੰਦੇ ਵੀ ਮੈਨੂੰ ਦੇਖੋ ਸ਼ਿਵ ਜੀ ਜਿਹੜਾ ਨੱਚਦਾ ਬਹੁਤ ਸੋਹਣਾ, ਇਹ ਨਿਰਤਕਾਰੂ ਡੌਰੂ ਵਜਾ ਕੇ ਮੈਨੂੰ ਬੜਾ ਪਿਆਰਾ ਲੱਗਦਾ, ਮੈਂ ਤਾਂ ਇਹਦੇ ਮਗਰ ਲੱਗੀ ਹੋਈ ਹਾਂ ਵੀ ਜੇ ਤੂੰ ਮੈਨੂੰ ਨੱਚ ਕੇ ਦਿਖਾ ਦੇਵੇਂ, ਜੇ ਤੈਨੂੰ ਨੱਚਣਾ ਆਉਂਦਾ। ਕਹਿੰਦਾ ਨੱਚਣਾ ਤਾਂ ਆਉਂਦਾ ਨਹੀਂ। ਕਹਿੰਦੀ ਸਕਾਲ ਤਾਂ ਮੈਂ ਦਿੰਨੀ ਆ।
ਤੇ ਪਤੀ ਦੀ ਸਹਾਇਤਾ ਕੀਤੀ ਪਾਰਵਤੀ ਨੇ, ਕਹਿੰਦੇ ਸਿਖਾਲ। ਉਹ ਹੁਣ ਜਿਹੜੇ ਹੱਥ 'ਚ ਕੜਾ ਫੜਿਆ ਹੋਇਆ ਸੀ, ਕੰਮ ਤਾਂ ਉਹਦਾ ਨਿਬੇੜਨਾ ਸੀ ਪਾਰਵਤੀ ਨੇ। ਉਹਨੇ ਦੱਸਿਆ ਵੀ ਪੈਰ ਇਸ ਤਰ੍ਹਾਂ ਕਰਨੇ, ਕਹਿੰਦੀ ਵੀ ਹੱਥ ਇਸ ਤਰ੍ਹਾਂ ਤਾਹਾਂ ਚੱਕ। ਜਦੋਂ ਹੱਥ ਐਨ ਸਿਰ ਤੇ ਗਿਆ, ਕਹਿੰਦੀ ਭਸਮ, ਉੱਥੇ ਹੀ ਭਸਮ ਹੋ ਗਿਆ। ਸ਼ਿਵ ਜੀ ਨੂੰ ਕਹਿੰਦੀ ਸਵਾਮੀ ਜੀ ਅੱਗੇ ਨੂੰ ਵਰ ਦੇਖ ਕੇ ਭਰਿਆ ਕਰੋ, ਆਜੋ ਨਿਕਲਿਆ ਬਾਹਰ, ਹੁਣ ਕੰਮ ਨਿਬੜ ਗਿਆ ਹੈ। ਉਹ ਹੁਣ ਤੀਰਥ ਬਣਿਆ ਕੇਦਾਰਨਾਥ। ਤੇ ਉਹ ਕੇਦਾਰਨਾਥ ਇਹ ਜਾਂਦੇ ਆ ਵੀ ਜਿਹੜੇ ਸਮੇਂ ਦੇ ਵਿੱਚ ਜਿਹੜੀ ਥਿਤ ਨੂੰ ਤੇ ਕੇਦਾਰਨਾਥ ਇਹ ਸ਼ਿਵ ਜੀ ਨੇ ਇਹ ਸਾਰੀ ਖੇਡ ਜਿਹੜੀ ਹੋਈ ਸੀ, ਉਹ ਥਿਤ ਨੂੰ ਉੱਥੇ ਪੂਜਾ ਕਰਦੇ ਆ ਜਾ ਕੇ। ਇਹਦਾ ਇੱਥੇ ਹਵਾਲਾ ਦਿੱਤਾ। ਹੁਣ ਇਹ ਗੱਲਾਂ ਸਾਰੀਆਂ ਨਾਲ ਜਿਹੜੀਆਂ ਕੇਦਾਰ ਨਹਾਈ ਹੈ, ਉੱਥੇ ਜਾ ਕੇ ਵੀ ਕੋਈ ਨਹਾ ਲਵੇ। ਇਸ ਤੋਂ ਅੱਗੇ ਹੋਰ ਦੱਸਦੇ ਹਨ, ਗੋਮਤੀ ਸਹਸ ਗਊ ਦਾਨ ਕੀਜੈ। ਜੇ ਕੋਈ ਗੰਗਾ ਤੇ ਗੋਦਾਵਰੀ ਤੀਰਥਾਂ ਉੱਤੇ ਚਲਿਆ ਜਾਵੇ, ਜੇਕਰ ਕੋਈ ਕੁੰਭ ਆਦਿ ਪੁਰਬਾਂ ਤੇ ਇਸ਼ਨਾਨ ਕਰ ਲਵੇ, ਕੇਦਾਰਨਾਥ ਨਹਾਈਏ ਇਸ਼ਨਾਨ ਕਰ ਲਵੇ, ਗੋਮਤੀ ਨਦੀ ਦੇ ਕਿਨਾਰੇ, ਗੋਮਤੀ ਨਦੀ ਹੈ ਜਿੱਥੇ ਹੋਰਨ ਸਹਿਸ ਨਾਮ 1000 ਦਾ 1000 ਗਊਆਂ ਦਾ ਦਾਨ ਕੀਜੈ ਕਰ ਦੇਵੇ। ਐਡਾ ਵੱਡਾ ਦਾਨੀ ਹੋਵੇ। ਕੋਟ ਜੋ ਤੀਰਥ ਕਰੈ ਤਨ ਜੋ ਹਿਵਾਲੀ ਗਾਰੈ। ਕੋਟ ਨਾਮ ਹੈ ਕਰੋੜ ਦਾ, ਵੀ ਕਰੋੜਾਂ ਤੀਰਥ ਦੇ ਉੱਤੇ ਇਸ਼ਨਾਨ ਕਰਿਆ। ਕਿ ਜੀ ਤੀਰਥ ਤਾਂ ਗੁਰਬਾਣੀ 'ਚ 68 ਲਿਖੇ, ਉਹਨੇ ਕਰੋੜ ਕਾਹਤੇ ਕਹਿ ਦਿੱਤਾ ਇੱਥੇ? ਇਹਨੂੰ ਦੋ ਤਰ੍ਹਾਂ ਸਮਝਣਾ। ਇੱਕ ਤਾਂ ਇਹ ਹੈ ਵੀ ਤੀਰਥ ਜਿੰਨੇ ਵੀ ਨਾ, ਇੱਕ ਵਾਰੀ ਇੱਕ ਤੀਰਥ ਹੈ ਕਿ ਕਰੋੜਾਂ ਵਾਰ ਭਾਵੇਂ ਕੋਈ ਨਾ ਤੀਰਥਾਂ ਤੇ ਬੰਦਾ ਜਾ ਕੇ ਜਿਹੜੇ 68 ਤੀਰਥ ਕਰੋੜਾਂ ਵਾਰੀ ਇਸ਼ਨਾਨ ਕਰ ਲਵੇ, 2-4 ਵਾਰੀ ਦੀ ਤਾਂ ਗੱਲ ਇੱਕ ਪਾਸੇ ਰਹੀ। ਇੱਕ ਤਾਂ ਇਹ ਅਰਥ ਹੈ। ਦੂਸਰਾ ਕੋਟ ਜੋ ਤੀਰਥ ਕਰੈ। ਪੁਰਾਣੇ ਸਮੇਂ ਦੇ ਅੰਦਰ 3.5 ਕਰੋੜ ਤੀਰਥ ਜਿਹੜੇ ਨੇ, ਦੇਖੋ ਕਿੰਨੇ ਹੁੰਦੇ, 3.5 ਕਰੋੜ ਗਿਣਤੀ ਹੈ ਇਹਨਾਂ ਦੀ। ਚੱਪੇ ਚੱਪੇ ਤੇ ਤੀਰਥ ਸੀ ਕਿਸੇ ਭਾਰਤ ਵਰਸ਼ ਦੇ ਵਿੱਚ, 3.5 ਕਰੋੜ ਤੀਰਥ ਸੀ ਸੰਸਾਰ ਵਿੱਚ। ਉਸ ਵੇਲੇ ਫਿਰ ਇਹ ਬੇਨਤੀ ਕੀਤੀ ਦੇਵਤਿਆਂ ਨੇ ਵੀ ਇੰਨਾ ਤਾਂ ਜੀ ਮਨੁੱਖ ਜਾਤੀ ਵਾਸਤੇ, ਮਨੁੱਖ ਦੇ ਭਲੇ ਵਾਸਤੇ ਤੀਰਥ ਹੁੰਦੇ ਆ, ਵੀ ਇੰਨਾ ਤਾਂ ਇਸ਼ਨਾਨ ਹੀ ਨਹੀਂ ਕਰ ਸਕੂਗਾ। ਕੀ ਕੀਤਾ ਜਾਏ? ਕਹਿੰਦੇ ਜੀ 360 ਤੀਰਥ, ਇਹ ਉਹਨਾਂ ਦੀ ਸ਼ਕਤੀ 3.5 ਕਰੋੜ ਤੀਰਥਾਂ ਦੀ, ਵੀ ਸਾਰੀ ਸ਼ਕਤੀ ਜਿਹੜੇ ਆ 360 ਤੀਰਥਾਂ 'ਚ ਭਰੀ ਜਾਏ। ਫਿਰ 360 ਤੀਰਥ ਬਣਾ ਦਿੱਤੇ। ਪਾਰਵਤੀ ਕਹਿਣ ਲੱਗੀ ਸ਼ਿਵ ਜੀ ਨੂੰ ਵੀ ਮੈਂ 360 ਤੀਰਥਾਂ ਦੀ ਯਾਤਰਾ ਕਰਨੀ। ਯਾਤਰਾ ਕਰਨ ਲੱਗੀ, ਰਸਤੇ ਹੀ ਥੱਕ ਗਈ। ਕਹਿੰਦੀ ਸਵਾਮੀ ਇੱਕ ਬੇਨਤੀ ਹੈ ਵੀ ਮੇਰਾ ਇਹ ਹਾਲ ਹੈ ਵੀ ਅੱਗੇ ਤਾਂ ਕਲਯੁਗ ਦਾ ਸਮਾਂ ਵੀ ਆਊਗਾ, ਵੀ ਫਿਰ ਇਹਦਾ ਮਤਲਬ ਹੈ ਵੀ ਤੀਰਥਾਂ ਦੇ ਤਾਂ ਫਿਰ ਯਾਤਰਾ ਹੀ ਨਹੀਂ ਹੋ ਸਕਦੀ, 350 ਵੀ ਜ਼ਿਆਦੇ। ਕਹਿੰਦੇ ਕੀ ਚਾਹੁੰਦੀ ਐ? ਕਹਿੰਦੇ ਵੀ ਐਂ ਕਰੋ ਵੀ ਥੋੜੇ ਕਰ ਦਿਓ ਹੋਰ। ਫਿਰ 68 ਤੀਰਥਾਂ ਦੇ ਵਿੱਚ ਉਹਦਾ ਮਹਾਤਮ ਭਰਿਆ 360 ਦਾ। ਇਸ ਕਰਕੇ 68 ਤੀਰਥ ਦੇਵੀ ਥਾਪੇ ਪੁਰਬੀ ਲੱਗਿਆ ਬਾਣੀ। ਗੁਰਬਾਣੀ 'ਚ ਹੈ 68 ਤੀਰਥ ਸਗਲ ਪੁੰਨ ਜੀਤ ਹੈ, ਪਰ ਹੁਣ 68 ਤੀਰਥ ਨੇ, ਤਾਂ ਬਾਰ-ਬਾਰ ਗੱਲ ਆਉਂਦੀ ਹੈ। ਇੱਥੇ ਕੋਟ ਦੀ ਗੱਲ ਤਾਂ ਆਈ ਹੈ, ਕਰੋੜਾਂ ਵਾਰ ਤੀਰਥਾਂ ਇਸ਼ਨਾਨ ਕਰੇ, ਜਾਂ ਜਿਹੜੇ 3.5 ਕਰੋੜ ਮੰਨੇ ਤੀਰਥ, ਇਹਨਾਂ ਤੇ ਵੀ ਕੋਈ ਨਹਾ ਲਵੇ, ਔਖਾ ਹੈ। ਇਹਦੇ ਨਾਲ ਹੀ ਤਨ ਜੋ, ਦੁਆਰੇ ਬੋਲੋ, ਤਨ ਜੋ ਹਿਵਾਲੀ ਗਾਰ, ਆਪਣੀ ਤਨ ਸਰੀਰ ਨੂੰ ਹਿਮਾਲਾ ਜਿਹੜਾ ਸਾਰਾ ਇਹ ਬਰਫਾਨੀ ਪਹਾੜੀ ਹੈ, ਜਿਵੇਂ ਪਾਂਡਵਾਂ ਨੇ ਆਪਣੇ ਆਪ ਨੂੰ ਉੱਥੇ ਜਾ ਕੇ ਗਾਲ ਲਿਆ, ਸਰੀਰਾਂ ਨੂੰ ਸਰੀਰ ਤਿਆਗ ਦਿੱਤੇ, ਕੋਈ ਉੱਥੇ ਜਾ ਕੇ ਸਰੀਰ ਬਰਫ ਵਿੱਚ ਗਾਰੇ ਗਾਲ ਦੇਵੇ, ਇੰਨੀ ਤਪੱਸਿਆ ਕਰਦਾ ਹੋਇਆ ਇਸ ਤਰ੍ਹਾਂ ਵੀ ਕਰ ਲਵੇ। ਰਾਮ ਨਾਮ ਸਰ ਤਉ ਨਾ ਪੂਜੈ, ਉਹ ਗੱਲ ਹੀ ਨਿਬੇੜ ਦਿੱਤੀ। ਰਮੇ ਹੋਏ ਪਰਮੇਸ਼ਰ ਦੇ ਨਾਮ ਦੇ ਸਦਰਸ਼ ਤਾਂ ਵੀ ਕੋਈ ਸਾਧਨ ਪੁੱਜ ਨਹੀਂ ਸਕਦਾ, ਨਾ ਪੂਜੈ। ਇਹ ਉਸ ਤਰ੍ਹਾਂ ਹੀ ਅੱਖਰ ਰੱਖਣੇ ਨੇ ਵੀ ਅਧਿਕ ਸਹਿਤ ਪਾਠ ਹੈ, ਇਹ ਵੀ ਪਿੱਛੇ ਵੀ ਆਇਆ ਸੀ, ਹੁਣ ਫੇਰ ਆਇਆ ਦੁਬਾਰੇ। ਇਸ ਕਰਕੇ ਅੱਗੇ ਹੁਣ ਹੋਰ ਦੱਸਦੇ ਨੇ, ਅਸਦਾਨ ਗਜਦਾਨ ਸੇਜਾ ਨਾਰੀ ਭੂਮ ਦਾਨ। ਹੁਣ ਹੋਰ ਦਾਨਾਂ ਦੀ ਗੱਲ ਕਰਦੇ ਆ। ਕੋਈ ਅਸ ਘੋੜਾ ਦਾਨ ਕਰੇ, ਕੋਈ ਗਜ ਹਾਥੀ ਦਾ ਦਾਨ ਕਰ ਦੇਵੇ, ਕੋਈ ਆਪਣੀ ਸੇਜਾ ਦਾਨ ਕਰੇ। ਜਿਵੇਂ ਸਲੇਮ ਬਾਦਸ਼ਾਹ ਨੇ ਨਾਮਦੇਵ ਨੂੰ ਸੇਜਾ ਦਾਨ ਕਰ ਦਿੱਤਾ, ਤੇ ਨਾਮਦੇਵ ਜੀ ਨੇ ਦੇਖਿਆ ਬੜੀ ਸੁੰਦਰ ਸੇਜਾ, ਰਾਜਿਆਂ ਮਹਾਰਾਜਾ ਦੀ ਸੇਜਾ ਸੀ ਭਾਈ। ਸੇਜਾ ਕੀ ਹੁੰਦੀ ਹੈ? ਜਿਹਦੇ ਵਿੱਚ ਸੌਣ ਦੀ ਸਾਰੀ ਸਮੱਗਰੀ ਇਕੱਠੀ ਹੋਵੇ, ਜਿਹਦੇ ਵਿੱਚ ਮੰਜਾ ਵੀ ਹੋਵੇ, ਬਿਸਤਰਾ, ਜਿਵੇਂ
ਦਰੀ ਹੈ, ਚਾਦਰ ਹੈ, ਤਲਾਈ ਜਾਂ ਸਭ ਕੁਝ ਸਰਾਣਾ ਮੁਕੰਮਲ, ਉਹਨੂੰ ਸੇਜਾ ਕਹਿ ਦਿੰਦੇ। ਜਿਵੇਂ ਪਤੀ ਔਰ ਪਤਨੀ ਦੋਨਾਂ ਨੂੰ ਇਕੱਠਾ ਕਹਿਣਾ ਹੋਵੇ ਤਾਂ ਦੰਪਤੀ ਕਹਿ ਦਿੰਦੇ ਨੇ, ਦੰਪਤੀ ਪਤੀ ਪਤਨੀ ਦੋਨੇ ਕਹੇ ਗਏ। ਸੇਜਾ ਦੇ ਵਿੱਚ ਸਾਰੀ ਸੌਣ ਸਮੱਗਰੀ ਆ ਗਈ। ਨਾਮਦੇਵ ਜੀ ਨੂੰ ਦਾਨ ਕਰ ਦਿੱਤੀ, ਉਹਨੇ ਚੱਕ ਕੇ ਗੋਦਾਵਰੀ ਸਿੱਟਤੀ। ਬਾਦਸ਼ਾਹ ਨੂੰ ਪਤਾ ਲੱਗਿਆ, ਕਹਿੰਦੇ ਜੀ ਬੜੀ ਮਾੜੀ ਗੱਲ ਹੋਈ, ਇੰਨੀ ਕੀਮਤੀ ਸੇਜਾ ਸੀ। ਜਾ ਕੇ ਨਾਮਦੇਵ ਜੀ ਨੂੰ ਕਹਿੰਦੇ ਜੀ ਮੇਰਾ ਸ਼ਹਿਜ਼ਾਦਾ ਜਿਹੜਾ ਹੈ ਅਸਲ ਦੇ ਵਿੱਚ ਗਲਤੀ ਨਾਲ ਮੇਰੇ ਤੋਂ ਉਹ ਦਾਨ ਕਰ ਹੋ ਗਏ ਵੀ ਸੇਜਾ ਮੈਂ ਹੋਰ ਦਾਨ ਕਰ ਦੂੰ, ਉਹ ਮੇਰੀ ਮੋੜ ਦੋ ਬਹਾਨੇ ਨਾਲ। ਕਹਿੰਦੇ ਵੀ ਮੈਂ ਤਾਂ ਗੋਦਾਵਰੀ ਨੂੰ ਸੌਂਪਤੀ ਹੈ, ਜੇ ਤੈਨੂੰ ਚਾਹੀਦੀ ਹੈ ਲੈ ਲੈ। ਤੇ ਪਰਮੇਸ਼ਰ ਨੇ ਐਸੀ ਕਿਰਪਾ ਕੀਤੀ, ਕਹਿੰਦੇ ਬਾਦਸ਼ਾਹ ਉਹ ਜਾਂਦੀਆਂ ਨੇ ਆਪਣੀਆਂ ਕੱਢ ਲੈ, ਸਿਆਣ ਲੈ। ਜਦ ਦੇਖਿਆ ਸੇਜਾ ਹੀ ਸੇਜਾ ਜਾ ਰਹੀਆਂ ਨੇ ਤੇ ਕਹਿਣ ਲੱਗੇ ਜੀ ਬੜੀ ਹੈਰਾਨੀ ਦੀ ਬਾਤ ਹੈ। ਤੇ ਬਾਦਸ਼ਾਹ ਉਹ ਜਦੋਂ ਕੱਢਣ ਲੱਗਿਆ, ਜਿਹੜੀ ਸੇਜਾ ਦਾਨ ਕੀਤੀ ਸੀ ਤੇ ਦਹਿ ਦੁਨੀਆ 70 ਆਖਰ, ਕਹਿੰਦੇ ਵੀ ਬਾਕੀ ਤੇਰੇ ਪੁੰਨ ਦੀਆਂ ਸੀ, ਉਹਦਾ ਤਾਂ ਬਣ ਗਿਆ ਪਾਣੀ, ਜਿਹੜੀ ਉਹਨੇ ਦਾਨ ਕਰੀ ਸੀ ਉਹ ਉਹਦੇ ਹੱਥ ਆਈ ਸੀ। ਤੇ ਇਸ ਤਰ੍ਹਾਂ ਕੋਈ ਸੇਜਾ ਦਾਨ ਜਿਵੇਂ ਬਾਦਸ਼ਾਹ ਨੇ ਕੀਤਾ ਸੀ। ਸੇਜਾ ਇਹਦੇ ਨਾਲ, ਸੇਜਾ ਦੇ ਨਾਲ ਸੇਜਾ ਨਾਰੀ ਭੂਮਦਾਨ ਦੁਬਾਰੇ ਬੋਲੇ ਜੀ। ਸੇਜਾ ਨਾਰੀ ਭੂਮਦਾਨ। ਤੇ ਸੇਜਾ ਦੇ ਨਾਲ ਅਥਵਾ ਇਹ ਵੀ ਹੈ ਸੇਜਾ ਨਾਰੀ ਭਾਵ ਕੋਈ ਸੇਜਾ ਦੇ ਸਮੇਤ ਇਸਤਰੀ ਦਾਨ ਕਰ ਦੇਵੇ, ਭਾਵੇਂ ਕੋਈ ਭੂਮ ਧਰਤੀ ਦਾ ਟੁਕੜਾ ਦਾਨ ਕਰ ਦੇਵੇ। ਸੇਜਾ ਨਾਰੀ ਭੂਮਦਾਨ, ਇਹੋ ਜਿਹਾ ਦਾਨ ਜਿਹੜਾ ਕਰ ਦੇਵੇ। ਐਸੋ ਦਾਨ ਨਿਤ ਨਿਤ ਹੈ ਕੀਜੈ। ਇਹੋ ਜਿਹਾ ਦਾਨ ਨਿਤਾ ਪ੍ਰਤੀ ਹਮੇਸ਼ਾ ਕਰਦਾ ਰਹੇ। ਤੇ ਇਸ ਤਰ੍ਹਾਂ ਦੇ ਦਾਨ ਕੁਰਕਸ਼ੇਤਰੀ ਧਰਤੀ ਦੀ ਜਾ ਕੇ ਰਿਆਸਤੀ ਰਾਜਿਆਂ ਚੋਂ ਵੀ ਕਰਦੇ ਰਹੇ। ਹੋਰਾਂ ਦੀ ਗੱਲ ਛੱਡੋ, ਮਹਾਰਾਜਾ ਰਣਜੀਤ ਸਿੰਘ ਸਾਹਿਬ ਤੇ ਉਹਨਾਂ ਨੇ ਕਿਹਾ ਵੀ ਠੀਕ ਹੈ ਵੀ ਮੈਂ ਬਾਹਮਣਾਂ ਨੂੰ ਨਹੀਂ ਦਾਨ ਕਰੂੰਗਾ, ਇਹ ਵੀ ਮੈਂ ਦਾਨ ਕਰਦਾ ਉਹ ਸਾਰੀਆਂ ਰਾਣੀ, ਜੋ ਜਿੰਦਾ ਰਾਣੀ ਪਿਆਰੀ ਸੀ ਉਹਨੂੰ ਜ਼ਿਆਦਾ। ਉਹਨੇ ਫਿਰ ਗੁਰੂ ਘਰ ਦੇ ਕਰਨੀ ਕਮਾਈ ਵਾਲੇ ਗੁਰਸਿੱਖ ਸੀ, ਭਾਈ ਕੂਮਾ ਸਿੰਘ ਸੀ ਉਹਨਾਂ ਦਾ ਨਾਂ। ਉਹ ਕੂਮਾ ਸਿੰਘ ਨੂੰ ਉਹਨੇ ਬੇਨਤੀ ਕੀਤੀ ਜੀ ਮੈਂ ਸੇਜਾ ਨਾਰੀ ਦਾਨ ਕਰਨਾ ਚਾਹੁੰਦਾ, ਅਰਪੈ ਨਾਰ ਸਿਗਾਰ ਸਮੇਤ। ਤੇ ਇਸ ਪ੍ਰਕਾਰ ਦੇ ਫਿਰ ਉਹ ਕਹਿਣ ਲੱਗੇ ਠੀਕ ਹੈ, ਤੇਰਾ ਜੇ ਸੰਕਲਪ ਹੈ ਕੋਈ ਨਹੀਂ, ਤੂੰ ਪੂਰਾ ਕਰ ਲੈ। ਕਹਿੰਦਾ ਵੀ ਮੈਂ ਜਿੰਦਾ ਰਾਣੀ, ਉਹਦਾ ਫਿਰ ਮੁੱਲ ਪਾਇਆ ਕਰਦੇ ਸੀ, ਦਾਨ ਕਰਕੇ ਅਰਦਾਸ ਕਰਤੀ, ਫਿਰ ਉਹਦਾ ਜਿਹਨੇ ਦਾਨ ਲਿਆ ਉਹਨੇ ਮੁੱਲ ਪਾਉਣਾ ਵੀ ਐਨੇ, ਜਿਹਦੀ ਔਰਤ ਹੈ ਉਹਨੇ ਕਹਿਣਾ ਐਨੇ ਪੈਸੇ ਦੇ ਕੇ ਆਪਣੀ ਔਰਤ ਲੈ ਜਾ, ਵੀ ਮੈਨੂੰ ਪੈਸੇ ਚਾਹੀਦੇ ਨੇ, ਔਰਤ ਨਹੀਂ ਚਾਹੀਦੀ। ਬ੍ਰਾਹਮਣ ਸੰਤੋਖੀ ਹੁੰਦੇ ਸੀ, ਉਹ ਮੰਗਦੀ ਉਹਨਾਂ ਕਿਸੇ ਨਾਮ ਮਾਤਰ। ਜਿੰਦਾ ਰਾਣੀ ਕਹਿਣ ਲੱਗੀ, ਭਾਈ ਕੂਮਾ ਸੁਣ ਕਹਿੰਦੇ ਬਾਬਾ ਜੀ ਹਾਂ ਵੀ ਬਾ, ਕਹਿੰਦੇ ਮੇਰਾ ਮੁੱਲ ਬਹੁਤਾ ਪਾਇਓ। ਕਹਿੰਦੇ ਕਿਉਂ? ਕਹਿੰਦੇ ਇਹੋ ਜਿਹਾ ਦਾਨ ਕਰਨ ਵਾਲਾ ਤੁਹਾਨੂੰ ਜ਼ਿੰਦਗੀ 'ਚ ਮਿਲਣਾ ਨਹੀਂ। ਸ਼ੇਰੇ ਪੰਜਾਬ ਹੈ ਮਹਾਰਾਜਾ ਰਣਜੀਤ ਸਿੰਘ, ਐਡਾ ਵੱਡਾ ਤੁਸੀਂ ਇੰਨਾ ਮੁੱਲ ਪਾਇਓ ਵੀ ਜਿਹੜੇ ਤੁਹਾਡੇ ਭੰਡਾਰੇ ਭਰ ਜਾਣ। ਕਹਿੰਦਾ ਤੇਰਾ ਮੁੱਲ 2 ਕੌਡੀਆਂ ਦੀ ਔਰਤ ਹੈ ਤੂੰ। ਮਹਾਰਾਣੀ ਜਿੰਦਾ ਨੂੰ ਐਂ ਕਿਹਾ ਉਹਨੇ, ਭਾਈ ਕੂਮਾ ਸਿੰਘ ਨੇ। ਮੈਂ ਹੈਰਾਨ ਹਾਂ ਵੀ ਅੱਜ ਦੇ ਜਿਹੜੇ ਧਾਰਮਿਕ ਲੋਕਾਂ ਨੂੰ ਕੀ ਹੋ ਗਿਆ। ਸ਼ੇਰੇ ਪੰਜਾਬ ਦੇ ਸਾਹਮਣੇ ਉਹਦੀ ਔਰਤ ਨੂੰ ਕਹਿੰਦਾ 2 ਕੌਡੀਆਂ ਮੁੱਲ ਨਹੀਂ ਤੇਰਾ। ਇੱਥੇ ਤਾਂ ਨਾਮ ਜਪਣ ਵਾਲਿਆਂ ਦਾ ਮੁੱਲ ਹੈ। ਇਸ ਕਰਕੇ ਤੇਰੇ ਕਹਿਣ ਦੇ ਨਾਲ ਕਹਿੰਦਾ ਮੈਂ ਲਾਲਚੀਆਂ ਦੀ ਕਤਾਰ 'ਚ ਖੜਾ ਹੋ ਜਾ। ਲੋਕੀ ਕਹਿਣ ਕੂਮਾ ਸੋ ਲਾਲਚੀ ਸੀ। ਫਿਰ ਸਾਧ ਸਿੰਘ ਜੀ ਮਹਾਰਾਜ ਨੇ ਹੱਥ ਜੋੜੇ, 20 ਰੁਪਏ ਮੁੱਲ ਪਾਇਆ ਸੀ ਮਹਾਰਾਣੀ ਜਿੰਦਾਂ ਦਾ। 20 ਰੁਪਏ ਲੈ ਕੇ ਫਿਰ ਉਹ ਕਹਿੰਦੇ ਲੈ ਜਾ ਆਪਣੀ ਨੂੰ, ਉਹ ਗੁਰੂ ਦੀ ਗੋਲਕ 'ਚ ਪਾਤੇ ਸੀ ਉਹ ਵੀ। ਸੋ ਇਸ ਪ੍ਰਕਾਰ ਦੇ ਸਾਧ ਸਿੰਘ ਜੀ ਹੈ। ਤੋ ਇਸ ਪ੍ਰਕਾਰ ਕਿਹਾ ਹੈ ਵੀ ਦਿਨ ਇਹ ਭਾਵੇਂ ਐਸੇ ਦਾਨ ਨਿਤਾ ਪ੍ਰਤੀ ਕੋਈ ਕਰਦਾ ਰਹੇ, ਪਰ ਫਿਰ ਵੀ ਐਸੇ ਜਿਹੜੇ ਦਾਨ ਕਰਨ ਵਾਲਾ ਹੈ। ਅੱਗੇ ਦੱਸਦੇ ਹਨ, ਆਤਮ ਜੋ ਨਿਰਮਾਇਲ ਕੀਜੈ। ਜੋ ਜੇਕਰ ਕੋਈ ਆਪਣੀ ਆਤਮ ਨਾਮ ਇੱਥੇ ਸਰੀਰ ਨੂੰ ਕਿਹਾ, ਤੇ ਸਰੀਰ ਨੂੰ ਆਤਮਾ ਕਿਵੇਂ ਕਹਿ ਦਿੱਤਾ? ਕੋਈ ਸ਼ੰਕਾ ਕਰੇ। ਆਤਮਾ ਵੱਖਰੀ ਹੈ, ਸਰੀਰ ਵੱਖਰਾ ਹੈ। ਇਹ 4 ਵਾਕਿਆਂ ਦੇ ਮਤ ਅਨੁਸਾਰ ਕਿਹਾ। ਨਾਮਦੇਵ ਜੀ ਨੇ 4 ਵਾਕਿਆ ਜਿਹੜੇ ਉਹ ਸਰੀਰ ਨੂੰ ਆਤਮਾ ਮੰਨਦੇ। ਤੇ ਜਿਵੇਂ ਨਿਆਇ ਸ਼ਾਸਤਰ ਵਾਲੇ ਉਹ ਆਕਾਸ਼ ਨੂੰ ਸਤ ਮੰਨਦੇ ਹੈ,
ਤੇ ਇੱਕ ਜਿਹੜਾ ਇੱਥੇ ਇਸ ਤਰ੍ਹਾਂ ਦਾ ਵੀ ਮਤ ਚੱਲਿਆ ਵੀ ਉਹਨੇ ਕਿਹਾ ਆਓ ਤੁਹਾਨੂੰ ਰੱਬ ਦੇ ਦਰਸ਼ਨ ਕਰਾਈਏ। ਉਹ ਨਕਲੀ ਨਿਰੰਕਾਰੀ ਇਸ ਤਰ੍ਹਾਂ ਕਰਦੇ, ਇੱਕ ਹੱਥ ਤਾਂ ਚੱਕ ਲੈਣੇ, ਇੱਕ ਥਾਂ ਆਹ ਦੇਖ ਵੀ ਵਿਚਾਲੇ ਕੀ ਹੈ, ਇਹ ਜੀ ਇਹ ਤਾਂ ਕੁਛ ਨਹੀਂ, ਕਹਿੰਦੇ ਇਹੀ ਰੱਬ ਹੈ। ਤੋ ਇਸ ਤਰ੍ਹਾਂ ਦੇ ਇਹ ਜਿਹੜਾ ਤਿੰਨ ਆਤਮਾ ਹੁੰਦੀਆਂ, ਇੱਕ ਦਾ ਨਾਮ ਹੈ ਮਿਥਿਆ ਆਤਮਾ, ਦੂਜੇ ਦਾ ਨਾਮ ਹੈ ਗੌਣ ਆਤਮਾ, ਤੀਸਰੇ ਦਾ ਨਾਮ ਹੈ ਤੀਸਰੇ ਦਾ ਮੁੱਖ ਆਤਮਾ। ਜਿਹੜਾ ਮਿਥਿਆ ਆਤਮਾ ਹੈ ਉਹ ਤਾਂ ਸਾਧ ਸੰਗਤ ਜੀ ਆ ਜਿਹੜਾ ਸਰੀਰ ਹੈ ਨਾ ਮਿਥਿਆ ਤਨ ਕੁਟੰਬ ਸੁਭਾਇਆ। ਗੌਣ ਆਤਮਾ ਸੰਬੰਧੀ ਤੇ ਜਿਹੜਾ ਮੁੱਖ ਆਤਮਾ ਹੈ ਉਹ ਪਰਮਾਤਮਾ ਦੀ ਚੇਤਨ ਅੰਸ਼ ਦੇ ਸਹਿਤ ਸਾਡਾ ਸੂਖਸ਼ਮ ਸਰੀਰ ਹੈ। ਉਹ ਸੂਖਮ ਸਰੀਰ ਦੇ ਜਿਹੜੀ ਚੇਤਨ ਸੱਤਾ ਹੈ ਉਹਨੂੰ ਜੀਵ ਆਤਮਾ ਵੀ ਕਹਿ ਲੈਂਦੇ ਆ ਤੇ ਉਹ ਮੁੱਖ ਆਤਮਾ ਹੈ। ਕਹੋ ਕਬੀਰ ਇਹ ਰਾਮ ਕੀ ਅੰਸ਼, ਰਾਮ ਦਾ ਹੀ ਇੱਕ ਆਪਣਾ ਸਰੂਪ ਹੈ। ਆਤਮਾ ਪ੍ਰਾਤਮਾ ਇੱਕ ਹੋ ਕਰੇ, ਇਸ ਕਰਕੇ ਇੱਥੇ ਪਰ ਸਰੀਰ ਨੂੰ ਆਤਮਾ ਚਾਰ ਵਾਕਿਆਂ ਦੇ ਮਤ ਅਨੁਸਾਰ ਕਿਹਾ ਹੈ। ਤੇ ਆਤਮ ਜੋ ਨਿਰਮੈਲ ਕੀਜੈ, ਸਰੀਰ ਨੂੰ ਨੇਤੀ ਧੋਤੀ ਦੁਆਰਾ ਸਾਧਨਾਂ ਦੁਆਰਾ ਆਂਦਰਾਂ ਨੂੰ ਧੋ ਕੇ ਨਿਰਮੈਲ ਉਜਲ ਕਰ ਲਵੇ, ਸਾਫ਼ ਕਰ ਲਵੇ। ਅਤੇ ਇਹਦੇ ਨਾਲ ਹੀ ਆਪ ਬਰਾਬਰ ਕੰਚਨ ਦੀਜੈ, ਆਪਣੇ ਬਰਾਬਰ ਸਦਰਚ ਤੋਲ ਕੇ ਕੰਚਨ ਸੋਨੇ ਦਾ ਦਾਨ ਕੀਜੈ ਕਰਨਾ ਕਰੇ। ਪਰਮੇਸ਼ਰ ਦੇ ਫਿਰ ਦੱਸਦੇ ਨੇ ਰਾਮ ਨਾਮ ਸਰ ਤਉ ਨਾ ਪੂਜੈ, ਪਰਮੇਸ਼ਰ ਦੇ ਨਾਮ ਦੇ ਸਿਮਰਨ ਦੇ ਬਰਾਬਰ, ਪਰਮਾਤਮਾ ਦੇ ਨਾਮ ਦੇ ਤੁਲ ਕੋਈ ਵੀ ਦਾਨ ਨਹੀਂ ਪੁੱਜ ਸਕਦਾ। ਇਹ ਜਿੰਨੇ ਵੀ ਪਾਠ ਨੇ ਪੂਜਾ, ਇੱਥੇ ਪੂਜਣ ਤੋਂ ਕੋਈ ਵੀ ਨਹੀਂ, ਪੁੱਜਣ ਤੋਂ ਹੀ ਭਾਵ ਹੈ, ਅਧਕ ਇੱਥੇ ਵੀ ਲੱਗਣੀ ਹੈ। ਤੇ ਇਸ ਕਰਕੇ ਕਿਹਾ ਹੈ ਗੁਰੂ ਅਰਜਨ ਦੇਵ ਜੀ ਨੇ ਕੰਚਨਾ ਬਹੁ ਦਤ ਕਰਾ, ਭੂਮ ਦਾਨ ਅਰਪ ਧਰਾ, ਮਨ ਅਨਕ ਸੋਚ ਪਵਿੱਤਰ ਕਰਤ, ਨਾ ਹੀ ਰੇ ਨਾਮ ਤੁਲ ਮਨ ਚਰਨ ਕਮਲ ਲਾਗੇ, ਐਸਾ ਕਿਹਾ ਹੈ। ਇਸ ਕਰਕੇ ਨਾਮ ਦੇ ਤੁਲ ਕੁਛ, ਨਾਮ ਤੁਲ ਕੁਛ ਔਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ। ਨਾਮ ਦੇ ਬਰਾਬਰ ਕੋਈ ਚੀਜ਼ ਨਹੀਂ ਹੈ। ਨਾਮ ਸਰੋਮਣ ਸਰਬ ਮੈਂ, ਮਨਹਿ ਨਾ ਕੀਜੈ ਰੋਸ, ਜਮਹਿ ਨਾ ਦੀਜੈ ਦੋਸ। ਹੇ ਭਾਈ ਆਪਣੇ ਮਨ ਦੇ ਵਿੱਚ ਰੋਸ ਗੁੱਸਾ ਨਾ ਕੀਜੈ ਕਰੀ ਕਿ ਮੈਨੂੰ ਕਿਸੇ ਨੇ ਸ਼ੁਭ ਵਿਚਾਰ ਨਹੀਂ ਦੱਸਿਆ, ਅਤੇ ਜਮਾਂ ਨੂੰ ਦੋਸ਼ ਨਾ ਦੇਈ ਕਿ ਤੁਸੀਂ ਮੈਨੂੰ ਪਕੜਨ ਦੇ ਵਾਸਤੇ ਕਿਉਂ ਆ ਗਏ, ਮੇਰੇ ਗਲ 'ਚ ਸੰਗਲ ਕਿਉਂ ਪਾ ਲਿਆ, ਹੱਥਕੜੀਆਂ ਕਿਉਂ ਲਾ ਲੀਆਂ, ਮੈਨੂੰ ਘਸੀੜ ਕੇ ਕਿਉਂ ਲਿਜਾਣੇ, ਉਹਨਾਂ ਨੂੰ ਦੋਸ਼ ਨਾ ਦੇਈ। ਤੂੰ ਕਰਤੂਤਾਂ ਹੀ ਐਸੀਆਂ ਕਰ ਰਿਹਾ, ਜਮਾਂ ਨੂੰ ਦੋਸ਼ ਨਾ ਦੇਣਾ ਕਰੀ। ਇਸ ਲਈ ਨਿਰਮਲ ਨਿਰਵਾਣ ਪਦ ਚੀਨ ਲੀਜੈ, ਨਿਰਮਲ ਉਜਲ ਨਿਰਵਾਣ ਬੰਧਨਾਂ ਤੋਂ ਰਹਿਤ ਸਰੂਪ, ਐਸਾ ਜਿਹੜਾ ਉਹ ਸਰੂਪ ਰੂਪੀ ਪਦ ਪਦਵੀ ਨੂੰ ਚੀਨ ਜਾਣ ਲੈ, ਜਾਣ ਲੈਣਾ ਕਰ। ਤੇ ਉਜਲ ਤੇ ਬੰਧਨਾਂ ਤੋਂ ਰਹਿਤ ਨਾਮ ਗਿਆਨ ਸਰੂਪ ਪਦਵੀ ਹੈ, ਉਹ ਪਦਵੀ ਨੂੰ ਪ੍ਰਾਪਤ ਕਰ, ਉਸ ਦੁਆਰਾ ਸੱਚ ਸਰੂਪ ਨੂੰ ਜਾਣ, ਚੀਨਾ ਜਾਣ ਲਈ ਜਾਏ, ਜਾਣਨਾ ਕਰ। ਜਸਰਥ ਰਾਏ ਨੰਦ ਰਾਜਾ ਮੇਰਾ ਰਾਮਚੰਦ, ਹੇ ਭਾਈ ਜੋ ਜਸਰਥ ਰਾਏ ਰਾਜੇ ਦਾ ਨੰਦ ਪੁੱਤਰ, ਉਹਨੂੰ ਆਮ ਦਸ਼ਰਥ ਕਹਿੰਦੇ ਆ ਨਾ, ਉਸੇ ਦਾ ਨਾਮ ਜਸਰਥ ਕਿਹਾ ਹੈ। ਜਿਸ ਨੂੰ ਤੂੰ ਲੋਕਾਂ ਤੋਂ ਪੂਜਾ ਕਰਾਉਣ ਦੇ ਲਈ ਉਹਨੂੰ ਕਰਮਕਾਂਡੀ ਨੂੰ ਕਹਿ ਰਹੇ ਨੇ, ਬ੍ਰਾਹਮਣ ਨੂੰ, ਨਾਮਦੇਵ ਜੀ। ਤੇ ਇਹ ਕਹਿੰਦੇ ਕਿ ਮੇਰਾ ਰਾਮਚੰਦਰ ਰਾਜਾ ਰੂਪ ਹੈ, ਮੈਂ ਉਹਦਾ ਉਪਾਸਕ ਹਾਂ, ਉਹਦੀ ਉਪਾਸਨਾ ਕਰਦਾ ਹਾਂ। ਪਰ ਮੈਂ ਨਾਮਾ, ਅੱਗੇ ਦੱਸਦੇ ਹਨ, ਪ੍ਰਣਵੈ ਨਾਮਾ ਤਤ ਰਸ ਅੰਮ੍ਰਿਤ ਪੀਜੈ, ਪਰ ਮੈਂ ਨਾਮਾ ਨਾਮਦੇਵ ਪ੍ਰਣਵੈ ਬੇਨਤੀ ਪੂਰਵਕ ਇਹੋ ਹੀ ਕਹਿਣਾ ਕਿ ਮੈਂ ਤਾਂ ਤਤ ਸਿਧਾਂਤ ਸਾਰੂ ਪਰਮੇਸ਼ਰ ਦਾ ਨਾਮ ਅੰਮ੍ਰਿਤ ਰੂਪੀ ਰਸ ਪੀਜੈ, ਪੀਣਾ ਕੀਤਾ ਹੈ। ਮੇਰਾ ਤਾਂ ਇਹੋ ਹੀ ਰਾਜੇ ਦਸ਼ਰਥ ਦਾ ਪੁੱਤਰ ਰਾਮਚੰਦ ਇਹੋ ਹੀ ਹੈ ਜਿਹੜਾ ਤਤ ਸਿਧਾਂਤ ਹੈ, ਜਿਹੜਾ ਤਤ ਸਰੂਪ ਦੇ ਨਾਮ ਨੂੰ ਅੰਮ੍ਰਿਤ ਰਸ ਨੂੰ ਪੀਣਾ ਕੀਤਾ ਹੈ। ਤੇ ਦੁਬਾਰੇ ਫਿਰ ਬੋਲੇ ਜੀ ਇੱਕ ਵਾਰੀ, ਜਸਰਥ ਰਾਏ ਨੰਦ ਰਾਜਾ ਮੇਰਾ ਰਾਮਚੰਦ, ਜੋ ਪਰਮੇਸ਼ਰ ਜਸ ਨਾਮ ਕੀਰਤਨ ਦਾ, ਭਜਨ ਦਾ, ਜਸ ਕੀਰਤਨ ਭਜਨ ਕਰਨਾ ਹੈ, ਪਰਮੇਸ਼ਰ ਦਾ ਜਿਹੜਾ ਭਜਨ ਕੀਰਤਨ ਕਰਨਾ ਹੈ, ਇਹੋ ਹੀ ਇੱਕ ਰਥ ਹੈ। ਜਸ ਜਮਾ ਰਥ, ਇਹੋ ਇੱਕ ਰਥ ਹੈ। ਭਾਵ ਬਿਰਤੀ ਦੇ ਚ
ਰਸ ਕੀਰਤਨ ਦਾ ਜਿਹੜਾ ਪ੍ਰਵਾਹ ਚੱਲਣਾ ਹੈ, ਤੇ ਇਸ ਪ੍ਰਕਾਰ ਜਿਹੜਾ ਨਾ ਉਹ ਜਿਹੜਾ ਇੱਕ ਰਸ ਪ੍ਰਵਾਹ ਚੱਲਣਾ ਹੈ, ਰਾਏ ਪ੍ਰਕਾਸ਼ ਸਰੂਪ ਪਰਮੇਸ਼ਰ ਦਾ ਬ੍ਰਹਮ ਗਿਆਨ ਰੂਪੀ ਜਿਹੜਾ ਨੰਦ ਨਾਮ ਪੁੱਤਰ ਦਾ ਹੈ, ਬ੍ਰਹਮ ਗਿਆਨ ਰੂਪੀ ਨੰਦ ਪੁੱਤਰ ਹੈ ਜੋ ਸਾਰਿਆਂ ਦਾ ਰਾਜਾ ਪਾਤਸ਼ਾਹ ਰੂਪ, ਉਹ ਮੇਰਾ ਸ਼੍ਰੋਮਣੀ ਹੈ। ਤੇ ਇਸ ਪ੍ਰਕਾਰ ਕਿਹਾ ਹੈ। ਅੱਗੇ ਬੋਲ ਦਿਓ ਜੀ। ਪ੍ਰਣਵੈ ਨਾਮਾ ਤਤ ਰਸ ਅੰਮ੍ਰਿਤ ਪੀਜੈ। ਤੇ ਇਸ ਕਰਕੇ ਮੈਂ ਉਹਨੂੰ ਨਮਸਕਾਰ ਕਰਦਾ। ਉਹ ਮੇਰਾ ਸਮੇਰ ਪਰਬਤ ਵਾਂਗੂ ਅਚਲ ਸਰੂਪ ਸਭਨਾ ਥਾਵਾਂ 'ਚ ਰਾਮ ਰਮਿਆ ਹੋਇਆ ਹੈ। ਚੰਦਰਮਾ ਵਾਂਗ ਸ਼ਾਂਤੀ ਦੇਣ ਵਾਲਾ ਹੈ। ਰਾਮ ਤੇ ਚੰਦ ਦੇ ਇਹ ਅੱਖਰ ਵੱਖਰੇ ਵੱਖਰੇ ਇਹਨਾਂ ਦਾ ਅਰਥ ਹੈ। ਤੇ ਮੈਂ ਉਸ ਨੂੰ ਪਰਮੜਾ ਨਮਸਕਾਰ ਕਰਦਾ ਹਾਂ। ਰਾਮ ਸਾਰੇ ਰਮਿਆ ਹੋਇਆ, ਚੰਦ ਦੀ ਤਰ੍ਹਾਂ ਸ਼ਾਂਤੀ ਦਿੰਦਾ ਹੈ। ਨਾਮਾ ਨਾਮਦੇਵ ਜੀ ਕਥਨ ਕਰਦੇ ਆ, ਮੈਂ ਉਸ ਪਰਮੇਸ਼ਰ ਦੇ ਤਤ ਅਸਲੀ ਸਰੂਪਾਨੰਦ ਰੂਪੀ ਅੰਮ੍ਰਿਤ ਰਸ ਨੂੰ ਪੀਣਾ ਕਰਦਾ ਹਾਂ, ਤੂੰ ਵੀ ਪੀਣਾ ਕਰ। ਇਹ ਉਹਨੂੰ ਸਿੱਖਿਆ ਦਿੱਤੀ ਸੀ। ਰਾਮ ਕਲੀ ਬਾਣੀ ਰਵਿਦਾਸ ਜੀ ਕੀ। ਅੱਗੇ ਹੁਣ ਭਗਤ ਰਵਿਦਾਸ ਜੀ ਦੇ ਬਾਣੀ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਰਾਮਕਲੀ ਰਾਗਣੀ ਦੇ ਅੰਦਰ ਭਗਤ ਰਵਿਦਾਸ ਜੀ ਦੀ ਬਾਣੀ ਭਾਈ ਗੁਰਦਾਸ ਜੀ ਪਾਸੋਂ ਲਿਖਵਾ ਰਹੇ ਆ। ਤੇ ਪਹਿਲਾਂ ਮੰਗਲ ਕਰਦੇ ਕਹਿੰਦੇ ਹਨ, ਲਿਖਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਅਦੁੱਤੀ ਓੰਕਾਰ ਸਰਬ ਕਾ ਪ੍ਰਕਾਸ਼ ਸਤਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ। ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਤੇ ਇਉਂ ਭਗਤ ਰਵਿਦਾਸ ਜੀ ਦੇ ਪਾਸ ਇੱਕ ਪ੍ਰੇਮੀ ਜੋ ਕੁਝ ਉਹਨੇ ਆ ਕੇ ਕਿਹਾ, ਉਹ ਭਗਤ ਜੀ ਨੇ ਆਪਣੀ ਬਾਣੀ ਚ ਅੰਕਿਤ ਕਰਕੇ ਫਿਰ ਆਪ ਹੀ ਉੱਤਰ ਦਿੱਤੇ ਹੈ। ਉਹਦੇ ਪ੍ਰਸ਼ਨ ਵੀ ਆਪ ਹੀ ਉਚਾਰਨ ਕਰ ਲਏ, ਜਿਹੜੇ ਉਹਨੇ ਵਾਰਤਕ ਪ੍ਰਸ਼ਨ ਕੀਤੇ ਸੀ ਉੱਤਰ ਵੀ ਆਪ ਹੀ ਦਿੱਤੇ ਹੈ। ਸੋ ਇਸ ਪ੍ਰਕਾਰ ਫਿਰ ਇਹ ਸ਼ਬਦ ਸ਼ੁਰੂ ਹੋਇਆ। ਪੜੀਐ ਗੁਣੀਐ ਨਾਮ ਸਭ ਸੁਣੀਐ। ਇੱਥੋਂ ਸ਼ਬਦ ਸ਼ੁਰੂ ਹੁੰਦਾ ਹੈ, ਪਰ ਅਰਥ ਜਿਹੜੇ ਨੇ ਦੇਵ ਸੰਸੈ ਗਾਂਠ ਨਾ ਛੂਟੈ, ਅਰਥ ਇੱਥੋਂ ਸ਼ੁਰੂ ਹੋਏਗਾ। ਇਹ ਬੋਲ ਲੋ ਜੀ। ਦੇਵ ਸੰਸੈ ਗਾਂਠ ਨਾ ਛੂਟੈ। ਹੇ ਦੇਵ ਪੂਜਨੀਕ ਭਗਤ ਜੀ, ਇਹ ਜਗਿਆਸੂ ਕਹਿੰਦਾ ਹੈ ਕਿ ਸੰਸਿਆਂ ਦੀ ਗਾਂਠ ਗੰਢ ਜਿਹੜੀ ਹੈ ਉਹ ਬੱਝੀ ਪਈ ਆ, ਅੰਦਰ ਛੁੱਟਦੀ ਨਹੀਂ। ਹਿਰਦੇ ਗ੍ਰੰਥੀ ਹੈ, ਚਿਤਜਰ ਗ੍ਰੰਥੀ ਹੈ, ਇਹ ਇਕਾਗਰ ਨਹੀਂ ਮਾਨ ਹੁੰਦਾ ਹੈ। ਤੇ ਇਸ ਕਰਕੇ ਫਿਰ ਹੁਣ ਸ਼ੁਰੂ ਤੇ ਬੋਲੋ ਜੀ। ਪੜੀਐ ਗੁਣੀਐ ਨਾਮ ਸਭ ਸੁਣੀਐ। ਸ਼ਾਸਤਰਾਂ ਨੂੰ ਪੜੀਏ, ਪੜੀ ਦਾ ਵੀ ਹੈ, ਅਰਥਾਂ ਨੂੰ ਗੁਣੀਐ, ਵਿਚਾਰੀ ਦਾ ਵੀ ਹੈ। ਤੇ ਫਿਰ ਪਰਮੇਸ਼ਰ ਦੇ ਸਹੰਸਰ ਨਾਮੇ ਆਦ ਨਾਮ ਵੀ ਬਹੁਤ ਸਾਰੇ ਸੁਣੀ ਦੇ ਨੇ, ਪਰ ਅਨੁਭਵ ਭਾਵ ਨਾ ਦਰਸੈ। ਅਨੁਭਵ ਸੁਤੇ ਗਿਆਨ ਸਰੂਪ ਦੇ ਭਾਵ ਪ੍ਰਕਾਸ਼ ਦਾ ਦਰਸ਼ਨ ਨਹੀਂ ਹੁੰਦਾ। ਅਨੁਭਵ ਡਰ ਤੋਂ ਰਹਿਤ ਸਰੂਪ ਦੇ ਅਪਰੋਖ ਗਿਆਨ ਰੂਪੀ ਪ੍ਰਕਾਸ਼ ਦਾ ਦਰਸ਼ਨ ਨਹੀਂ ਹੁੰਦਾ। ਅਨੁਭਵ ਸਰੂਪ ਪਰਮੇਸ਼ਰ ਵਿੱਚ ਜੀਵਾਂ ਦਾ ਭਾਵ ਪ੍ਰੇਮ ਨਹੀਂ ਦੇਖੀਦਾ। ਅਗਲੀ ਪੰਕਤੀ ਹੁਣ ਉੱਤਰ ਦਿੰਦੇ ਹਨ ਭਗਤ ਰਵਿਦਾਸ ਜੀ, ਕਿਉਂਕਿ ਜਿਹੜੇ ਪ੍ਰਸ਼ਨ ਕੀਤੇ ਸੀ ਉਹ ਕਹਿਣ ਪਹਿਲਾਂ, ਹੁਣ ਭਗਤ ਜੀ ਉੱਤਰ ਦਿੰਦੇ ਹਨ ਜੀ। ਲੋਹਾ ਕੰਚਨ ਹਿਰਨ ਹੋਏ ਕੈਸੇ। ਹੇ ਭਾਈ, ਲੋਹਾ ਜਿਹੜਾ ਹੈ ਉਹ ਕੰਚਨ ਹਿਰਨ ਕਿਸ ਤਰ੍ਹਾਂ ਹੋਵੇ। ਭਾਵ ਕੀ ਹੈ, ਹਿਰਨ ਨਾਮ, ਕੰਚਨ ਨਾਮ ਵੀ ਸੋਨੇ ਦਾ, ਹਿਰਨ ਨਾਮ ਵੀ ਸੋਨੇ ਦਾ। ਕੰਚਨ ਹਿਰਨ ਹੋਏ ਕੈਸੇ, ਕਿਸ ਪ੍ਰਕਾਰ ਉਹ ਸੋਨਾ ਬਣੇ। ਕੰਚਨ ਸੋਨਾ ਤੇ ਹਿਰਨ ਹੋ ਗਿਆ ਜਿਹੜਾ 12 ਬੰਨੀ ਦਾ ਸੋਨਾ। ਵੀ ਸੋਨਾ ਜਿਹੜਾ 12 ਬੰਨੀ ਦਾ ਸੋਨਾ, ਲੋਹਾ ਕਿਵੇਂ ਹੋਵੇ। ਕਿਉਂਕਿ ਜੋ ਪਾਰਸ ਹੈ ਨਾ ਪਰਸੈ। ਜਿੰਨੀ ਦੇਰ ਤੱਕ ਲੋਹੇ ਨੇ ਪਾਰਸ ਨੂੰ ਛੋਇਆ ਹੀ ਨਹੀਂ, ਉਹਦਾ ਸੋਨਾ ਕਿਵੇਂ ਬਣ ਜਾਊਗਾ। 12 ਬੰਨੀ ਦਾ ਸੋਨਾ ਕਿਵੇਂ ਬਣ ਜਾਊਗਾ, ਬਣ ਨਹੀਂ ਸਕਦਾ। ਇਸ ਕਰਕੇ ਲੋਹਾ ਕੰਚਨ ਹਿਰਨ ਹੋਏ ਕੈਸੇ। ਇੱਥੇ ਸਾਧ ਸਿੰਘ ਜੀ, ਲੋਹਾ ਜਿਹੜਾ ਹੈ ਵੀ ਉਹ ਕੰਚਨ ਸੋਨਾ ਕਿਵੇਂ ਬਣੇ। ਵਿੱਚ ਆ ਗਿਆ ਹਿਰਨ। ਹਿਰਨ ਜਿਹੜਾ ਹੈ, ਹਿਰਨਾਂ ਦੇ ਵਿੱਚ ਇਸੇ ਜਾਤੀ ਦੀ ਇੱਕ ਹੋਰ ਜਾਤੀ ਹੈ, ਉਹਨੂੰ ਕਹਿੰਦੇ ਨੇ 12 ਸਿੰਘਾ। ਉਹਦੇ 12 ਸਿੰਘ ਹੁੰਦੇ ਨੇ, ਤੇ ਉਹ 12 ਸਿੰਘੇ ਪੂਰੇ 12 ਹੁੰਦੇ ਨੇ। ਕੁਦਰਤ ਨੇ ਬਣਾਈ 12 ਨੂੰ, ਤਾਂ ਉਹਨੂੰ ਫਿਰ 12 ਸਿੰਘਾ ਕਹਿੰਦੇ। ਹੁੰਦਾ ਤਾਂ ਹਿਰਨ ਨਹੀਂ ਆ ਉਹ, ਪਰ ਉਹ ਕਿਸਮ ਹੋ ਗਈ ਕਿਲੇ ਦਾ 12 ਸਿੰਘਾ ਕਹਿੰਦੇ ਇਹਨਾਂ ਨੂੰ। ਬਿਲਕੁਲ ਸ਼ਕਲ ਇਹੀ ਹੈ। ਹੁਣ ਉਥੋਂ ਉਹ ਹਿਰਨ ਕਹਿ ਦਿੱਤਾ ਵੀ ਜਿਵੇਂ ਉਹਦੇ 12 ਸਿੰਘ ਹੁੰਦੇ ਨੇ,
ਜਿਹੜਾ ਸੋਨਾ 12 ਤਾ ਦੇ ਕੇ ਸੁਧ ਕੀਤਾ ਹੋਵੇ ਉਹਨੂੰ ਹਿਰਨ ਤੋਂ ਨਾਲ ਸੋਨੇ ਦੇ ਨਾਲ ਉਹਨੂੰ ਹਿਰਨ ਕਹਿ ਦਿੱਤਾ। ਹਿਰਨ ਦੇ 12 ਸਿੰਘ ਹੁੰਦੇ, ਉਹਦੇ ਬੀਜ ਦੇ 12 ਤਾ ਆਏ ਹੋਣ, ਜਾਣੀ ਨਿਰੋਲ ਸੁੱਧ ਸੋਨਾ। ਸੋਨੇ ਦੇ ਵਿੱਚ ਮਿਲਾਵਟ ਹੋ ਸਕਦੀ ਹੈ। ਕਹਿੰਦਾ ਵੀ ਇਹ ਚੰਗਾ ਬੰਦਾ ਹੈ, ਕਹਿੰਦਾ ਵੀ ਇਹ ਬਹੁਤ ਹੀ ਚੰਗਾ ਬੰਦਾ ਹੈ। ਦੋ ਸ਼ਬਦ ਹੋ ਗਏ। ਇਹ ਮਾੜਾ ਬੰਦਾ, ਇਹ ਬਹੁਤ ਹੀ ਮਾੜਾ ਬੰਦਾ ਹੈ। ਇਸ ਤਰ੍ਹਾਂ ਸੋਨਾ ਹੈ, ਇਹ ਸੁੱਧ ਸੋਨਾ ਹੈ, ਅਰਥ ਇਹੀ ਹੈ ਇਹਦਾ। ਤੋ ਇਸ ਪ੍ਰਕਾਰ ਲੋਹਾ ਕੰਚਨ ਹਿਰਨ ਹੋਏ ਕੈਸੇ, ਲੋਹੇ ਵਤ ਕੀ ਹੈ ਲੋਭੀ ਪੁਰਖ ਦਾ ਚਿੱਤ। ਉਹ 12 ਬੰਨੀ ਦੇ ਸੋਨੇ ਵਤ ਸ਼ੁਭ, 5 ਗਿਆਨ ਇੰਦਰੇ, 5 ਕਰਮ ਇੰਦਰੇ, ਮਨ ਤੇ ਬੁੱਧ, ਇਹ 12 ਇਹਦਾ ਨਿਰੋਧ ਕਰੇ, ਰੋਕਣਾ ਕਰੇ ਵਿਸ਼ੇ ਵਿਕਾਰਾਂ ਵੱਲੋਂ। ਕੈਸੇ ਸੁਧ ਹੋ ਸਕਦਾ ਹੈ? ਜੋ ਪਾਰਸ ਹੈ ਨਾ ਪਰਸ ਹੈ, ਜਦ ਤੱਕ ਗੁਰੂ ਰੂਪੀ ਪਾਰਸ ਨੂੰ ਛੋਇਆ ਹੀ ਨਹੀਂ ਉਨੀ ਦੇਕਰ ਸੁਧ ਨਹੀਂ ਹੋ ਸਕਦਾ ਹੈ। ਇਹ ਭਾਵ ਲਿਆ ਹੈ। ਦੇਵ ਸੰਸੈ ਗਾਂਠ ਨਾ ਛੂਟੈ, ਹੇ ਦੇ ਪੂਜਨੀਕ ਮਹਾਂਪੁਰਖੋ, ਚਿਤਗੜ ਗ੍ਰੰਥੀ ਸੰਸੇ ਗ੍ਰੰਥੀ ਆਦਿ ਸੰਸਿਆਂ ਦੀ ਗੰਢ ਇਹ ਨਹੀਂ ਛੁੱਟੇ ਜੀ। ਇਹ ਉਹਦੇ ਵਿੱਚ ਪ੍ਰਮਾਣ ਸੰਸਾ ਹੈ, ਪ੍ਰਮਾਣ ਵਿਪਰਜਾ ਸੰਸਾ ਹੈ, ਤੇ ਇਤਿਆਦਿਕ ਜਿਹੜੇ ਇਹ ਸੰਸੇ ਨੇ ਤੇ ਇਹ ਕਿਵੇਂ ਛੁੱਟਣ? ਵਿਪਰਜਾ ਸੰਸਾ ਹੈ, ਇਹ ਗੰਢ ਹੈ ਵੀ, ਕਿਵੇਂ ਛੁੱਟੇ? ਕਾਮ ਕ੍ਰੋਧ ਮਾਇਆ ਮਦ ਮਤਸਰ, ਇਹ ਛੁੱਟਦੇ ਨਹੀਂ ਹੈ। ਇਹਨਾਂ ਦੀ ਗੰਢ ਕਿਵੇਂ ਛੁੱਟਦੀ ਹੈ? ਨਾਲ ਹੀ ਕਹਿਤਾ ਕਾਮ ਮੰਦੀ ਵਾਸ਼ਨਾ, ਕ੍ਰੋਧ ਗੁੱਸਾ, ਮਾਇਆ ਦਾ ਮੋਹ, ਮਦ ਹੰਕਾਰ, ਮਤਸਰ ਈਰਖਾ, ਤੇ ਇਹ ਜਿਹੜੇ ਸਾਰੇ ਹਨ ਇਹਨਾਂ ਪੰਚਹ ਮਿਲ ਲੂਟੇ, ਇਹਨਾਂ ਪੰਜਾਂ ਨੇ ਮਿਲ ਕੇ ਸਾਰੇ ਸੰਸਾਰ ਨੂੰ, ਜੀਵਾਂ ਨੂੰ ਲੁੱਟ ਲਿਆ। ਜੀਵਾਂ ਦੇ ਪਾਸੋਂ ਦੈਵੀ ਗੁਣ ਲੁੱਟ ਲਏ ਇਹਨਾਂ ਨੇ, ਛੱਡਿਆ ਨਹੀਂ ਕੋਈ। ਤੇ ਇਸ ਕਰਕੇ ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੂਟੈ ਮਨ ਮੁਖ ਨਹੀਂ ਬੂਝੈ, ਕੋਈ ਨਾ ਸੁਣੇ ਪੁਕਾਰਾ, ਪੁਕਾਰ ਵੀ ਕੋਈ ਨਹੀਂ ਸੁਣਦਾ। ਇਸ ਕਰਕੇ ਇਹ ਜਿਹੜੇ ਨੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹਨਾਂ ਨੇ ਲੁੱਟਿਆ ਇਸ ਘਰ ਨੂੰ। ਇਸ ਕਰਕੇ ਇਹਨਾਂ ਪੰਜਾਂ ਨੇ ਰਹਾਉ ਇਨ ਪੰਚਹ ਮਿਲ ਲੂਟੇ, ਇਹਨਾਂ ਪੰਜਾਂ ਨੇ ਮਿਲ ਕੇ ਜੀਵਾਂ ਨੂੰ ਲੁੱਟਿਆ ਤੇ ਜੀਵਾਂ ਦੇ ਪਾਸੋਂ ਦੈਵੀ ਗੁਣ ਖੋਹ ਲਏ ਨੇ। ਹਾਂਜੀ ਹੁਣ ਬੋਲੋ। ਰਹਾਉ ਸਾਈ ਦੇ ਕੇ ਕਹਿੰਦੇ ਨੇ ਜੀ, ਹਮ ਬੜ ਕਬ ਕੁਲੀਨ ਹਮ ਪੰਡਿਤ, ਜੀਵ ਹਰ ਵਕਤ ਹੰਗਤਾ ਦੇ ਸਹਿਤ ਇਹੋ ਹੀ ਕਹਿੰਦਾ ਹੈ, ਹਮ ਅਸੀਂ ਵੱਡ ਵੱਡੇ, ਕਵ ਕਵੀ ਹਾਂ, ਬਿਆਸ ਵੀ ਕਵੀ ਆ ਸਾਡੇ ਮੂਹਰੇ। ਕਵਿਤਾ ਕੋਈ ਨਹੀਂ ਬਣਾਉਂਦੇ, ਕਵਿਤਾ ਕੋਲੋਂ ਢਗਾਉਂ ਦੇ ਵਿੱਚ ਹੀ ਜਾਣਾ ਹੈ। ਤੇ ਉਹਦੇ ਉੱਤੇ ਐਹੀਆਂ ਜਿਹੀਆਂ ਕਵਿਤਾ ਕੌਣ ਕਹੂਗਾ ਵੇ? ਤੇ ਕਹਿੰਦੇ ਬਨੇਰੇ ਉੱਤੇ ਘੁੱਗੀ ਬੈਠੀ ਆਣ ਕੇ ਮਾਰਿਆ ਗਲੇਲਾ, ਕਹਿੰਦੇ ਸਿੰਨ ਮਾਰ ਕੇ, ਇਸ ਤਰ੍ਹਾਂ ਦੀਆਂ ਕਵਿਤਾ ਬਣਾ ਲਿਆ। ਇਹ ਕੋਈ ਕਵਿਤਾ ਥੋੜੀਆਂ ਢਗਾਉਂਦੇ ਰਚੇ ਹੋਏ। ਤੇ ਇਸ ਪ੍ਰਕਾਰ ਦਾ ਕਹਿੰਦੇ ਅਸੀਂ ਸਾਡੇ ਵਰਗੇ ਕਵੀ ਕੋਈ ਨਹੀਂ ਹੈ, ਅਸੀਂ ਵੱਡੇ ਕਵੀ ਹਾਂ, ਵੇਦ ਵਿਆਸ ਤੋਂ ਵੀ ਵੱਡੇ ਹਾਂ। ਹਮ ਵੱਡ ਕਵ ਕੁਲੀਨ, ਕੁਲੀਨ ਸ੍ਰੇਸ਼ਟ ਕੁਲ ਵਾਲੇ ਹਾਂ, ਚੰਗੀ ਕੁਲ ਵਾਲੇ ਹਾਂ, ਐਸਾ ਹੰਕਾਰ ਹੈ। ਹਮ ਪੰਡਿਤ, ਹਮ ਪੰਡਿਤ, ਅਸੀਂ ਹਮ ਪੰਡਿਤ ਵਿਦਵਾਨ ਹਾਂ, ਪੰਡਾ ਬੁੱਧੀ ਰੱਖਣ ਵਾਲੇ, ਸਾਡਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਹਮ ਜੋਗੀ ਸੰਨਿਆਸੀ, ਹਮ ਅਸੀਂ ਜੋਗੀ ਹਾਂ ਤੇ ਸੰਨਿਆਸੀ ਹਾਂ। ਵਿਸਰਾਮ ਦਾ ਇਸ ਤਰ੍ਹਾਂ ਖਿਆਲ ਰੱਖਣਾ ਭਾਈ। ਹਮ ਵੱਡ ਕਵ ਕੁਲੀਨ ਹਮ ਪੰਡਿਤ, ਪੰਡਿਤ ਤੇ ਵਿਸਰਾਮ ਹੈ, ਇੱਥੇ ਪਕਾਉਣਾ ਸੀ। ਹਮ ਜੋਗੀ ਸੰਨਿਆਸੀ, ਅਸੀਂ ਜੋਗੀਆਂ, ਬਿਰਤੀ ਤਾਂ ਜੁੜੀ ਨਹੀਂ, ਉਹ ਜੋਗੀਆਂ ਕੱਪੜੇ ਪਾ ਕੇ। ਜੋਗ ਨਾ ਪਾਇਆ ਜੁਗਤ ਗਵਾਈ, ਆਸਾਂ ਸੁਣਨੀ ਹੋਈਆ, ਸੁਣ ਜਮਾ ਆਸੀ, ਆਸਾਂ ਸੁਣ ਹੋ ਜਾਣ ਉਹਨੂੰ ਸੰਨਿਆਸੀ ਕਹਿੰਦੇ ਨੇ। ਆਸਾਂ ਸੁਣਨੀ ਹੋਈਆ, ਸੰਨਿਆਸੀ ਬਣੇ ਹੋਏ ਆ। ਇਸ ਪ੍ਰਕਾਰ ਆਪਣੇ ਆਪ ਨੂੰ ਸੰਨਿਆਸੀ ਆਖੇ, ਤਿਆਗੀ ਮੰਨਦਾ ਹੈ ਵੀ ਅਸੀਂ ਬੜੇ ਤਿਆਗੀ ਹਾਂ। ਇਸ ਪ੍ਰਕਾਰ ਇਹ ਜੀਵ ਦਾ ਹਮ ਵੱਡ ਕਵ ਕੁਲੀਨ ਹਮ ਪੰਡਿਤ, ਹਮ ਜੋਗੀ ਸੰਨਿਆਸੀ, ਇਹ ਰਟਲਾਈ ਹੋਈ ਹੈ। ਇਹ ਬਿਰਤੀ ਕਵੀ ਨੇ ਇਸ ਨੂੰ ਜਾ ਨਹੀਂ ਰਹੀ ਹੈ। ਗਿਆਨੀ ਗੁਣੀ ਸੂਰ ਹਮ ਦਾਤੇ, ਅਸੀਂ ਗਿਆਨਵਾਨ ਹਾਂ, ਅਸੀਂ ਗੁਣਵਾਨ ਹਾਂ, ਅਸੀਂ ਵੱਡੇ ਰਾਗ ਜਾਣਦੇ ਹਾਂ। ਇਸ ਕਰਕੇ ਇਹ ਰਾਗ ਦੇ ਗੁਣ ਸਾਡੇ ਕੋਲ, ਅਸੀਂ ਵੱਡੇ ਸੂਰਵੀਰ ਹਾਂ। ਭਾਵੇਂ 250 ਸੁਰਾਂ ਬਾਜੇ ਦੀਆਂ ਆਉਂਦੀਆਂ ਹੁਣ ਤਾਂ ਰਾਗੀ ਬਣ ਜਾਂਦੇ। ਆਪਣੇ ਵਿੱਚ ਤਾਂ ਰਾਗੀ ਹਾਂ ਜੀ, ਕੀਰਤਨ ਕਰਦੇ ਹੁੰਦੇ ਆ। ਰਾਗ ਦਾ ਇਹ ਵੀ ਨਹੀਂ ਪਤਾ ਕਿਹੜੇ ਰਾਗ ਦੇ ਵਿੱਚ ਕਿਹੜੇ ਸਮੇਂ ਦੀ ਕਿਹੜਾ ਰਾਗ ਗਾਇਆ ਜਾਂਦਾ ਹੈ।
ਇਸ ਕਰਕੇ ਗਿਆਨੀ ਗੁਣੀ ਸੂਰ ਹਮਦਾਤੇ। ਅਸੀਂ ਬੜੇ ਸੂਰਮੇ ਆ ਤੇ ਕਦੇ ਜ਼ਿੰਦਗੀ ਦੇ ਵਿੱਚ ਚੂਹੇ ਨਾਲ ਵੀ ਜੰਗ ਨਾ ਕਰਿਆ ਹੋਵੇ ਵੀ ਤੇ ਸੂਰਮਾ ਬਣਿਆ ਫਿਰੇ ਆਪਣੇ ਆਪ ਨੂੰ। ਐਕਣ ਨਹੀਂ ਸੂਰਮਾ ਬਣ ਹੁੰਦਾ। ਗਿਆਨੀ ਗੁਣੀ ਸੂਰ ਹਮਦਾਤੇ। ਫੁੱਟੀਆਂ ਕੌਡੀਆਂ ਦਾਨ ਨਹੀਂ ਕੀਤੀਆਂ। ਕਹੇ ਵੀ ਮੇਰੇ ਵਰਗਾ ਦਾਨੀ ਕੋਈ ਨਹੀਂ ਹੈ, ਮੈਂ ਤਾਂ ਵੱਡਾ ਦਾਨੀ ਹਾਂ, ਇਉਂ ਆਪਣੇ ਆਪ ਨੂੰ ਦਾਨੀ ਮੰਨਦੇ ਹੈ। ਪੰਡਤ ਗੁਣੀ ਸੂਰ ਹਮਦਾਤੇ ਇਹ ਕਹਿ ਵੱਡ ਹਮੀ। ਆਪਣੇ ਆਪ ਨੂੰ ਵੱਡੇ ਕਹਿੰਦੇ ਹਨ। ਇਹ ਬੁੱਧ ਕਬਹਿ ਨਾ ਨਾਸੀ। ਇਹ ਬੁੱਧ ਕਦੇ ਨਾਸ ਨਾ ਹੋਈ। ਆਪਣੇ ਆਪ ਨੂੰ ਹੰਗਤਾ ਦੇ ਸਹਿਤ ਵੱਡਾ ਮੰਨਦਾ ਰਿਹਾ ਹੈ। ਇਹ ਜੀਵਾਂ ਦੇ ਹੰਕਾਰ ਵਾਲੀ ਬੁੱਧੀ ਜਿਹੜੀ ਹੈ ਉਹ ਨਾਸ ਨਹੀਂ ਦੇ, ਇਹ ਨਿਸ਼ਚਾ ਹੈ ਹੰਕਾਰ ਵਾਲਾ। ਕਹੁ ਰਵਿਦਾਸ ਸਭੈ ਨਹੀਂ ਸਮਝਸ। ਭਗਤ ਰਵਿਦਾਸ ਜੀ ਕਥਨ ਕਰਦੇ ਨੇ। ਕਹੋ ਭਗਤ ਰਵਿਦਾਸ ਜੀ ਕਹੋ ਜਣੀ ਕਥਨ ਕਰਦੇ ਹੈ ਕਿ ਇੱਕ ਦੀ ਗੱਲ ਤਾਂ ਕੀ ਦਸੀਏ, ਸਭੇ ਸਾਰੇ ਸਮਝਦੇ ਨਹੀਂ ਹੈ, ਕੋਈ ਨਹੀਂ ਸਮਝਦਾ। ਸਾਰਾ ਸੰਸਾਰ ਇਸ ਤਰ੍ਹਾਂ ਦਾ ਹੋ ਗਿਆ ਹੈ। ਭੂਲ ਪਰੇ ਜੈਸੇ ਬੌਰੇ। ਤੇ ਇਸ ਤਰ੍ਹਾਂ ਬੌਰੇ ਝੱਲੇ ਵਿਅਰਥੀ ਰੌਲਾ ਪਾਉਂਦੇ ਫਿਰਦੇ ਆ, ਭੁੱਲੇ ਹੋਏ ਹਨ, ਆਪਣੇ ਆਤਮਿਕ ਸੱਚ ਸਰੂਪ ਨੂੰ ਭੁੱਲ ਗਏ ਹਨ। ਭਰਮ ਨੇ ਭੁਲਾ ਦਿੱਤੇ ਨੇ। ਇਤਿਆਦਿਕ ਫੇ ਭਰਮ ਦੇ ਭਰਮੇ ਸੁਰ ਨਰ ਦੇਵੀ ਦੇਵਾ, ਭਰਮੇ ਸਿੱਧ ਸਾਧਕ ਮਹਿ ਬੇਵਾ, ਪਰਮ ਪਰਮ ਮਾਨੁਖ ਡਹਿਕਾਏ, ਜਾਤੇ ਮਹਾਦੁਤ ਰਹਿ ਮਾਏ। ਮਾਇਆ ਨੇ ਇਹ ਹਾਲਤ ਕਰ ਦਿੱਤੀ ਹੈ। ਭੂਲ ਪਰੇ ਜੈਸੇ ਬੌਰੇ। ਹਾਂ ਜੀ, ਕਹਿੰਦੇ ਭੁੱਲ ਕਿਵੇਂ ਪੈ ਗਈ ਹੈ? ਜਿਵੇਂ ਬੌਰਾ ਵੱਲਾ ਹੁੰਦਾ ਪਾਗਲ, ਜਿਹਦਾ ਦਿਮਾਗ ਨਾ ਠੀਕ ਹੋਵੇ। ਝੱਲਾ ਪੁਰਸ਼ ਵਿਅਰਥੀ ਰੌਲਾ ਪੈਂਦੇ, ਰੋਣ ਲੱਗੇ ਰੋਈ ਜਾਂਦਾ, ਹਸੀ ਜਾਏ ਹਸੀ ਜਾਂਦਾ, ਤੇ ਆਪਣੇ ਆਪ ਗੱਲਾਂ ਚਾਹੇ ਕੋਈ ਕੋਲ ਇਕੱਲਾ ਹੀ ਗੱਲਾਂ ਕਰੀ ਜਾਂਦਾ। ਇਹ ਕਮਲਿਆਂ ਦਾ ਕੰਮ ਹੁੰਦਾ ਹੈ। ਤੇ ਇਸ ਪ੍ਰਕਾਰ ਜਦੋਂ ਕਮਲ ਛੁੱਟਦਾ ਹੈ ਤੇ ਆਪਣੇ ਮੂੰਹ ਦੇ ਉੱਤੇ ਚਪੇੜਾ ਮਾਰਦੇ ਦੇਖੇ ਗਏ ਹੈ, ਸੁਣੇ ਗਏ ਹੈ। ਤੇ ਇਸ ਤਰ੍ਹਾਂ ਦਾ ਅਹਿਸਾਸ ਜੀ ਕਹਿੰਦੇ ਐ ਭੁੱਲ ਪੈ ਗਈ ਜਿਵੇਂ ਝੱਲਾ ਬੰਦਾ ਹਰਕਤ ਕਰਦਾ ਹੈ, ਐ ਫੇਰ ਝੱਲਾਪਣ ਚੜਿਆ ਹੋਇਆ ਹੈ। ਮੋਹਿ ਆਧਾਰ ਨਾਮ ਨਾਰਾਇਣ। ਮੋਹਿ ਮੈਨੂੰ ਤਾਂ ਕੇਵਲ ਨਾਰਾਇਣ ਪਰਮੇਸ਼ਰ ਦੇ ਹੀ ਨਾਮ ਦਾ ਤੇ ਆਸਰਾ ਹੈ। ਆਧਾਰ ਨਾਮ ਆਸਰੇ ਦਾ ਹੈ। ਇਸ ਕਰਕੇ ਨਾਰਾਇਣ ਜੋ ਪਰਮੇਸ਼ਰ ਹੈ ਤੇ ਉਸ ਦਾ ਹੀ ਆਸਰਾ ਹੈ, ਹੋਰ ਕਿਸੇ ਦਾ ਨਹੀਂ। ਜੀਵਨ ਪ੍ਰਾਨ ਧਨ ਮੋਰੇ। ਮੇਰੀ ਜੀਵਨ ਜ਼ਿੰਦਗੀ ਧਨ ਤੇ ਮੋਰੇ ਮੇਰੇ ਪ੍ਰਾਣ ਨਾਮ ਹੀ ਹਨ। ਐਡਾ ਨਿਸ਼ਚਾ ਦਿਖਾਇਆ ਭਗਤ ਰਵਿਦਾਸ ਜੀ ਨੇ ਨਾਮ ਦੇ ਉੱਤੇ। ਮੇਰੇ ਤਾਂ ਪ੍ਰਾਣ ਵੀ ਉਹੀ ਨੇ, ਮੇਰਾ ਆਸਰਾ ਵੀ ਉਹੀ ਹੈ, ਮੇਰਾ ਧਨ ਵੀ ਉਹੀ ਹੈ। ਹੋਰ ਸੰਸਾਰੀ ਧਨ ਦੀ ਕਦੇ ਇੱਛਾ ਹੀ ਨਹੀਂ ਕੀਤੀ ਰਵਿਦਾਸ ਜੀ ਨੇ। ਰਵਿਦਾਸ ਟਵੰਤਾ ਢੋਰ ਨੀਤਿਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਇਸ ਪ੍ਰਕਾਰ ਐਵੇਂ ਨਹੀਂ ਦਰਸ਼ਨ ਰਵਿਦਾਸ ਜੀ ਨੂੰ ਹੋਏ, ਬਹੁਤ ਵੱਡੇ ਤਿਆਗੀ ਹੋਏ ਹਨ। ਇਸ ਪ੍ਰਕਾਰ ਇੱਥੇ ਸ਼ਬਦ ਇਹ ਸਮਾਪਤ ਕੀਤਾ ਹੈ। ਅੱਗੇ ਹੁਣ ਬੇਣੀ ਜੀ ਦੀ ਬਾਣੀ ਸ਼ੁਰੂ ਹੋਏਗੀ। ਹਾਂਜੀ। ਰਾਮ ਕਲੀ ਬਾਣੀ ਬੇਣੀ ਜੀਓ ਕੀ। ਰਾਮ ਕਲੀ ਰਾਗਣੀ ਦੇ ਅੰਦਰ ਬੇਣੀ ਜੀ ਦਾ ਇਹ ਸ਼ਬਦ ਹੈ ਤੇ ਆਦਰਬੋਧਕ ਸ਼ਬਦ ਦਿੱਤਾ ਹੈ ਜੀਓ ਕੀ। ਉਹਨਾਂ ਦੀ ਬਾਣੀ ਹੈ। ਰਾਮ ਇਹ ਸਾਰਾ ਅੱਖਰ ਭਾਈ ਗੁਰਦਾਸ ਨੂੰ ਕਹਿ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਲਿਖਵਾਏ ਹੋਏ ਨੇ ਤੇ ਮੰਗਲ ਕੀਤਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਅਦੁੱਤੀ ਓੰਕਾਰ ਸਰਬ ਕਾ ਪ੍ਰਕਾਸ਼ ਹੈ, ਸਤਨਾਸ ਤੁਰ ਹੈ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ ਹੈ। ਇਉਂ ਭਗਤ ਬੇਣੀ ਜੀ ਗੁਰਮੁਖ ਬੇਣੀ ਭਗਤ ਕਰ ਜਾਏ ਇਕਾਂਤ ਵਹਿ ਬੁਲਾਵੇ, ਕਰਮ ਕਰੇ ਅਧਿਆਤਮੀ ਹੋਰ ਕਿਸੇ ਨਾ ਅਦ ਲਿਖਾਵੇ। ਘਰ ਆਇਆ ਜਾਂ ਪੁੱਛੀਏ ਤੇ ਜਦੋਂ ਕਿ ਬਹੁਤ ਵੱਡਾ ਵਿਦਵਾਨ ਸੀ, ਪਰ ਵਿਦਵਾਨੀ ਦੇ ਨਾਲ ਭਗਤ ਸੀ ਬਹੁਤ ਵੱਡਾ। ਹੁਣ ਬ੍ਰਾਹਮਣੀ ਇਹਨਾਂ ਦੇ ਬੇਣੀ ਜੀ ਦੇ ਘਰੋਂ ਬੀਬੀ ਕਹਿੰਦੀ ਹੈ ਵੀ ਦੇਖ ਬੱਚੇ ਦਾ ਆਪਾਂ ਨੇ ਸ਼ਗਨ ਕਰਨਾ ਹੈ ਤੇ ਕਾਰਜ ਹੈ ਵੀ ਪਦਾਰਥ ਨਹੀਂ ਹੈ। ਤੇ ਕਹਿੰਦਾ ਮੈਂ ਰਾਜੇ ਨੂੰ ਕਥਾ ਸੁਣਾਉਣਾ ਹੁੰਨਾ ਤੇ ਉਹ ਕੋਈ ਗੱਲ ਨਹੀਂ ਹੈਗੀ, ਜਿੰਨਾ ਪਦਾਰਥ ਹੋਊਗਾ ਆਪਾਂ ਨੂੰ ਮਿਲ ਜਾਣਾ। ਮੰਗਦਾ ਹੈ ਨਹੀਂ ਸੀ ਕੁਛ। ਤੇ ਭਗਵਾਨ ਜੀ ਨੇ ਜਦੋਂ ਦੇਖਿਆ ਨਾ ਫਿਰ ਵੀ ਇਹ ਮੰਗਣਾ ਨਹੀਂ ਹੈ, ਮੇਰੇ ਭਗਤ ਨੂੰ ਨਾ ਮੰਗਣ ਵਾਲਿਆਂ ਤੇ ਤਾਂ ਮਗਨ ਮਗ ਫਿਰਦਾ ਹੈ। ਅਚਰਜ ਕੀ ਕੀਤਾ ਤੇ ਫਿਰ ਰਾਜੇ ਦਾ ਰੂਪ ਧਾਰਨ ਕਰਕੇ ਆ ਗਏ ਭਗਵਾਨ ਜੀ। ਜਦੋਂ ਇੱਕ ਅੱਧਾ ਦਿਨ ਹੀ ਰਹਿੰਦਾ ਸੀ ਗੱਲ ਚਲੇ, ਰਸਤਾਂ ਦੇ ਗੱਡੇ ਲਿਆ ਕੇ
ਭਗਤ ਜੀ ਦੇ ਘਰ ਵਾਲੀ ਨੂੰ ਕਹਿਣ ਲੱਗੇ, ਭਗਤਣੀ ਨੂੰ, ਕਹਿੰਦੇ ਵੀ ਆਹ ਸਾਰਾ ਜਿਹੜਾ ਨਾ ਭਗਤ ਜੀ ਨੇ ਅਜੇ ਕਥਾ ਦਾ ਮੱਧ ਹੀ ਹੋਇਆ। ਇਹ ਕਥਾ ਇੰਨੀ ਸੁੰਦਰ ਕਰਦੇ ਆ ਵੀ ਇਹ ਤਾਂ ਮੱਧ ਦੀ ਉਹ ਰਸਤਾ ਹੈ ਜਿਹੜੀ ਲਿਆਂਦੀ। ਇੰਨਾ ਸਮਾਨ ਲੈ ਆਂਦਾ ਜਿਹੜਾ 7 ਵਿਆਹਾਂ ਦੇ ਵਿੱਚ ਵੀ ਸਮਝ ਲਓ ਵੀ ਨਾ ਮੁੱਕੇ, ਕੋਠੇ ਭਰ ਕੇ ਰੱਖ ਦਿੱਤੇ। ਤੇ ਉਹ ਸਾਧ ਸਿੰਘ ਜੀ, ਭਗਵਾਨ ਜੀ ਕੀ ਕਹਿੰਦੇ ਸੀ, ਰੂਪ ਧਾਰਨ ਕੀਤਾ ਹੋਇਆ ਸੀ ਵੀ ਇਹਨਾਂ ਦੀ ਕਥਾ ਮੈਨੂੰ ਬੜੀ ਪਸੰਦ ਹੈ। ਉਹ ਪਰਮਾਤਮਾ ਨੂੰ ਇਹ ਕਥਾ ਸੁਣਾਉਂਦੇ ਸੀ, ਉਹ ਰਾਜਾ ਰੂ ਪਰਮਾਤਮਾ ਨੂੰ ਹੀ ਮੰਨਦੇ ਸੀ। ਇਸ ਕਰਕੇ ਸਾਧ ਸਿੰਘ ਜੀ ਉਹ ਬੇਣੀ ਜੀ ਹਨ, ਪਰਮੇਸ਼ਰ ਦੇ ਵਿੱਚ ਲਿਵ ਲੱਗੀ ਰਹਿੰਦੀ ਸੀ, ਬੰਦਗੀ ਕਰਦੇ ਰਹਿੰਦੇ, ਯੋਗ ਅਭਿਆਸ ਦੁਆਰਾ 10 ਦੁਆਰ ਵਿੱਚ ਸੁਰਤੀ ਨੂੰ ਟਿਕਾਉਣ ਵਾਲੇ ਸੀ ਭਗਤ ਬੇਣੀ ਜੀ ਨੇ। ਤੇ ਉਹਨਾਂ ਦੇ ਕੋਲ ਸਾਧ ਸਿੰਘ ਜੀ ਹੋਰ ਵੀ ਸਾਧਨਾ ਪੁੱਛਣ ਕਰਨ ਵਾਲੇ ਆਉਂਦੇ ਸੀ। ਤੇ ਆਪ ਜੀ ਨੇ ਯੋਗਾ ਅਭਿਆਸ ਦੁਆਰਾ 10 ਦੁਆਰੇ ਸੁਰਤੀ ਨੂੰ ਟਿਕਾਉਣ ਦਾ ਸਾਧਨ ਸਿੱਖਿਆ ਹੋਇਆ ਸੀ। ਭਗਤ ਬੇਣੀ ਜੀ ਨੇ ਯੋਗਾ ਅਭਿਆਸ ਦੁਆਰਾ 10 ਦੁਆਰੇ ਚੇਤਨ ਦੀ ਲਾਟ ਦੇ ਦਰਸ਼ਨ ਕੀਤੇ ਸਨ। ਉਹ ਪ੍ਰਸੰਗ ਜਿਹੜਾ ਉਹਨਾਂ ਦੇ ਦਰਸ਼ਨ ਆਪ ਕੀਤੇ ਸੀ, 10 ਦੁਆਰ ਪਹੁੰਚੇ ਹੋਏ ਸੀ, ਉਹ ਦੇਖੀ ਹੋਈ ਗੱਲ ਜਿਹੜੀ ਹੈ ਉਸ ਨੂੰ ਅਜਮੈਸ਼ ਵਿੱਚ ਆਈ ਹੋਈ ਗੱਲ ਨੂੰ ਵਰਣਨ ਕਰਦੇ ਹੈ। ਇਹ ਉਹਨਾਂ ਦੀ ਆਪਣੀ ਜ਼ਿੰਦਗੀ ਹੈ। ਤੇ ਕੁਝ ਕਥਨੀ ਕਰਨ ਵਾਲੇ ਐਸੇ ਹੁੰਦੇ ਨੇ, ਕਵੀ ਐਸੇ ਹੁੰਦੇ ਨੇ ਜਿਨ੍ਹਾਂ ਦੀ ਉਹਨਾਂ ਦੀ ਜ਼ਿੰਦਗੀ ਨਹੀਂ ਹੁੰਦੀ, ਜ਼ਿੰਦਗੀ ਕਿਸੇ ਹੋਰ ਦੀ ਹੁੰਦੀ ਹੈ ਤੇ ਬਿਆਨ ਉਹ ਕਰਦੇ ਹੁੰਦੇ ਆ ਅੱਖਰ ਜੋੜ ਕੇ। ਇਹ ਉਹ ਬਿਆਨ ਕੀਤਾ ਜਿਹੜੀ ਆਪਣੀ ਅਵਸਥਾ ਹੈ, ਯੋਗ ਦੀ ਯੋਗ ਕਿਰਿਆ ਜਿਹਦੇ ਵਿੱਚ ਉਹਨਾਂ ਨੇ ਸਾਧਨਾਂ 'ਚ ਸਫਲਤਾ ਪ੍ਰਾਪਤ ਕੀਤੀ। ਹੁਣ ਉਹ ਯੋਗ ਸਾਧਨ ਦੱਸਣਗੇ। ਇਹਦੇ 'ਚ ਸਹਿਜ ਯੋਗ ਵੀ ਆਏਗਾ, ਅੱਗੇ ਚੱਲ ਕੇ ਦੂਜੇ ਅਰਥ 'ਚ ਆਏਗਾ। ਹੁਣ ਪਹਿਲਾਂ ਹਠ ਯੋਗ ਦੀ ਪ੍ਰਕਿਰਿਆ ਦੱਸਦੇ ਹਨ। ਏੜਾ ਪਿੰਗੁਲਾ ਔਰ ਸੁਖਮਨਾ। ਤੇ ਇਹ ਸਾਧ ਸੁਣੀ, ਕਿਉਂਕਿ ਬੇਣੀ ਕੋ ਗੁਰ ਕੀਓ ਪ੍ਰਗਾਸ, ਬੇਣੀ ਨੂੰ ਚਾਨਣਾ ਕਰ ਦਿੱਤਾ ਬ੍ਰਹਮ ਗਿਆਨ ਦਾ ਗੁਰੂ ਨੇ ਕਿਰਪਾ ਕਰਕੇ। ਉਹਨਾਂ ਨੇ ਫਿਰ ਜਿਹੜਾ ਚਾਨਣਾ ਹੋਇਆ ਕੀ ਸੀ, ਏੜਾ ਪਿੰਗੁਲਾ ਔਰ ਸੁਖਮਨਾ, ਚੰਦਰਮਾ ਦੀ ਏੜਾ ਖੱਬੀ ਸੁਰ, ਇਹਦੇ ਦੁਆਰਾ ਪ੍ਰਾਣਾਂ ਨੂੰ ਉਤਾਰਨਾ, ਸੂਰਜ ਦੀ ਪਿੰਗਲਾ ਸੱਜੀ ਸੁਰ ਦੁਆਰਾ ਪ੍ਰਾਣਾਂ ਨੂੰ ਚੜਾਉਣਾ, ਔਰ ਅਤੇ ਸੁਖਮਨਾ ਨਾੜੀ ਦੁਆਰਾ ਪ੍ਰਾਣਾਂ ਨੂੰ ਠਹਿਰਾਉਣਾ। ਰੇਜਕ ਪੂਰਕ ਕੁੰਭਕ ਆਦਿ ਕਿਰਿਆ ਇਹ ਜਿਹੜੀ ਦੱਸਦੇ ਹਨ। 3 ਵਸਹਿ 128। ਇਹ ਤਿੰਨੇ ਈੜਾ ਪਿੰਗਲਾ ਤੇ ਸੁਖਮਨਾ 10 ਦੁਆਰ ਰੂਪੀ ਸਥਾਨ ਵਿੱਚ ਤ੍ਰਿਕੁਟੀ ਦੇ ਅੰਦਰ 128 ਥਾਂ ਹੀ ਵਸਦੀਆਂ ਹਨ। ਬੇਣੀ ਸੰਗਮ ਤਹ ਪਿਰਾਗ। ਜਿੱਥੇ ਈੜਾ ਪਿੰਗਲਾ ਸੁਖਮਨਾ ਰੂਪ, ਇਹ ਜਿਹੜੀ ਹੈ ਗੰਗਾ ਜਮਨਾ ਸਰਸਵਤੀ, ਤੇ ਇਹਨਾਂ ਦਾ ਬੇਣੀ ਤ੍ਰਿਵੇਣੀ ਦਾ ਸੰਗਮ ਮਿਲਾਪ ਹੁੰਦਾ ਹੈ। ਤਹ ਪਿਰਾਗ, ਉਹਨੂੰ ਪਿਰਾਗ ਕਿਹਾ ਜਾਂਦਾ ਹੈ। ਤੇ ਤਹ ਉੱਥੇ 10 ਦੁਆਰ ਵਿੱਚ ਤ੍ਰਿਕੁਟੀ, ਉਹਦੇ ਚ ਮਾਨੋ ਪਿਰਾਗਰਾਜ ਤੀਰਥ ਬਣਿਆ ਹੋਇਆ ਹੈ। ਤੇ ਇਸ ਕਰਕੇ ਅੱਗੇ ਦੱਸਦੇ ਹਨ, ਮਨ ਮੱਜਨ ਕਰੇ ਤਿਥਾਈ। ਤਿਥਾਈ ਉੱਥੇ ਯੋਗਾ ਅਭਿਆਸ ਕਰਨ ਵਾਲਾ ਮਨ ਯੋਗਾਨੰਦ ਰੂਪੀ ਰਸ ਦੇ ਵਿੱਚ ਮੱਜਨ, ਇਹਨੂੰ ਮਜਨ ਨਹੀਂ ਕਹਿਣਾ, ਮੱਜਨ ਕਸ ਕੇ ਬੋਲਣਾ। ਤੇ ਪੁਰਬ ਦਾ ਇਸ਼ਨਾਨ ਕਰੇ ਕਰਦਾ ਹੈ। ਸੰਤੋਹ ਤਾਹ ਨਿਰੰਜਨ ਰਾਮ ਹੈ। ਇਹ ਯੋਗਾ ਅਭਿਆਸ ਦੀ ਇੱਛਾ ਕਰਨ ਵਾਲੇ ਅਧਿਕਾਰੀ ਸੰਤੋ ਮਹਾਪੁਰਸ਼ੋ, ਉੱਥੇ 10 ਦੁਆਰ ਵਿੱਚ ਨਿਰੰਜਨ ਸੁੱਧ ਸਰੂਪ ਰਾਮ ਪਰਮੇਸ਼ਰ ਦੀ ਚੇਤਨ ਰੂਪੀ ਲਾਟ, ਉਹ ਚੇਤਨ ਦੀ ਲਾਟ ਹੈ। ਉੱਥੇ ਪ੍ਰਕਾਸ਼ ਰਹੀ ਹੈ 10 ਦੁਆਰ ਦੇ ਵਿੱਚ। ਗੁਰ ਗਮ ਕੀਨੈ ਬਿਰਲਾ ਕੋਇ। ਪਰ ਕੋਈ ਜੋਗੀ ਜਿਹੜਾ ਤੇ ਗੁਰੂ ਜੋਗੀ ਦੀ ਸ਼ਰਨ ਵਿੱਚ ਗਮ ਪਹੁੰਚ ਕੇ ਗੁਰੂ ਜੋਗੀ ਦੀ ਬਖਸ਼ੀ ਗਮਤਾ, ਕੋਈ ਬਿਰਲਾ ਟਾਵਾਂ ਪੁਰਖੀ ਹੈ 10 ਦੁਆਰ ਦੇ ਯੋਗਾਨੰਦ ਨੂੰ ਚੀਨੇ ਜਾਣਦਾ ਹੈ, ਬਿਰਲਾ ਜਾਣਦਾ ਹੈ। ਤੇ ਉੱਥੇ ਫਿਰ ਉਹਦਾ ਇਸ਼ਨਾਨ ਕੀ ਹੈ, ਉਹਦਾ ਇਸ਼ਨਾਨ ਸਾਧ ਸੰਜੀ ਫਿਰ ਅੰਤਰੀਵ ਇਸ਼ਨਾਨ ਹੈ ਇਹ। ਤੇ ਐਸਾ ਕੋਈ ਬਿਰਲਾ ਹੈ ਜਿਹੜਾ ਜਿਹਦੀ ਉੱਥੇ ਗਮਤਾ ਹੋ ਜਾਵੇ। ਮਹਾਂਪੁਰਖਾਂ ਦੀ ਅਗਰ ਬ੍ਰਹਮ ਗਿਆਨੀ ਦੀ ਕਿਤੇ ਦ੍ਰਿਸ਼ਟੀ ਹੋ ਜਾਏ ਤੇ ਹੈਰਾਨੀ ਵਾਲੀ ਬਾਤ ਹੈ, ਸਚਾਈ ਦੇ ਆਧਾਰ ਤੇ ਹੈ। ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ, ਇਹ ਮਹਾਂਪੁਰਖ ਸਰਵੱਗ ਮਹਾਂਪੁਰਖ ਸੀ। ਸੰਤ ਬਾਬਾ ਕਾਹਨ ਸਿੰਘ ਜੀ ਹੋਏ ਧਨੌਲੇ ਦੇ, ਇਹ ਉਹਨਾਂ ਦੇ ਸੇਵਕਾਂ ਦੇ ਵਿੱਚੋਂ ਸੀ, ਔਰ ਬਖਸ਼ਿਸ਼ ਦੇ ਪਾਤਰ ਹੋਏ। ਮਧਰਾ ਜਿਹਾ ਸਰੀਰ ਸੀ, ਕਈ ਸਾਲ ਇਹਨਾਂ ਦੇ ਦਰਸ਼ਨ ਹੁੰਦੇ ਰਹੇ ਦਾਸ ਨੂੰ ਵੀ। ਉਹ ਕਦੇ ਕਦੇ ਉਹਨਾਂ ਨੇ ਕੱਲਿਆਂ ਨੂੰ, ਸਾਹਮਣੇ ਤਾਂ ਨਹੀਂ ਕਿਸੇ ਦੇ ਵਚਨ ਕਰਦੇ, ਮੈਂ ਉਹਨਾਂ ਨੂੰ ਕਹਿਣਾ ਬਾਬਾ ਜੀ ਵਚਨ ਸੁਣਾਓ। ਉਹਨਾਂ ਨੇ ਵੀ ਦੇਖ ਲਿਆ ਵੀ ਇਹ ਭਚੰਗੀ ਇਹੀਆਂ ਜਿਹੀਆਂ ਗੱਲਾਂ ਸੁਣਨ ਦਾ ਇੱਛਕ ਹੈ।
ਉਹਨਾਂ ਫਿਰ ਇੱਕ ਦਿਨ ਬੜੀ ਅਜੀਬ ਗੱਲ ਸੁਣਾਈ ਤੇ ਲੈ ਕੇ ਮੇਥੇ ਤੋੜਨ ਦੇ ਬਹਾਨੇ ਕਹਿੰਦੇ ਸਿੰਘਾਂ ਨੂੰ ਅੱਜ ਮੇਥੀਆਂ ਵਾਲੀਆਂ ਰੋਟੀਆਂ ਖਵਾਉਣੀਆਂ। ਉਹ ਮੈਨੂੰ ਜਥੇਦਾਰ ਭਰਾਵਾ, 2 ਸ਼ਬਦ ਕਹਿੰਦੇ ਹੁੰਦੇ, ਜਥੇਦਾਰ ਭਰਾਵਾ ਚੱਲ ਮੇਰੇ ਨਾਲ ਮੱਥੇ ਤੋੜ। ਮੈਂ ਕਿਹਾ ਜੀ ਚਲੋ। ਮੇਥੇ ਤੋੜੇ, ਮੇਥੇ ਤੋੜਦੇ ਤੋੜਦੇ ਆ ਸਾਖੀ ਸੁਣਾਈ। ਮੈਂ ਕਿਹਾ ਜੀ ਕੋਈ ਸੰਤਾਂ ਦੀ ਗੱਲ ਸੁਣਾਓ। ਕਹਿੰਦੇ ਭਾਈ ਕੀ ਸੁਣਾਈਏ, ਤਾਂ ਰੱਬ ਰੂਪੇ ਸੀ। ਕਹਿੰਦੇ ਇੱਕ ਵਾਰ ਮਹਾਂਪੁਰਸ਼ਾਂ ਨੇ ਬਚਨ ਕੀਤਾ, ਮੇਰੇ ਤੇ ਖੁਸ਼ ਹੋ ਗਏ। ਕਹਿੰਦੇ ਕਿਉਂਕਿ ਮੈਂ ਜਿੰਨੀ ਜ਼ਮੀਨ ਸੀ ਮੇਰੇ ਹਿੱਸੇ ਆਉਂਦੀ, ਧਨੌਲੇ ਦੇ ਵਿੱਚ ਜ਼ਿਮੀਂਦਾਰਾਂ ਦੇ ਘਰ ਦਾ ਜਨਮ ਸੀ, ਮੈਂ ਸਾਰੀ ਜ਼ਮੀਨ ਮਸਤੂਆਂ ਨੇ ਲਵਾ ਦਿੱਤੀ। ਮਕਾਨ ਜਿਹੜਾ ਸੀ ਉਹਦੀਆਂ ਕੜੀਆਂ ਵੀ ਗੱਡੇ 'ਚ ਪਾ ਕੇ ਇੱਥੇ ਲੈ ਆਂਦੀਆਂ, ਵੀ ਪਿੱਛੇ ਮਮਤਾ ਹੀ ਨਾ ਰਹੇ ਕੁਛ ਹੈ, ਸਭ ਕੁਛ ਖਤਮ ਕਰਕੇ ਆਏ। ਕਹਿੰਦੇ ਇੱਥੇ ਦਿਨ ਰਾਤ ਸੇਵਾ ਕੀਤੀ। ਸਾਧਨ ਕਿੱਡਾ ਕਰਦੇ ਸੀ, ਖੁੰਡਾ ਹੁੰਦਾ ਸੀ, ਐਂ ਕੱਛ ਜਿਹੇ ਹੇਠ ਦੇ ਲੈਣਾ ਬਾਬਿਆਂ ਨੇ, ਸਾਰੀ ਰਾਤ ਖੜੇ ਰਹਿਣਾ। ਉਹਨਾਂ ਦਾ ਇੱਕ ਮੋਢਾ ਐਂ ਭਾਰਾ ਹੋਇਆ ਸੀ ਬਲਦ ਦੇ ਕੰਨੇ ਵਰਗਾ, ਕਿਉਂਕਿ ਮੋਢਾ ਇੱਥੇ ਰੱਖਦੇ ਸੀ ਉਹ ਛੋਟਾ, ਜਿਵੇਂ ਬਰਾਗਣ ਫਸਾ ਕੇ ਰੱਖਦੇ ਆ, ਬਰਾਗਣ ਦੇ ਉੱਤੇ ਦੋਨੇ ਹੱਥ ਰੱਖਦੇ ਆ। ਉਹ ਕਹਿੰਦੇ ਵੀ ਮੇਰੇ ਮਨ ਦੇ ਵਿੱਚ ਆਇਆ, ਮੈਂ ਸੰਤ ਕਹਿੰਦੇ ਵੀ ਮੰਗ ਲੈ ਜਿਹੜਾ ਕੁਝ ਮੰਗਣਾ, ਗੁਰੂ ਨਾਨਕ ਦੇ ਘਰ ਦੇ ਵਿੱਚ ਸਭ ਕੁਝ ਹੀ ਹੈ। ਕਹਿੰਦੇ ਮਹਾਰਾਜ ਮੈਂ 10ਵੇਂ ਦੁਆਰ ਦੇਖਣਾ ਹੈ। ਸੰਤ ਚੁੱਪ ਕਰ ਗਏ। ਕਹਿੰਦੇ ਹੋਰ ਨਹੀਂ ਕੁਝ ਮੰਗ ਹੁੰਦਾ? ਕਹਿੰਦੇ ਨਹੀਂ ਜੀ, ਚੁੱਪ ਹੀ ਕਰਕੇ ਬੋਲੇ ਨਹੀਂ। ਦੁਬਾਰੇ ਫੇਰ ਇੱਕ ਦਿਨ ਕਹਿੰਦੇ ਕਾਨਸਿਆ ਮੰਗ ਲੈ ਕੁਝ ਮੰਗਣਾ। ਕਹਿੰਦੇ ਮੈਂ ਫੇਰ ਉਹੀ ਜੜ ਕੇ 10ਵੇਂ ਦੁਆਰ ਦੇਖਣਾ ਚਾਹੁੰਦਾ। ਸੰਤ ਫੇਰ ਚੁੱਪ ਕਰ ਗਏ। ਉਹ ਕਹਿੰਦੇ ਇੰਨੇ ਨੂੰ ਦਮਦਮਾ ਸਾਹਿਬ, ਉੱਥੇ ਸਰੋਵਰ ਸਾਹਿਬ ਦੀ ਜਿਹੜਾ ਮਹਾਰਾਜ ਸਾਹਿਬ ਦਾ ਸਰੋਵਰ ਹੈ, ਉਹਦੀ ਸੇਵਾ ਬਾਬਿਆਂ ਨੇ ਕਰਾਈ ਸੀ। ਬੜਿਆ ਵੱਡਾ ਸਰੋਵਰ ਹੈ ਤੇ ਉੱਥੇ ਮਹਾਂਪੁਰਖਾਂ ਨੇ ਕੰਢੇ ਤੇ ਬਹਿ ਜਾ ਕਰਦੇ, ਸੰਗਤਾਂ ਸੇਵਾ ਕਰਦੀਆਂ, ਭਾਈ ਸੇਵਾ ਕਰੋ, ਜੋ ਮੰਗੇ ਕੋਈ ਉਹ ਮਿਲੂਗਾ। ਕਹਿੰਦੇ ਮੈਂ ਗਿਆ ਸੰਤਾਂ ਨੂੰ ਫਤਿਹ ਬੁਲਾਉਣ। ਕਹਿੰਦੇ ਕਾਨਸਿਆਂ? ਕਹਿੰਦੇ ਹਾਂ ਮਹਾਰਾਜ। ਕਹਿੰਦੇ ਹੁਣ ਫਿਰ ਅੱਜ ਮੰਗ ਲੈ ਜਿਹੜਾ ਕੋ ਮੰਗਣਾ। ਕਹਿੰਦਾ ਜੀ 10ਵੇਂ ਦੁਆਰ। ਕਹਿੰਦੇ ਉੱਥੇ ਹੀ ਖੜਾ ਜੇ 10ਵੇਂ ਦੁਆਰ ਤੇ? ਕਹਿੰਦਾ ਜੀ। ਕਹਿੰਦੇ ਚੰਗਾ ਫਿਰ ਐਂ ਕਰ, ਜਿੰਨੀ ਭਰ ਕੇ ਟੋਕਰੀ ਚੱਕੇਗਾ ਉਨਾ ਛੇਤੀ ਖੋਲੂਗਾ। ਲਓ ਦੱਸੋ ਕਿਹੜੇ ਗ੍ਰੰਥ 'ਚ ਲਿਖਿਆ ਕੋਈ ਇੱਕ ਮਹਾਤਮਾ ਕਿਸੇ ਬਹਾਨੇ ਵੀ 10ਵੇਂ ਦੁਆਰ ਖੋਲ ਸਕਦਾ? ਇਹ ਤਾਂ ਕਿਸੇ ਗਿਣਤੀ 'ਚ ਨਹੀਂ ਆਉਂਦੀ ਵੀ ਐਵੇਂ ਖੋਲ ਸਕਦਾ। ਕਹਿੰਦਾ ਜੀ ਮੈਂ ਸੰਤਾਂ ਦਾ ਬਚਨ ਮੰਨ ਕੇ ਵੀ ਕਈ ਕੀ ਬੰਦੇ ਟੋਕਰਾ ਭਰ ਕੇ ਨਾ ਭਰੀ ਜਾਣਾ ਭਰ ਕੇ ਉਹ ਕਈ ਜਣੇ ਚੱਕ ਕੇ ਮੇਰੇ ਸਿਰ ਤੇ ਰੱਖਿਆ, ਕਈ ਟੋਕਰਿਆਂ ਦੇ ਵਿੱਚ ਦੀ ਸਿਰ ਨਿਕਲੇਗਾ। ਕਹਿੰਦੇ ਮੇਰਾ ਵਜਨ ਇੰਨਾ ਹੁੰਦਾ ਸੀ ਟੋਕਰੇ 'ਚ। ਕਹਿੰਦੇ ਜੀ ਮੈਂ ਬੈਠਾ ਚੌਂਕੜੀ ਮਾਰ ਕੇ। ਕਹਿੰਦੇ ਉਦੋਂ ਹੀ ਪਤਾ ਲੱਗਿਆ ਵੀ ਜਦੋਂ ਕੜਕ ਦੇ ਮੇਰੇ ਸਵਾਸ ਜਿਹੜੇ 10ਵੇਂ ਦੁਆਰ ਚੜ ਗਏ। ਕਹਿੰਦੇ ਲੈ ਵੀ ਜਥੇਦਾਰ ਭਰਾਵਾ, ਕਹਿੰਦੇ ਮੈਨੂੰ ਤਾਂ ਇਹ ਜਿਹਾ ਹਿਸਾਬ ਆਇਆ ਜਦੋਂ ਮਰਜੀ 10ਵੇਂ ਦੁਆਰ ਚਲਿਆ ਜਾਵਾਂ। ਕਹਿੰਦੇ ਮੈਂ ਉੱਥੇ ਫਿਰ ਤੁਰ ਕੇ ਆਇਆ, ਮੈਂ ਦੇਖਿਆ ਵਾ ਸਾਰਾ ਕੁਝ। ਇਸ ਤਰ੍ਹਾਂ ਜਿਹੜਾ ਅਹਿਸਾਸ ਸੀ, ਬਖਸ਼ਿਸ਼ ਦੇ ਨਾਲ ਵੀ ਇਹ ਚੀਜ਼ਾਂ ਮਿਲ ਜਾਂਦੀਆਂ। ਜ਼ਰੂਰੀ ਨਹੀਂ ਵੀ ਈੜਾ ਪਿੰਗਲਾ ਦੁਆਰਾ ਹੀ ਜਾ ਸਕਦਾ ਕੋਈ, ਮੇਰੇ ਕਹਿਣ ਦਾ ਭਾਵ ਇਹ ਹੈ। ਤੋ ਇਸ ਕਰਕੇ ਪਰ ਗੁਰਗਮ ਚੀਨਾ ਬਿਰਲਾ ਕੋਈ ਹੈ, ਕੋਈ ਬਿਰਲਾ ਹੀ ਐਸਾ ਜਿਹੜਾ ਇਹੋ ਜਿਹਾ ਮਹਾਂਪੁਰਖਾਂ, ਇਹੋ ਜਿਹੇ ਮਹਾਂਪੁਰਖ ਵੀ ਬਿਰਲੇ, ਭਾਈ ਬਾਬਾ ਅਤਰ ਸਿੰਘ ਜੀ ਵਰਗੇ ਇਹੋ ਜਿਹੇ ਜਗਿਆਸੂ ਵੀ ਬਿਰਲੇ। ਇਸ ਪ੍ਰਕਾਰ ਸਾਸ ਵੀ ਕੋਈ ਬਿਰਲਾ ਹੀ ਹੈ ਜਾਣਦਾ। ਤਾਂ ਨਿਰੰਜਨ ਰਮਈਆ ਹੋਏ, ਉੱਥੇ 10ਵੇਂ ਦੁਆਰ ਨਿਰੰਜਨ ਸੁਧ ਸਰੂਪ ਰਮਈਆ ਰਮਿਆ ਹੋਇਆ ਪਰਮੇਸ਼ਰ ਆਪ ਹੀ ਹੁੰਦਾ ਹੈ। ਰਹਾਉ ਤੇ ਜਿਸ ਨੂੰ ਜੋਗੀ ਜਨ, ਇੱਥੇ ਰਹਾਉ ਤਾਂ ਸਥਾਈ ਹੈ। ਦੁਬਾਰੇ ਬੋਲੋ ਜੀ ਥੋੜਾ ਜਿਹਾ। ਤਾਂ ਨਿਰੰਜਨ ਰਮਈਆ ਹੋਏ, ਤਾਂ ਉੱਥੇ 10ਵੇਂ ਦੁਆਰ ਵਿੱਚ ਨਿਰੰਜਨ ਸੁਧ ਸਰੂਪ ਰਮਈਆ ਰਮਿਆ ਹੋਇਆ ਪਰਮੇਸ਼ਰ ਆਪ ਹੀ ਹੋਏ ਹੁੰਦਾ ਹੈ। ਜਿਸ ਨੂੰ ਜੋਗੀ ਜਨ ਨਿਰੰਜਨ ਸ਼ਬਦ ਦੇ ਨਾਲ ਸੰਬੋਧਨ ਕਰਦੇ ਨੇ, ਉਹ ਬੋੜ ਦੀ ਗੋਲ ਜਿੰਨਾ ਕੁ ਜਾਂ ਅੰਗੁਸ਼ਟ ਧਾਰ ਪ੍ਰਕਾਸ਼ ਹੈ, ਕਰੋੜਾਂ ਸੂਰਜਾਂ ਜਿੰਨਾ ਪ੍ਰਕਾਸ਼ ਹੈ ਉਹਦੇ ਦਰਸ਼ਨ ਕਰਨ ਦੇ ਨਾਲ ਅਨੰਤ ਹੋ ਜਾਂਦਾ ਹੈ। ਔਰ ਫਿਰ ਉਹ ਤਾਂ ਨਿਰੰਜਨ ਰਮਈਆ ਹੋਏ, ਉਹ ਹੈ ਸਾਡੇ ਸਰੀਰ ਦੇ ਵਿੱਚ। ਇਹ ਪਰਮਾਤਮਾ ਦਾ ਆਪਣਾ ਟਿਕਾਣਾ ਹੈ 10ਵੇਂ ਦੁਆਰ ਦੇ ਵਿੱਚ। ਤੇ ਇਸ ਪ੍ਰਕਾਰ ਫਰਮਾਨ ਕਰਦੇ ਨੇ ਜੀ। ਹਾਂਜੀ ਰਹਾਉ ਅਸਥਾਈ ਦੇ ਕੇ ਅੱਗੇ ਫਰਮਾਨ ਕਰਦੇ ਹਨ ਜੀ। ਦੇਵ ਸਥਾਨੈ ਕਿਆ ਨਿਸ਼ਾਨੀ। ਇਹ ਹੁਣ ਅਗਲੀ ਪੰਕਤੀ ਇਹਦੇ ਵਿੱਚ ਨਾ ਪ੍ਰਸ਼ਨ ਹੈ, ਦੇਵ ਸਥਾਨੈ ਕਿਆ ਨਿਸ਼ਾਨੀ। ਇਹ 2 ਪਾਠ ਨੇ ਭਾਈ। ਦੇਵ ਤੇ ਸਥਾਨੇ ਵੱਖਰਾ ਵੱਖਰਾ ਮੁੱਖ ਪਾਠ ਹੈ। ਦੇਵ ਸਥਾਨੈ ਇਕੱਠਾ ਦੂਜਾ ਪਾਠ ਹੈ। ਦੇਵ ਪ੍ਰਕਾਸ਼ ਰੂਪ ਪਰਮੇਸ਼ਰ ਦੇ ਰਹਿਣ ਵਾਲੇ 10ਵੇਂ ਦੁਆਰ ਰੂਪੀ ਸਥਾਨੇ ਅਸਥਾਨ ਦੀ ਕਿਆ ਕੀ ਨਿਸ਼ਾਨੀ ਹੈ, ਇਹ ਦੱਸੋ ਜੀ। ਹੁਣ ਅਗਲੀ ਤੁਕ ਦੇ ਉੱਤਰ ਦਿੰਦੇ ਨੇ। ਤਹ ਬਾਜੇ ਸ਼ਬਦ ਅਨਾਹਦ ਬਾਣੀ,
ਤੈ ਉੱਥੇ ਦਸਮ ਦੁਆਰ ਚ ਅਨਹਦ ਇੱਕ ਰਸ ਬਾਣੀ ਦੇ ਤਤੰਤੀ ਵਿੱਚ ਚਰਮ ਕਾ ਘਨ ਕੰਸੀ ਕਾ ਜਾਨ ਨਾਲ ਸ਼ਬਦ ਘਟ ਕੋ ਕਹਿ ਸਵਾਦ ਸੁਖਰ ਪਹਿਚਾਨ। ਇਹ 5 ਸਾਜ਼ਾਂ ਬਾਹਰ ਦੇ ਜਿਹੜੇ ਬਾਜੇ ਨੇ ਇਹਨਾਂ ਵਰਗੀਆਂ ਆਵਾਜ਼ਾਂ ਉਹ ਸੁਣਦੀਆਂ ਜੋਗੀ ਨੇ। ਇਹ ਵੱਜਦੇ ਸ਼ਬਦ ਸੁਣਦੇ ਹਨ ਤੇ ਜਿਵੇਂ ਮਿਰਗ ਮਸਤ ਹੋ ਜਾਂਦਾ ਐ ਮਸਤੀ ਮਿਲਦੀ ਹੈ ਫਿਰ ਉਹਨਾਂ ਜੋਗੀਆਂ ਨੂੰ। ਤਹ ਚੰਦਨਾ ਸੂਰਜ ਪੌਣ ਨਾ ਪਾਣੀ। ਉੱਥੇ ਦਸਮ ਦੁਆਰ ਦੇ ਪ੍ਰਤੱਖ ਚੰਦ ਚੰਦਰਮਾ ਤੇ ਸੂਰਜ ਦੇ ਪ੍ਰਕਾਸ਼ ਦੀ ਵੀ ਲੋੜ ਨਹੀਂ ਹੈ। ਉੱਥੇ ਆਪਣਾ ਹੀ ਪ੍ਰਕਾਸ਼ ਹੈ ਜੋਤੀ ਪ੍ਰਕਾਸ਼ ਦਾ। ਪੌਣ ਹਵਾ ਤੇ ਪਾਣੀ ਦੀ ਵੀ ਕਲਪਨਾ ਨਹੀਂ ਹੈ। ਭਾਵ ਉੱਥੇ ਇਹ ਚੇਤਾ ਹੀ ਨਹੀਂ ਰਹਿੰਦਾ ਕਿ ਹੁਣ ਪਾਣੀ ਦਾ ਤੱਤ ਵਧਿਆ ਹੈ ਜਾਂ ਹੁਣ ਹਵਾ ਦਾ ਤੱਤ ਵਧਿਆ ਹੈ ਜਾਂ ਤਮੋ ਗੁਣ ਵਧਿਆ ਹੈ ਜਾਂ ਸਤੋ ਗੁਣ ਵਧਿਆ ਹੈ। ਇਹੀ ਨਹੀਂ ਚੇਤਾ ਰਹਿੰਦਾ ਹੈ। ਸਾਖੀ ਜਾਗੀ ਗੁਰਮੁਖ ਜਾਣੇ। ਜਿਸ ਜੋਗੀ ਪੁਰਖ ਦੀ ਸਿੱਖਿਆ ਰੂਪੀ ਸਾਖੀ ਦੁਆਰਾ ਸੁਰਤ ਜਾਗੀ ਜਾਗ ਪਈ ਹੈ ਉਹ ਗੁਰਮੁਖ ਜੋਗੀ ਨੇ ਜੋਗੀ ਗੁਰਾਂ ਦੁਆਰਾ ਜੋਗਾ ਵਿਆਸ ਦੀ ਜੁਗਤੀ ਜਾਣੀ ਜਾਣਨਾ ਕੀਤੀ ਹੈ। ਉਪਜੈ ਗਿਆਨ ਦੁਰਮਤ ਸੀਜੈ। ਜਦੋਂ ਦਸਮ ਦੁਆਰ ਵਿੱਚ ਸਵਾਸ ਚੜਾਉਣਾ ਤੇ ਉਤਾਰਨ ਕਰਨਾ ਠਹਿਰਾਉਣਾ ਰੇਚਕ ਪੂਰ ਕੁੰਭਕ ਆਦਿ ਕਿਰਿਆ ਹੋ ਗਈ ਤੇ ਇਸ ਦਾ ਠਹਿਰਾਉਣ ਦਾ ਗਿਆਨ ਉਪਜੈ ਪੈਦਾ ਹੋ ਜਾਂਦਾ ਹੈ ਤੇ ਉਸ ਵੇਲੇ ਫਿਰ ਉਪਜੈ ਗਿਆਨ ਦੁਰਮਤ ਸੀਜੈ। ਜੋਗੀ ਅਭਿਆਸ ਫਿਰ ਉਲਟ ਕੇ ਉਹ ਦੁਰਮਤ ਭੈੜੀ ਜਿਹੜੀ ਮਤ ਹੈ ਦੁਰਮਤ ਖੋਟੀ ਮਤ ਸੀਜੈ ਨਾਸ ਹੋ ਜਾਂਦੀ ਹੈ ਜੋਗਾ ਅਭਿਆਸ ਤੋਂ। ਤੇ ਉਲਟ ਚੱਲਣ ਵਾਲੀ ਜਿਹੜੀ ਆਲਸ ਆਦ ਸੀ ਉਹ ਸੀ ਦੁਰਮਤ ਖੋਟੀ ਮਤ ਇਹ ਨਾਸ ਹੋ ਜਾਂਦੀ ਹੈ। ਅਤੇ ਅੰਮ੍ਰਿਤ ਰਸ ਗਗਨੰਤਰ ਭੀਜੈ। ਗਗਨੰਤਰ ਦਸਮ ਦੁਆਰ ਦੇ ਅੰਦਰ ਜੋਗਾਨੰਦ ਰੂਪੀ ਅੰਮ੍ਰਿਤ ਰਸ ਹੈ ਉਸ ਵਿੱਚ ਜੋਗਾ ਅਭਿਆਸੀ ਦਾ ਮਨ ਭਿੱਜ ਜਾਂਦਾ ਹੈ। ਜੋ ਦਸਮ ਦੁਆਰ ਹੈ ਇਹ ਅੰਦਰੋਂ ਜੋਗਾਨੰਦ ਦੇ ਅੰਮ੍ਰਿਤ ਰਸ ਵਿੱਚ ਭਿੱਜ ਜਾਂਦਾ ਹੈ। ਇਹਦੇ ਵਿੱਚ ਇਸ ਕਲਾ ਜੋ ਜਾਣੈ ਭੇਉ। ਇਸ ਜੋਗ ਦੀ ਕਲਾ ਸ਼ਕਤੀ ਦੁਆਰਾ ਜੋ ਜਿਹੜਾ ਭਿਓ ਭੇਦ ਜਾਣ ਲੈਂਦਾ ਹੈ ਜਾਂ ਜੋ ਦਸਮ ਦੁਆਰ ਵਿੱਚ ਪ੍ਰਾਪਤ ਹੋਣ ਦਾ ਭੇਦ ਜਾਣ ਲੈਂਦਾ ਹੈ। ਭੇਟੈ ਤਾਸ ਪਰਮ ਗੁਰਦੇਵ। ਤਾਸ ਉਸ ਪੁਰਖ ਦੇ ਤਾਈਂ ਪਰਮ ਵੱਡੀ ਗੁਰਦੇਵ ਪੂਜਨੀਕ ਪ੍ਰਕਾਸ਼ ਵਾਲੀ ਚੇਤਨ ਦੀ ਲਾਟ ਭੇਟੈ ਮਿਲ ਪ੍ਰਾਪਤ ਹੋ ਜਾਂਦੀ ਹੈ। ਤੇ ਜਾਂ ਫਿਰ ਸਭ ਤੋਂ ਪਰਮ ਸ੍ਰੇਸ਼ਟ ਤੇ ਗੁਰਦੇਵ ਪੂਜਨੀਕ ਪ੍ਰਕਾਸ਼ ਪਰਮੇਸ਼ਰ ਵਿੱਚ ਉਹ ਜਿਹੜਾ ਪ੍ਰਕਾਸ਼ ਰੂਪ ਹੈ ਉਹਦੇ ਵਿੱਚ ਮਿਲ ਜਾਂਦਾ ਹੈ। ਦਸਮ ਦੁਆਰਾ ਅਗਮ ਅਪਾਰਾ। ਦਸਮ ਦੁਆਰ ਜਿਹੜਾ ਹੈ ਦਸਮ ਦੁਆਰਾ ਉਹ ਅਗਮ ਅਚਲ ਤੇ ਅਪਾਰਾ ਬੇਅੰਤ ਸਰੂਪ ਪਰਮੇਸ਼ਰ ਦੇ ਰਹਿਣ ਦਾ ਟਿਕਾਣਾ ਹੈ। ਦਸਮ ਦੁਆਰਾ ਅਗਮ ਅਪਾਰਾ ਜਿਹਦੇ ਵਿੱਚ ਕਿਸੇ ਦੀ ਗਮਤਾ ਨਹੀਂ ਹੋ ਸਕਦੀ ਉਹਦਾ ਇਹ ਪਾਰਾਵਾਰ ਤੋਂ ਰਹਿਤ ਵਾਹਿਗੁਰੂ ਦਾ ਟਿਕਾਣਾ ਹੈ। ਪਰਮ ਪੁਰਖ ਕੀ ਘਾਟੀ। ਪਰਮ ਵੱਡੇ ਪੁਰਖ ਅਕਾਲ ਪੁਰਖ ਦੀ ਪ੍ਰਾਪਤੀ ਕਰਾਉਣ ਵਾਲੀ ਘਾਟੀ ਜਗ੍ਹਾ ਹੈ। ਅਗਮ ਅਪਾਰ ਪਰਮ ਪੁਰਖ ਪਰਮੇਸ਼ਰ ਦੇ ਰਹਿਣ ਦੀ ਘਾਟੀ ਜਗ੍ਹਾ ਦਸਮ ਦੁਆਰ ਹੈ। ਉਪਰ ਹਾਟ ਪਰ ਆਲਾ। ਸਾਰੀਆਂ ਜੂਨਾਂ ਤੋਂ ਉੱਪਰ ਉੱਤੇ ਮਨੁੱਖਾ ਜਨ ਰੂਪੀ ਹੱਟ ਹੈ। ਹੱਟਾਂ 'ਚ ਸੌਦਾ ਹੁੰਦਾ ਇਹਦੇ 'ਚ ਵੀ ਸੌਦਾ ਹੋ ਰਿਹਾ ਜਿੰਨੇ ਇੰਦਰੀਆਂ ਨੂੰ ਵੱਖਰਾ ਵੱਖਰਾ ਸੌਦਾ ਨਹੀਂ ਕਰ ਰਹੇ। ਇਹ ਮਨੁੱਖ ਸਰੀਰ ਰੂਪੀ ਹੱਟ ਹੈ। ਇਹ ਹੱਟ ਦੇ ਪਰ ਉੱਤੇ ਤੇ ਦਸਮ ਦੁਆਰ ਰੂਪੀ ਆਲਾ ਹੈ। ਇਹ ਆਲਾ ਹੈ ਜਿਵੇਂ ਘਰਾਂ 'ਚ ਆਲੇ ਹੁੰਦੇ ਸੀ ਪੁਰਾਣੇ ਹੁਣ ਤਾਂ ਚਲੋ ਸਾਧਨ ਵਰਗੇ ਜਾਨੀ ਆਲਾ ਨਹੀਂ ਕਹਿਣਾ ਉਹਨੂੰ ਜਿਵੇਂ ਬਾਬਾ ਆਲਾ ਸਿੰਘ ਕਹਿੰਦੇ ਆ ਉਕੜਨੀ ਪਾਠ ਆਲਾ ਪੋਲਾ ਹੈ ਤੇ ਇਹਦੇ ਉੱਪਰ ਆਲਾ ਹੈ ਜਿਵੇਂ ਘਰਾਂ 'ਚ ਆਲੇ ਹੁੰਦੇ ਸੀ। ਆਲੇ ਭੀਤਰ ਥਾਤੀ। ਦਸਮ ਦੁਆਰ ਰੂਪੀ ਆਲੇ ਦੇ ਭੀਤਰ ਵਿੱਚ ਚੇਤਨ ਦੀ ਲਾਟ ਜੋਗਾਨੰਦ ਰੂਪੀ ਥਾਤੀ ਨਾਮ ਥੈਲੀ ਦਾ ਹੈ। ਇਹ ਥੈਲੀ ਰੱਖੀ ਹੋਈ ਹੈ 9 ਗੋਲਕਾਂ ਦੇ ਉੱਪਰ ਦਸਮ ਦੁਆਰ ਰੂਪੀ ਹੱਟ ਹੈ। ਇਸ ਦਸਵੇਂ ਦੁਆਰ ਰੂਪੀ ਹੱਟ ਦੇ ਉੱਤੇ ਜੋਗਾ ਅਭਿਆਸ ਦਾ ਗਿਆਨ ਰੂਪੀ ਆਲਾ ਹੈ ਅਤੇ ਆਲੇ ਚੇਤਨ ਦੀ ਲਾਟ ਰੂਪੀ ਥੈਲੀ ਰੱਖੀ ਹੋਈ ਹੈ। ਜਾਗਤ ਰਹਿ ਸੋ ਕਬਹੁ ਨਾ ਸੋਵੈ। ਜਿਹੜਾ ਪੁਰਖ ਜੋਗਾ ਅਭਿਆਸ ਕਰਨ ਵਾਸਤੇ ਹਰ ਵਕਤ ਜਾਗਦਾ ਰਹਿੰਦਾ ਹੈ ਕਬੂ ਕਦੇ ਵੀ ਸੌਂਦਾ ਨਹੀਂ ਭਾਵ ਆਲਸ ਨਹੀਂ ਕਰਦਾ। ਤੀਨ ਤਿਲੋਕ ਸਮਾਦ ਪਲੋਵੈ। ਉਹ 3 ਈੜਾ ਪਿੰਗਲਾ ਸੁਖ ਉਹਨਾਂ ਦੇ ਤਿਲੋਕ ਤਿੰਨੇ ਲੋਕ ਤ੍ਰਿਕੁਟੀ ਆਦ ਜਾਂ ਤ੍ਰਿਲੋਕੀ ਨੂੰ ਸਮਾਧੀ ਵਿੱਚ ਇਸਤਤ ਹੋ ਕੇ ਪਲੋਵੈ ਲੈ ਕਰ ਦਿੰਦਾ ਹੈ। ਬੀਜ ਮੰਤਰ ਲੈ ਹਿਰਦੈ ਰਹੈ। ਜੋਗਾ ਅਭਿਆਸੀਆਂ ਨੇ ਸੋਹੰਗ ਨੂੰ ਬੀਜ ਮੰਤਰ ਮੰਨਿਆ। ਓਮ ਸੋਹੰਗ ਦਾ ਜਾਪ ਕਰਦੇ ਆ ਇਹਨੂੰ ਬੀਜ ਮੰਤਰ ਕਹਿੰਦੇ ਆ।
ਤੇ ਸਾਡੇ ਲਈ ਬੀਜ ਮੰਤਰ ਇੱਕ ਓੰਕਾਰ ਹੈ। ਉਹ ਹਿਰਦੇ ਵਿੱਚ ਸਥਿਤ ਰਹਿੰਦਾ ਹੈ। ਬੀਜ ਮੰਤਰ ਲੈ ਹਿਰਦੇ ਰਹੇ, ਇਉਂ ਫਿਰ ਹਿਰਦੇ ਦੇ ਵਿੱਚ ਰਹਿੰਦਾ ਹੈ। ਮਨੁਆ ਉਲਟ ਸੁਨ ਮਹਿ ਗਹਿ, ਸੰਸਾਰ ਵੱਲੋਂ ਮਨ ਜਿਹੜਾ ਉਲਟ ਕੇ ਸੁਨ ਅਫੁਰ, ਜਿੱਥੇ ਫੁਰਨਾ ਕੋਈ ਨਹੀਂ, 10 ਦੁਆਰ ਦੇ ਮਹਿ ਵਿੱਚ ਗਹਿ। ਤੇ ਇਸ ਜਗ੍ਹਾ ਫਿਰ 10 ਦੁਆਰ ਦੇ ਗਹਿ ਪਕੜਦਾ ਹੈ ਭਾਵ, ਤੇ ਇਸ ਲਈ ਪਕੜਦਾ ਹੈ ਕਿ ਮਨ ਹੋਰ ਕਿਸੇ ਪਾਸੇ, ਕਿਸੇ ਗੋਲਕ ਦੇ ਵਿੱਚ ਨਾ ਲੱਗੇ, ਇੰਦਰੀਆਂ ਵਿੱਚ ਨਾ ਲੱਗੇ, 10ਵੇਂ ਦੁਆਰ ਵਿੱਚ ਹੀ ਗ੍ਰਹਿਣ ਕਰਦਾ ਹੈ। ਕਿਸੇ ਇੰਦਰੀ ਦੀ ਕੋਈ ਵੀ ਵਾਸ਼ਨਾ ਫੁਰਦੀ ਨਹੀਂ ਉੱਥੇ। ਇਸ ਪ੍ਰਕਾਰ ਦਾ 10 ਦੁਆਰ ਹੈ। ਜਾਗਤ ਰਹਿ ਨਾ ਅਲੀਆ ਭਖੈ, ਉਹ ਜੋਗਾ ਅਭਿਆਸੀ ਹਰ ਵਕਤ ਜਾਗਦਾ ਰਹਿੰਦਾ ਹੈ ਤੇ ਕਦੇ ਵੀ ਮੁਖੋਂ ਅਲੀਆ ਝੂਠ, ਅਲੀਆ ਨਾਮ ਝੂਠ ਦਾ ਹੈ, ਝੂਠ ਨਹੀਂ ਭਾਖਿਆ ਉਚਾਰਨ ਕਰਦਾ, ਸੱਚ ਬੋਲਦਾ ਹੈ ਹਰ ਵੇਲੇ। ਪੰਚੋ ਇੰਦਰੀ ਬਸ ਕਰ ਰਾਖੈ, ਉਹ ਜੋਗਾ ਅਭਿਆਸੀ ਪੁਰਖ ਪੰਜੇ ਗਿਆਨ ਇੰਦਰੀਆਂ ਨੂੰ ਵਿਸ਼ਿਆਂ ਵੱਲੋਂ ਜਾਣ ਤੋਂ ਰੋਕਣ ਦੇ ਲਈ ਆਪਣੇ ਵਸ ਕਾਬੂ ਕਰਕੇ ਰੱਖਣਾ ਕਰਦਾ ਹੈ। ਗੁਰ ਕੀ ਸਾਖੀ ਰਾਖੈ ਚੀਤ, ਤੇ ਫਿਰ ਗੁਰਾਂ ਦੀ ਪ੍ਰਾਣਾ ਜਾਪ ਕਰਨ ਰੂਪੀ ਦਿੱਤੀ ਹੋਈ ਸਿੱਖਿਆ ਨੂੰ ਆਪਣੇ ਚਿੱਤ ਵਿੱਚ, ਹਿਰਦੇ ਵਿੱਚ ਰਾਖੇ ਰੱਖਦਾ ਹੈ। ਮਨ ਤਨ ਅਰਪੈ ਕ੍ਰਿਸ਼ਨ ਪ੍ਰੀਤ, ਸਾਖੀ ਚੇਤਨ ਕ੍ਰਿਸ਼ਨ ਪਰਮੇਸ਼ਰ ਦੀ ਪ੍ਰੀਤੀ ਵਿੱਚ ਆਪਣੇ ਤਨ ਮਨ ਨੂੰ ਅਰਪਣ ਕਰਦਾ ਹੈ। ਮਨ ਤਨ ਅਰਪੈ ਕ੍ਰਿਸ਼ਨ ਪ੍ਰੀਤ, ਸਾਖੀ ਚੇਤਨ ਕ੍ਰਿਸ਼ਨ ਜਿਹਦੇ ਕ੍ਰਿਸ਼ਤਾਈ ਨਹੀਂ ਹੈ ਪਰਮੇਸ਼ਰ, ਉਹਦੇ ਵਿੱਚ ਪ੍ਰੀਤੀ, ਉਹਦੀ ਪ੍ਰੀਤੀ ਚ ਆਪਣੇ ਮਨ ਤੇ ਤਨ ਨੂੰ ਅਰਪਣ ਕਰਦਾ ਹੈ। ਤੇ ਇਹ ਜਿਹੜਾ ਪਾਠ ਹੈ ਭਾਈ, ਜਿਹੜਾ ਅਰਪੈ ਪਾਠ ਹੈ, ਜਿਹੜਾ ਗੁਰਤਾ ਗਦੀ ਵਾਲਾ ਸਰੂਪ ਹੈ, ਉਹਦੇ ਵਿੱਚ ਤਾਂ ਇਸ ਤਰ੍ਹਾਂ ਜਿਵੇਂ ਇੱਥੇ ਹੈ, ਪਰ ਕਈ ਜਗ੍ਹਾ ਅਰਪੇ ਪਾਠ ਵੀ ਹੈਗਾ, ਲਾਂ ਦੇ ਨਾਲ ਵੀ ਹੈ। ਤੁਹਾਡੇ ਕੋਲ ਦੇਖੋ ਪੋਥੀਆਂ 'ਚ ਕਿਸੇ ਕੋਲ ਲਾਂ ਦੇ ਨਾਲ ਹੋਊਗਾ, ਕਿਸੇ ਕੋਲ ਦਲਾਂ ਦੇ ਨਾਲ ਹੈ। ਜੇ ਹੈ ਤਾਂ ਦੱਸੋ, ਜਿਹਦੇ ਕੋਲ ਹੈ ਪੋਥੀ 'ਚ, ਨਹੀਂ ਹੈਗਾ ਤਾਂ ਚੱਲੀਏ ਅੱਗੇ, ਠੀਕ ਹੈ। ਤੋ ਪਰ ਇਹ ਪਾਠ ਪੁਰਾਣਾ ਹੈ, ਇਸ ਤਰ੍ਹਾਂ ਜਾਣਕਾਰੀ ਵਾਸਤੇ ਕਿਹਾ। ਹਾਂਜੀ ਚਲੋ ਜੀ ਅੱਗੇ। ਕਰ ਪੱਲਵ ਸਾਖਾ ਵਿਚਾਰੇ, ਫਿਰ 10 ਦੁਆਰ ਦੇ ਸਹੰਸਰਦਾਰ ਰੂਪੀ ਕਮਲ ਦੇ ਪੱਲਵ ਪੱਤਰਿਆਂ, ਉਹਨਾਂ ਪੱਤਰਿਆਂ ਤੇ ਸੂਖਮ ਸਥੂਲ ਨਾੜੀਆਂ ਰੂਪ ਇਹ ਜਿਹੜੀਆਂ ਸ਼ਾਖਾ ਨੇ, ਟਾਹਣੀਆਂ ਨੇ, ਵਿਚਾਰ ਕਰਦਾ ਹੈ। 6 ਚੱਕਰਾਂ ਰੂਪੀ ਪੱਲਵ ਪੱਤਰੇ ਪਾਸੇ ਕਰਕੇ ਸੂਖਮ ਸਥੂਲ ਨਾੜੀਆਂ ਰੂਪ ਟਾਹਣੀਆਂ ਦਾ ਉਹ ਨਿਰਣਾ ਕਰਦਾ ਹੈ, ਵਿਚਾਰ ਕਰਦਾ ਹੈ। ਆਪਣਾ ਜਨਮ ਨਾ ਜੂਐ ਹਾਰੇ, ਉਹ ਜੋਗੀ ਪੁਰਖ ਆਪਣਾ ਜਨਮ ਵਿਸ਼ੇ ਰੂਪੀ ਜੂਏ ਦੇ ਵਿੱਚ ਨਹੀਂ ਹਾਰ ਕੇ ਜਾਂਦਾ, ਉਹ ਤਾਂ ਫਿਰ ਬਾਜੀ ਜਿੱਤ ਕੇ ਜਾਂਦਾ ਹੈ। ਅਸੁਰ ਨਦੀ ਕਾ ਬੰਧੈ ਮੂਲ, ਤੇ ਇਸ ਪ੍ਰਕਾਰ ਅਸੁਰ ਨਦੀ ਭਾਵ ਅਪਾਨ ਵਾਯੂ ਦਾ ਮੂਲ ਚੱਕਰ, ਮੂਲ ਦੁਆਰਾ ਬੰਨਣਾ ਕਰਦਾ ਹੈ, ਰੋਕਣਾ ਕਰਦਾ ਹੈ। ਅਪਾਨ ਵਾਯੂ ਦਾ ਟਿਕਾਣਾ ਜੋ ਮਲ ਤਿਆਗ ਮੂਲ ਜਗ੍ਹਾ ਹੈ, ਉਹ ਚੱਕਰ ਮੂਲਾਧਾਰ ਚੱਕਰ ਜਿਹਨੂੰ ਕਹਿੰਦੇ ਨੇ, ਅੱਡੀ ਦੇ ਨਾਲ ਉਹਨੂੰ ਤੇ ਇਹ ਤਿਆਗ ਕੇ ਬੰਨਣਾ ਕਰਨਾ, ਇਹ ਰੋਕਣਾ ਕਰਦਾ ਹੈ। ਪੱਛਮ ਫੇਰ ਚੜਾਵੇ ਸੂਰ, ਲਹਿੰਦੇ ਮਤਲਬ ਪੱਛਮ ਨਾ ਹੁੰਦਾ, ਲਹਿੰਦੇ ਵਾਲੀ ਜਗ੍ਹਾ ਪਿਛਲੇ ਪਾਸੇ ਪਿੱਠ ਦੀ ਤਰਫ ਭਾਵ ਮੂਲ ਦੁਆਰੇ ਤੋਂ ਹਟਾ ਕਰਕੇ ਸੂਰਜ ਦੀ ਸੁਰ ਦੁਆਰਾ ਪ੍ਰਾਣਾਯਾਮ 10 ਦੁਆਰ ਵੀ ਚੜਾਉਣਾ ਕਰਦਾ ਹੈ। ਅਜਰ ਜਰੈ ਸੋ ਨਿਜਰ ਚਰੈ, ਜਿਹੜਾ ਜੋਗੀ ਬਣ ਕੇ ਤੇ ਅਜਰ ਜਰਨ ਤੋਂ ਰਹਿ ਸਵਾਸਾਂ ਨੂੰ ਜਰ ਰੋਕ ਲੈਂਦਾ ਹੈ, ਉਹ ਫਿਰ ਇੱਕ ਰਸ ਜੋਗਾਨੰਦ ਦਾ ਝਰਨਾ ਝਰਨਾ ਚਰਦਾ ਨਿਜਰੋਂ ਇਉਂ ਚਰਦਾ ਹੈ। ਜਗਨਨਾਥ ਸਿਉ ਗੋਸ਼ਟ ਕਰੈ, ਫਿਰ ਉਹ ਜੋਗੀ ਜਗਨਨਾਥ ਪਰਮੇਸ਼ਰ ਦੀ ਚੇਤਨ ਰੂਪੀ ਲਾਟ, ਜਿਹੜੀ ਆਪਣਾ ਸਰੂਪ ਪਰਮੇਸ਼ਰ ਦਾ ਹੈ, ਉਹ ਲਾਟ ਜਿਹੜੀ ਹੈ ਪ੍ਰਕਾਸ਼ ਕਰੋੜਾਂ ਸੂਰਜਾਂ ਜਿਨ੍ਹਾਂ ਪ੍ਰਕਾਸ਼, ਉਹਦੇ ਨਾਲ ਧਿਆਨ ਦੁਆਰਾ ਗੋਸ਼ਟ ਚਰਚਾ ਕਰਦਾ ਹੈ, ਉੱਤਰ ਪ੍ਰਸ਼ਨ ਕਰਦਾ ਹੈ। ਜਾਣੀ ਕੋਈ ਪੁੱਛਣਾ ਹੁੰਦਾ ਹੈ, ਉਹ ਪੁੱਛਦਾ, ਪ੍ਰਮਾਤਮਾ ਨੂੰ ਦੱਸ ਦਿੰਦਾ ਵੀ ਆਹ ਗੱਲ ਹੈ। ਇਸ ਪ੍ਰਕਾਰ ਫਿਰ ਉਹ ਜਗਨਨਾਥ ਸਿਉ ਗੋਸ਼ਟ ਕਰੇ, ਐਂ ਗੋਸ਼ਟ ਕਰਦਾ ਹੈ, ਉੱਤਰ ਦਿੰਦਾ ਹੈ ਤੇ ਅੰਦਰੋਂ ਹੀ ਸਾਰੇ ਉੱਤਰ ਮਿਲਦੇ ਨੇ। ਉਹਨੂੰ ਕੋਈ ਬਾਹਰ ਗ੍ਰੰਥ ਪੜ੍ਹਨ ਦੀ ਵੀ ਲੋੜ ਨਹੀਂ ਪੈਂਦੀ, ਅੰਦਰ ਦੀ ਪੜ੍ਹਾਈ ਫਿਰ ਉਹਨੂੰ ਇਸ ਤਰ੍ਹਾਂ ਜੋਗੀਆਂ ਨੇ ਤੇ ਅੰਦਰ ਦੀ ਪੜ੍ਹਾਈ ਜਿਹੜੀ ਹੈ ਵੇਦਾਂ ਸ਼ਾਸਤਰਾਂ ਦੇ ਗਿਆਨ ਅੰਦਰੋਂ ਪ੍ਰਾਪਤ ਕਰ ਲਏ ਨੇ, ਪਰਮਾਤਮਾ ਨੂੰ ਪ੍ਰਾਪਤ ਕਰਕੇ। ਇਹ ਇੱਕ ਵੱਖਰਾ ਰਸਤਾ ਦੱਸਿਆ ਹੈ। ਤੇ ਜਿਹੜਾ 10ਵੇਂ ਦੁਆਰ ਸੁਰਤ ਪਹੁੰਚਦੀ ਹੈ, ਇਹ ਜੋਗਾ ਅਭਿਆਸ ਦੁਆਰਾ ਪਹੁੰਚਦੀ ਹੈ, ਸਹਿਜੋਗ ਦੀ ਨਾਮ ਦੁਆਰਾ ਪਹੁੰਚਦੀ ਹੈ। ਰਸਤੇ ਦੋਨੇ ਠੀਕ ਨੇ, ਉਹ ਬਾਅਦ ਦੇ ਵਿੱਚ ਆਏਗਾ ਅਰਥ।
ਫਿਰ ਜੋਗੀ ਜਿਹੜਾ ਉਹ ਜਗਨਨਾਥ ਦੇ ਨਾਲ ਇਸ ਤਰ੍ਹਾਂ ਮਿਲਾਪ ਕਰਕੇ ਅੰਦਰੋਂ ਹੀ ਉੱਤਰ ਪ੍ਰਾਪਤ ਕਰ ਲੈਂਦਾ ਹੈ। ਚੌਮੁਖ ਦੀਵਾ ਜੋਤ ਦੁਆਰ, ਚਾਰ ਮੂੰਹ ਵਾਲੇ ਦੀਪਕ ਦੀ ਤਰ੍ਹਾਂ ਦਸਮ ਦੁਆਰ ਜੀ ਚੇਤਨ ਦੀ ਲਾਟ ਦਾ ਜੋਤ ਪ੍ਰਕਾਸ਼ ਹੈ। ਜਿਵੇਂ ਚਾਰ ਬੱਤੀਆਂ ਪਾਈਆਂ ਹੁੰਦੀਆਂ ਨਾ, ਚੌਮੁਖ ਦੀਵਾ ਕਹਿੰਦੇ ਨੇ ਉਹਨੂੰ। ਚੌਮੁਖ ਦੀਵਾ ਜੋਤ ਦੁਆਰ ਸਹੰਸਰਦਰ ਕਮਲ ਦੇ। ਫਿਰ ਅੱਗੇ ਦੱਸਦੇ ਹਨ ਪਲੂ ਅਨੰਤ ਮੂਲ ਵਿਚਕਾਰ। ਤੇ ਇਹਨੂੰ ਪਲੂ ਕਹਿਣਾ, ਪੱਲੂ ਨਹੀਂ ਕਹਿਣਾ। ਪੱਲੂ ਹੁੰਦਾ ਪੱਲਾ, ਪਲੂ। ਸਹੰਸਰਦਰ ਕਮਲ ਦੇ ਪਲੂ ਪੱਤਿਆਂ ਨੂੰ, ਪੰਜਾਂ ਕੋਸ਼ਾਂ ਰੂਪੀ ਪੱਤਰਿਆਂ ਨੂੰ, ਤੇ ਅਨੰਤ ਲਾਂਭੇ ਕਰਕੇ ਦਸਮ ਦੁਆਰ ਚ ਮੂਲ ਰੂਪ ਡੋਡੀ ਦੇ ਅੰਦਰ ਧਿਆਨ ਨੂੰ ਟਿਕਾਉਂਦਾ ਹੈ। ਤੇ ਫਿਰ ਤੇ ਅਨੰਤ ਜਣੇ ਅਨੰਤ ਪੱਤਰਿਆਂ ਵਾਲਾ ਕਮਲ ਹੈ ਤੇ ਉਹਦੇ ਵਿਚਕਾਰ ਮੂਲ ਰੂਪ ਦੇ ਪਰਮੇਸ਼ਰ ਹੈ। ਮੂਲ ਰੂਪ ਚੇਤਨ ਦੀ ਲਾਟ ਹੈ। ਪੱਤਿਆਂ ਵੱਲੋਂ ਵਿਅਕਤੀ ਨੂੰ ਅਨੰਤ ਹਟਾ ਕੇ ਵਿਚਕਾਰ ਜੋ ਮੂਲ ਰੂਪ ਹੈ ਸਾਖੀ ਚੇਤਨ, ਉਹਦੇ ਵਿੱਚ ਚਿੱਤ ਦੀ ਬਿਰਤੀ ਲਗਾਉਂਦਾ ਹੈ। ਸਰਬ ਕਲਾ ਦੀ ਆਪੇ ਰਹੈ। ਉਹ ਜਿਹੜਾ ਕਿਹਾ ਨਾ, ਕਾਹੇ ਰਿਵਨ ਖੋਜਨ ਜਾਈ ਸਰਬ ਨਿਵਾਸੀ ਸਦਾ ਰਹਿ ਤੋਈ ਸੰਗ ਸਮਾਈ, ਉਹ ਵੈ ਵਿਆਖਿਆ ਹੈ। ਸਰਬ ਕਲਾ ਰੇ ਜੋਗੀ ਪੁਰਖ ਸਰਬ ਸਾਰੀਆਂ ਖੰਡ ਬ੍ਰਹਮੰਡ ਆਦ ਰਚਨਾ ਦੀਆਂ ਕਲਾ ਸ਼ਕਤੀਆਂ ਲੈ ਕੇ ਆਪਣੇ ਆਤਮ ਸਰੂਪ ਵਿੱਚ ਹੀ ਤੇ ਉਹ ਫਿਰ ਵਿਚਾਰ ਦੇ ਵਿੱਚ ਜੁੜਿਆ ਰਹਿੰਦਾ ਹੈ। ਸਰਬ ਕਲਾ ਦੇ ਆਪੇ ਰਹਿ, ਜੁੜਿਆ ਰਹੇ, ਰਹਿਣਾ ਕਰਦਾ ਹੈ, ਰਹਿਣਾ ਚਾਹੀਦਾ ਹੈ। ਮਨ ਮਾਨਕ ਰਤਨਾ ਮਹਿ ਗੁਹੈ। ਮਾਨਕਵਤ ਮਨ ਨੂੰ ਸੁਧ ਕਰਕੇ ਰਤਨਾ ਵਰਗੇ ਅਮੋਲਕ ਸੁਆਸਾਂ ਨੂੰ ਪੁਰਾਣਾ ਜਾਮ ਦੇ ਮਹਿ ਵਿੱਚ ਗੁਹੈ ਉਹ ਗੁੰਦ ਕੇ ਰੱਖਣਾ ਕਰੇ। ਮਸਤਕ ਪਦਮ ਦਵਾਲੈ ਮਣੀ। ਜੋ ਮਸਤਕ ਮੱਥੇ ਵੀ ਸਹੰਸਰਦਰ ਰੂਪੀ ਪਦਮ ਕਮਲ ਹੈ। ਮਸਤਕ ਸ਼੍ਰੋਮਣੀ ਦਸਮ ਦੁਆਰ ਰੂਪੀ ਕਮਲ ਫੁੱਲ ਹੈ, ਜਿਹਦੇ ਆਲੇ ਦੁਆਲੇ ਮਿਝ ਦੀਆਂ ਬੋਟੀਆਂ, ਤੇ ਉਹ ਮਿਝ ਦੀਆਂ ਬੋਟੀਆਂ ਮਣੀਆਂ ਵਾਂਗੂ ਚਮਕਦੀਆਂ, ਦੁਆਲੇ ਮਣੀ ਇਸ ਤਰ੍ਹਾਂ ਚਮਕਦੀਆਂ ਨਜ਼ਰ ਆਉਂਦੀਆਂ ਹਨ ਜੋਗੀ ਨੂੰ। ਮਾਹੇ ਨਿਰੰਜਨ ਤ੍ਰਿਭਵਨ ਧਣੀ। ਜੋ ਤ੍ਰਿਭਵਨ ਤਿੰਨਾਂ ਲੋਕਾਂ ਦਾ ਧਣੀ ਮਾਲਕ ਪਰਮੇਸ਼ਰ ਹੈ, ਉਹ ਨਿਰੰਜਨ ਸੁੱਧ ਸਰੂਪ ਪਰਮੇਸ਼ਰ। ਜੋਗੀ ਪੁਰਖ ਨੂੰ ਦਸਮ ਦੁਆਰ ਦੇ ਮਹਿ ਵਿੱਚ ਦਰਸ਼ਨ ਹੁੰਦੇ ਨੇ ਉਹਦੇ, ਉਹ ਸੁੱਧ ਸਰੂਪ ਦੀ ਚੇਤਨ ਰੂਪੀ ਲਾਟ ਦੇ ਦਰਸ਼ਨ ਹੁੰਦੇ ਨੇ। ਪਰਮਾਤਮਾ ਦੇ ਦਰਸ਼ਨ ਇਸ ਪ੍ਰਕਾਰ ਕਰਦੇ ਨੇ ਧਿਆਨ ਦੁਆਰਾ। ਪੰਜ ਸ਼ਬਦ ਨਿਰਮਾਇਲ ਬਾਜੇ। ਦਸਮ ਦੁਆਰ ਚ ਨਿਰਮੈਲ ਉਜਲ ਸੋਹਣੇ ਤਤਾਂਤੀ ਵਿੱਚ ਚਰਮ ਕਾ ਘਨ ਕੰਸੀ ਕਾ ਜਾਨ ਨਾ ਸਭ ਘਟ ਕੋ ਗਏ ਸਵਾਸ ਸੁਗਰ ਪਹਿਚਾਨ। ਇਹ ਪੰਜ ਸ਼ਬਦ ਬਾਜੇ ਵੱਜਦੇ ਸੁਣਦੇ ਨੇ ਉਹਨਾਂ ਨੂੰ। ਦਸਮ ਦੁਆਰ ਚ ਅੱਗੇ ਹੋਰ ਵੀ ਦੱਸਦੇ ਹਨ ਕੀ ਕੀ ਹੁੰਦਾ ਹੈ। ਢੁਲਕੇ ਚਵਰ ਸੰਖ ਘਨ ਗਾਜੇ। ਦਸਮ ਦੁਆਰ ਚਵਰ ਚੌਰ ਢੁਲ ਕੇ ਝੁਲਦਾ ਦਿਸਦਾ, ਸੰਖ ਵੱਜਦੇ ਸੁਣਦੇ ਨੇ, ਕੰਨ ਬੱਦਲਾਂ ਦੇ ਗਾਜੇ ਗਰਜਨ ਵਰਗੀ। ਦੁਬਾਰਾ ਬੋਲਿਓ, ਢੁਲਕੇ ਚਵਰ ਸੰਖ ਘਨ ਗਾਜੇ। ਤੇ ਜਿੱਥੇ ਦਸਮ ਦੁਆਰੇ ਚਵਰ ਹੁੰਦਾ ਦਿਸਦਾ, ਝੁਲਦਾ ਦਿਸਦਾ, ਸੰਖ ਵੱਜਦੇ ਸੁਣਦੇ ਹੈ, ਕੰਨ ਬੱਦਲਾਂ ਦੇ ਗਾਜੇ ਗਰਜਨ ਵਰਗੀ ਧੁਨੀ ਵੀ ਸੁਣਦੀ ਹੈ। ਕੰਨ ਬਹੁਤੇ ਸੰਖ ਵੱਜਦੇ ਸੁਣਦੇ ਹੈ। ਭਾਵ ਜਿਵੇਂ ਨਾ ਸਰਦੀ ਦੀ ਮੌਸਮ ਵਿੱਚ ਮਨੁੱਖ ਦੇ ਮੂੰਹ ਦੇ ਵਿੱਚੋਂ ਜਦੋਂ ਸਵਾਸ ਬਾਹਰ ਨੂੰ ਨਿਕਲਦਾ ਹੈ, ਉਸ ਵੇਲੇ ਸਵਾਸ ਧੁੰਦ ਵਾਂਗੂ ਚਿੱਟੀ ਨਜ਼ਰ ਆਉਂਦੀ ਹੈ। ਇਸੇ ਪ੍ਰਕਾਰ ਦਸਮ ਦੁਆਰ ਵਿੱਚ ਜੋਗੀ ਜਨ ਜਿਹੜੇ ਨੇ ਸਵਾਸ ਚੜਾਉਂਦੇ ਨੇ, ਜਦੋਂ ਸਵਾਸ ਚੌਰ ਦੀ ਤਰ੍ਹਾਂ ਤਾਰਾਂ ਵਾਂਗੂ ਚਮਕਦੇ ਪ੍ਰਤੀਤ ਹੁੰਦੇ ਨੇ। ਜੋਗਾ ਵੀ ਅਸੀਂ ਸਮਝਦੇ ਵੀ ਚੌਰ ਝੁਲ ਰਹੀ ਹੈ, ਹਵਾ ਰੁਕ ਰੁਕ ਕੇ ਨਾੜਾਂ ਚ ਰਾਹੀਂ ਦਸਮ ਦੁਆਰ ਤੋਂ ਨਿਕਲਦੀ ਹੈ, ਉਹ ਮਨ ਨੂੰ ਸੰਖ ਵੱਜਦਾ ਹੈ, ਇਉਂ ਉਸ ਦੀ ਗਰਜ ਪੈਂਦੀ ਹੈ ਤੇ ਸਮਝਦਾ ਨਗਾਰਾ ਵੱਜਦਾ, ਬੱਦਲ ਗੱਜਦੇ ਹੈ। ਜਿਹੜੀ ਬਹੁਤ ਇਕੱਠੀ ਹੋ ਕੇ ਦਮਕ ਪੈਂਦੀ ਹੈ, ਉਹ ਮਨ ਨੂੰ ਬੱਦਲ ਗੱਜਦਾ ਹੈ। ਇਸ ਪ੍ਰਕਾਰ ਸਮਝਦਾ। ਦਲ ਮਲ ਦੈਤਾ ਗੁਰਮੁਖ ਗਿਆਨ। ਜਿਸ ਦੇ ਥੱਲੇ ਨੂੰ ਜਾਂਦੇ ਸਵਾਸਾਂ ਰੂਪੀ ਦੈਤ ਹੋ, ਦੈਤਾਂ ਦੇ ਦਲ ਨੂੰ ਮਲ ਦਿੰਦਾ ਹੈ। ਦਾਲ ਮਲ ਦੈਤ ਹੋ, ਹਾਂਜੀ ਗੁਰਮੁਖ ਗਿਆਨ। ਇਹਨੂੰ ਰੋਕ ਲਿਆ, ਭਾਵ ਉਹ ਗੁਰਮੁਖ ਜੋਗੀ ਦਸਮ ਦੁਆਰ ਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ। ਉਸ ਨੂੰ ਬੇਣੀ ਜਾਚੈ ਤੇਰਾ ਨਾਮ। ਭਗਤ ਬੇਣੀ ਜੀ ਪਰਮੇਸ਼ਰ ਦੇ ਸਨਮੁਖ ਬੇਨਤੀ ਕਰਦੇ ਹੈ, ਪਰਮੇਸ਼ਰ ਜੋਗਾ ਅਭਿਆਸ ਕਰਨ ਦੀ ਯੁਕਤੀ ਪਾ ਕੇ ਫਿਰ ਵੀ ਮੈਂ ਤੇਰਾ ਨਾਮ ਅੰਮ੍ਰਿਤ ਮੰਗਦਾ। ਮੈਂ ਯੋਗ ਅਭਿਆਸ ਨੂੰ ਮੁੱਖ ਨਹੀਂ ਸਮਝਦਾ, ਤੇਰੇ ਨਾਮ ਨੂੰ ਮੰਗਦਾ। ਤੇ ਇਸ ਕਰਕੇ ਮੈਨੂੰ ਕਿਰਪਾ ਕਰੋ, ਹਰ ਵਕਤ ਤੇਰੇ ਨਾਮ 'ਚ ਮੇਰਾ ਚਿੱਤ ਜੁੜਿਆ ਰਹੇ। ਬੇਣੀ ਭਗਤ ਜੀ ਇਸ ਸ਼ਬਦ ਦੀਆਂ 9 ਪੌੜੀਆਂ ਵਿੱਚ ਜੋਗੀ ਪੁਰਖ ਨੂੰ ਯੋਗ ਅਭਿਆਸ ਦੁਆਰਾ ਦਸਮ ਦੁਆਰਾ ਖੁੱਲ੍ਹਦਾ ਦੱਸਿਆ ਹੈ। ਜਿਵੇਂ ਸ਼ਬਦ ਸੁਣਦੇ ਨੇ ਤੇ ਇਸ ਪ੍ਰਕਾਰ ਕਿਵੇਂ ਰੋਸ਼ਨੀ ਦਿਖਦੀ ਹੈ, ਕਿਵੇਂ ਸ਼ਬਦ ਸੁਣਦੇ ਨੇ, ਉਹਦਾ ਵਰਣਨ ਕੀਤਾ ਹੈ।
ਹੁਣ ਅੰਤਰੀ ਭਾਵ ਦੇ ਸੁਣੋ ਇਸ ਦਾ ਭਾਵ ਫਿਰ ਬੋਲੋ ਜੀ। ਈੜਾ ਪਿੰਗਲਾ ਔਰ ਸੁਖਮਨਾ। ਸ਼ਬਦ ਇੱਥੋਂ ਸ਼ੁਰੂ ਹੁੰਦਾ ਹੈ ਪਰ ਇਹ ਅਨਮੇ ਰੀਤ ਅਨੁਸਾਰ ਹੁਣ ਬੋਲੋ ਜੀ। ਦੇਵ ਸਥਾਨੈ ਦੇਵ ਸਥਾਨੈ ਕਿਆ ਨੀਸਾਣੀ। ਤੇ ਇਉਂ ਰਹਾਉ ਦੀ ਤੁਕ ਤੋਂ ਅਰਥ ਹੈ ਦੇਵ ਪ੍ਰਕਾਸ਼ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਸਤਸੰਗਤ ਰੂਪੀ ਸਥਾਨ ਦੀ ਕੀ ਨਿਸ਼ਾਨੀ ਹੈ ਜੀ। ਇਹਦਾ ਹੁਣ ਉੱਤਰ ਦਿੰਦੇ ਅੱਗੇ। ਹਾਂ ਤਹਿ ਬਾਜੇ ਤਹਿ ਬਾਜੇ ਸ਼ਬਦ ਅਨਾਹਦ ਬਾਣੀ। ਉੱਤੇ ਸਤਸੰਗ ਵਿੱਚ ਗੁਰਾਂ ਦੇ ਸ਼ਬਦ ਅਨਾਹਦ ਹੱਦ ਤੋਂ ਰਹਿਤ ਇੱਕ ਰਸ ਬਾਣੀ ਦਾ ਉਚਾਰਨ ਹੋ ਰਿਹਾ ਹੈ। ਯਾਨੀ ਅਰਥ ਗੁਰਬਾਣੀ ਦੇ ਤੇ ਜਿਹੜੇ ਨੇ ਉੱਥੇ ਵਿਚਾਰੇ ਜਾ ਰਹੇ ਨੇ। ਉੱਥੇ ਇੱਕ ਰਸ ਕੀਰਤਨ ਹੋ ਰਿਹਾ ਹੈ, ਕਥਾ ਹੋ ਰਹੀ ਹੈ। ਤੋ ਇਸ ਪ੍ਰਕਾਰ ਦੱਸਿਆ। ਹੁਣ ਅੱਗੇ ਜਿਹੜੇ ਸਾਸ ਜੀ ਅਰਥ ਵਿਚਾਰ ਹੈ ਨਾ ਉਹ ਆਰੰਭ ਤੋਂ ਸ਼ੁਰੂ ਹੁੰਦੇ ਨੇ। ਸੁਣੋ ਜੀ। ਈੜਾ ਪਿੰਗਲਾ ਔਰ ਸੁਖਮਨਾ। ਇਹ ਸੰਤ ਜਨੋ ਈੜਾ ਭਾਵ ਭਗਤੀ, ਪਿੰਗਲਾ ਭਾਵ ਕਰਮ ਕਥਾ, ਸੁਖਨਾ ਭਾਵ ਗਿਆਨ ਦੀ ਕਥਾ। ਭਗਤੀ, ਕਰਮ ਕਥਾ, ਬ੍ਰਹਮ ਵਿਦਿਆ ਇਹ ਤਿੰਨੇ ਨਦੀਆਂ ਸਤਸੰਗ ਰੂਪੀ ਥਾਂ ਦੇ ਵਿੱਚ ਅੱਗੇ 3 ਵਸੈਂ ਬੋਲਿਓ ਜੀ। 3 ਵਸ ਹੈ ਇੱਕ ਠਾਈ। ਇਹ ਤਿੰਨੇ ਨਦੀਆਂ ਸਤਸੰਗ ਰੂਪੀ ਥਾਂ ਦੇ ਵਿੱਚ ਵਸ ਰਹੀਆਂ। ਈੜਾ ਚੰਦਰਮਾ ਦੀ ਸੁਰ, ਚੰਦਰਮਾ ਸੁਰ ਦੇ ਵਿੱਚੋਂ ਲੈਣੀ ਗੰਗਾ, ਗੰਗਾ ਤੋਂ ਲੈਣੀ ਭਗਤੀ ਸਮਝਣੀ। ਪਿੰਗਲਾ ਸੂਰਜ ਦੀ ਸੁਰ, ਸੱਜੀ ਸੁਰ, ਇਸ ਤੋਂ ਲੈਣੀ ਵਿੱਚੋਂ ਜਮਨਾ, ਜਮਨਾ ਤੋਂ ਭਾਵ ਕਰਮ ਕਥਾ। ਜਿਹੜਾ ਗੁਰ ਸਤਿਗੁਰ ਕਾਜੂ ਸਿੱਖ ਕਾਇ ਸੋ ਭਲਕੇ ਉਠਾਰ ਨਾਮ ਤੇ ਆਵੇ ਸਾਰੇ ਕਰਮ ਲਿਖੇ ਹੈ ਵੀ ਗੁਰਸਿੱਖ ਦਾ ਕੀ ਕਰਮ ਹੈ। ਸੁਖਨਾ ਮਨ ਨੂੰ ਸੁਖ ਦੇਣ ਵਾਲੀ ਸੁਖਨਾ, ਇਸ ਚੋਂ ਲੈਣੀ ਸਰੁਸਤੀ, ਸਰੁਸਤੀ ਦੇ ਵਿੱਚੋਂ ਗਿਆਨ, ਇਹ ਗਿਆਨ ਦੀ ਕਥਾ ਸਮਝਣੀ। ਇਹ ਸਤਸੰਗ ਦੇ ਵਿੱਚ ਇਹ ਤਰਵੈਣੀ ਹੈ ਅਸਲ ਦੇ ਵਿੱਚ। ਬੇਣੀ ਸੰਗਮ ਤਹਿ ਪਿਰਾਗ। ਜਿੱਥੇ 3 ਨਦੀਆਂ ਇਕੱਠੀਆਂ ਹੋਣ ਤ੍ਰਿਵੇਣੀ ਦਾ ਸੰਗਮ ਸੰਬੰਧ ਹੁੰਦਾ ਹੈ, ਉੱਥੇ ਪਿਰਾਗ ਰਾਜ ਹੁੰਦਾ ਹੈ। ਇਸੇ ਤਰ੍ਹਾਂ ਸਤਸੰਗ ਜੀ ਭਗਤੀ, ਕਰਮ ਕਥਾ, ਗਿਆਨ ਕਥਾ, ਕਥਾ ਰੂਪ ਇਹ ਨਦੀਆਂ ਨੇ ਤ੍ਰਿਵੇਣੀ ਬਣੀ ਹੋਈ ਹੈ। ਤੇ ਜਿਹਦੇ ਵਿੱਚ ਤਿੰਨੇ ਹੀ ਭਗਤੀ, ਕਰਮ ਤੇ ਗਿਆਨ ਇਹ 3 ਨਦੀਆਂ ਇਕੱਠੀਆਂ ਹੋ ਗਈਆਂ। ਉਹ ਸਤਸੰਗ ਰੂਪੀ ਤ੍ਰਿਵੇਣੀ ਅੰਦਰ ਹੈ। ਨਾਮ ਰੂਪੀ ਜਲ ਵਿੱਚ ਗੁਰਮੁਖ ਅਧਿਕਾਰੀ ਜਿਹੜੇ ਨੇ ਬੋਲੇ ਜੀ ਅੱਗੇ। ਬੇਣੀ ਸੰਗਮ ਤਹਿ ਪਿਰਾਗ। ਤੇ ਤਿੰਨੇ ਨਦੀਆਂ ਜਿੱਥੇ ਇਕੱਠੀਆਂ ਗਿਆਨ, ਕਰਮ, ਭਗਤੀ ਇਹ 3 ਹੋ ਗਈਆਂ। ਉਹ ਪਿਰਾਗ ਰਾਜ ਹੈ। ਜਿਵੇਂ ਪ੍ਰਤੱਖ ਨਦੀਆਂ ਅੱਗੇ ਦੱਸਦੇ ਨੇ। ਮਨ ਮੱਜਨ ਕਰੇ ਤਿਥਾਈ। ਉਹ ਸਤਸੰਗ ਰੂਪੀ ਤ੍ਰਿਵੇਣੀ ਦੇ ਅੰਦਰ ਨਾਮ ਰੂਪੀ ਜਲ ਵਿੱਚ ਗੁਰਮੁਖ ਜਨ ਅਧਿਕਾਰੀ ਇਸ਼ਨਾਨ ਕਰਦਾ ਹੈ। ਕਿਉਂਕਿ ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਉਹ ਇਸ ਪ੍ਰਕਾਰ ਦਾ ਇਸ਼ਨਾਨ ਕਰਦਾ ਹੈ ਤਿਥਾਈ, ਉਹ ਸਤਸੰਗ ਦੇ ਟਿਕਾਣੇ ਤੇ। ਇਸ ਕਰਕੇ ਜਿਹੜਾ ਭਗਤੀ ਕਰਦਾ ਮਨ ਨੂੰ ਗੰਗਾ ਦਾ ਇਸ਼ਨਾਨ ਕਰ ਲਿਆ। ਜਿਹੜਾ ਗੁਰਾਂ ਦੀ ਦਸੀ ਰਹਿਤ ਵਹਿਤ ਨੂੰ ਕਮਾਉਂਦਾ ਹੈ ਉਹ ਜਮਨਾ ਦਾ ਇਸ਼ਨਾਨ ਕਰ ਲਿਆ। ਜਿਹੜਾ ਗਿਆਨ ਦੇ ਚਿੱਤ ਨੂੰ ਟਿਕਾਉਂਦਾ ਮਨ ਨੂੰ ਸਰੂਸਤੀ ਦਾ ਇਸ਼ਨਾਨ ਕਰ ਲਿਆ। ਇਉਂ ਸਤਸੰਗ ਮਨ ਨੂੰ ਪੁਰਬ ਲੱਗਿਆ ਹੋਇਆ। ਜਿਹਦਾ ਮਨ ਕਰਮ ਉਪਾਸਨਾ ਗਿਆਨ ਦੀ ਪ੍ਰਾਪਤੀ ਵਾਲੇ ਬਚਨ ਸੁਣਦਾ ਹੈ, ਮਨ ਉਸਨੇ ਇਹੋ ਪੁਰਬ ਦੇ ਸਮੇਂ ਦਾ ਇਸ਼ਨਾਨ ਕੀਤਾ ਹੈ। ਸੰਤੋ ਤਹਾ ਨਿਰੰਜਨ ਰਾਮ ਹੈ। ਇਹ ਸੰਤ ਜਨੋ ਉੱਥੇ ਸਤਸੰਗ 'ਚ ਨਿਰੰਜਨ ਸੁੱਧ ਸਰੂਪ ਰਾਮ ਪਰਮੇਸ਼ਰ ਆਪ ਹੀ ਵਸ ਰਿਹਾ ਹੈ। ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਗੁਰ ਗਾਮ ਚੀਨੈ ਬਿਰਲਾ ਕੋਇ। ਪਰ ਗੁਰਾਂ ਤੋਂ ਗਿਆਨ ਦੀ ਗਮਤਾ ਪ੍ਰਾਪਤ ਕਰਕੇ ਕੋਈ ਟਾਵਾਂ ਪੁਰਖ ਹੀ ਜਾਣਦਾ ਹੈ। ਪਰਮੇਸ਼ਰ ਆਪ ਵੀ ਸਤਸੰਗ ਵੀ ਜ਼ਿਆਦਾ ਐਸਾ ਨਿਸ਼ਚਾ ਕੋਈ ਕਰ ਲੈ। ਕੋਈ ਬਿਰਲਾ ਹੀ ਗੁਰਾਂ ਦੇ ਉਪਦੇਸ਼ ਦੁਆਰਾ ਗਿਆਨ ਪ੍ਰਾਪਤ ਹੋਏ ਤੋਂ ਸਤਸੰਗ 'ਚ ਪਰਮੇਸ਼ਰ ਨੂੰ ਪ੍ਰਗਟ ਕਰਨਾ ਜਾਣਦਾ ਹੈ। ਤਹਾ ਨਿਰੰਜਨ ਰਮਈਆ ਹੋਏ। ਉੱਥੇ ਸਤਸੰਗ ਵਿੱਚ ਨਿਰੰਜਨ ਸੁੱਧ ਸਰੂਪ ਰਮਈਆ ਰਮਿਆ ਹੋਇਆ ਪਰਮੇਸ਼ਰ ਆਪ ਹੀ ਸਾਖਸ਼ਾਤ ਹੋ ਜਾਂਦਾ ਹੈ। ਉੱਥੇ ਸਤਸੰਗ ਜਾਣ ਵਾਲਾ ਰਮੇ ਹੋਏ ਪਰਮੇਸ਼ਰ ਦਾ ਸਰੂਪ ਹੀ ਹੋ ਜਾਂਦਾ ਹੈ। ਰਹਾਉ ਅਸਾਈ ਦੇ ਕੇ ਫਰਮਾਨ ਕਰਦੇ ਹਨ ਜੀ। ਦੇਵ ਸਥਾਨੈ ਕਿਆ ਨੀਸਾਣੀ। ਦੇਵ ਸਥਾਨੇ ਪ੍ਰਕਾਸ਼ ਰੂਪ ਪਰਮੇਸ਼ਰ ਦੀ ਪ੍ਰਾਪਤੀ ਕਰਾਉਣ ਵਾਲੀ ਸਤਸੰਗ ਦੀ ਕੀ ਨਿਸ਼ਾਨੀ ਹੈ ਉੱਤਰ ਦਿੰਦੇ ਹਨ। ਤਹ ਬਾਜੇ ਸ਼ਬਦ ਅਨਾਹਦ ਬਾਣੀ। ਕਹਿੰਦੇ ਉੱਥੇ ਸਤਸੰਗ ਜੀ ਸ਼ਬਦ ਕੀਰਤਨ ਦੇ ਇੱਕ ਰਸ ਪਰਮੇਸ਼ਰ ਦੀ ਬਾਣੀ ਦਾ ਉਚਾਰਨ ਹੁੰਦਾ ਹੈ। ਤਹ ਚਾਂਦਨਾ ਸੂਰਜ ਪੌਣ ਨਾ ਪਾਣੀ। ਤਾਂ ਉੱਥੇ ਸਤਸੰਗ ਵਿੱਚ ਚੰਦਰਮਾ ਵਰਤ ਜਾਂ ਚੰਦਰਮਾ ਦੇ ਵਰਤ ਜਾਂ ਸੂਰਜ ਦੇ ਵਰਤ ਰੱਖਣ ਦੀ ਲੋੜ ਨਹੀਂ ਹੈ, ਜਾਂ ਚੰਦਰ ਗ੍ਰਹਿਣ ਸੂਰਜ ਗ੍ਰਹਿਣ ਮੰਨਣ ਦੀ ਲੋੜ ਨਹੀਂ ਹੈ, ਅਤੇ ਨਾ ਹੀ ਦਸਮ ਦੁਆਰ ਵਿੱਚ ਸਵਾਸ ਚੜਾਉਣ ਦੀ ਲੋੜ ਹੈ। ਤਹ ਚੰਦ ਨਾ ਸੂਰਜ ਪੌਣ ਨਾ ਪਾਣੀ ਕਹਿ ਦਿਓ ਮੜਾ। ਪੌਣ ਨਾ ਪਾਣੀ। ਤੇ ਉੱਥੇ ਫਿਰ ਪਾਣੀ ਵਿੱਚ ਖੜ ਕੇ ਜਲ ਧਾਰੇ ਕਰਨ ਦੀ ਵੀ ਲੋੜ ਨਹੀਂ, ਤੇ ਫਿਰ ਪੌਣ ਸਵਾਸ ਚੜਾਉਣ ਦੀ ਵੀ ਲੋੜ ਨਹੀਂ। ਉੱਥੇ ਸਤਸੰਗ ਚੰਦਰਮਾ ਦੀ ਨਿਆਈ ਸਤੋਗੁਣ, ਸੂਰਜ ਦੀ ਨਿਆਈ ਤਮੋਗੁਣ ਵੀ ਨਹੀਂ ਹੈ, ਪੌਣ ਦੀ ਨਿਆਈ ਰਜੋਗੁਣ ਵੀ ਨਹੀਂ ਹੈ, ਪਦਾਰਥਾਂ ਰੂਪੀ ਪਾਣੀ ਵੀ ਨਹੀਂ ਹੈ। ਉੱਥੇ ਮਾਇਆ ਦਾ ਮੋਹ ਰੂਪੀ ਚੰਦਰਮਾ ਨਹੀਂ ਹੈ, ਤਮੋਗੁਣ ਰੂਪੀ ਸੂਰਜ ਵੀ ਨਹੀਂ ਹੈ, ਨਾ ਹੀ ਪਾਣੀ ਜਲ ਧਾਰੇ ਆਦਿ ਕਰਨ ਦੀ ਉਪਾਸਨਾ ਹੈ।
ਨਾ ਹੀ ਦਸਮ ਦਰਜ ਪ੍ਰਾਣ ਚੜਾਈ ਦੇ ਹਨ। ਸਾਖੀ ਜਾਗੀ ਗੁਰਮੁਖ ਜਾਣੇ, ਜਿਸ ਦੇ ਹਿਰਦੇ ਗੁਰ ਸਿੱਖਿਆ ਧਾਰਨ ਕੀਤੀ ਹੈ, ਇੱਛਾ ਜਾਗੀ ਜਾਗ ਪਈ ਹੈ, ਜਾਂ ਜਿਸ ਦੇ ਅੰਦਰ ਪੂਰਵ ਪ੍ਰਾਪਤੀ ਵਾਲੀ ਗੁਰ ਸਿੱਖਿਆ ਜਾਗ ਪਈ ਹੈ, ਉਹ ਗੁਰਮੁਖ ਜਨ ਪਰਮੇਸ਼ਰ ਦੇ ਤਾਂ ਹੀ ਜਾਣੀ ਜਾਣ ਲੈਂਦਾ ਹੈ। ਸਾਖੀ ਜਾਗੀ ਗੁਰਮੁਖ ਜਾਣੇ, ਜਿਹਦੀ ਬੁੱਧੀ ਗੁਰ ਸਿੱਖਿਆ ਦੁਆਰਾ ਅਵਿਦਿਆ ਰੂਪੀ ਰਾਤ ਤੋਂ ਗਿਆਨ ਅਵਸਥਾ ਵਿੱਚ ਜਾਗੀ ਹੈ, ਉਹ ਗੁਰਮੁਖ ਦੀ ਰੀਤੀ ਨੂੰ ਜਾਣਿਆ। ਜਿਸ ਦੀ ਬਿਰਤੀ ਗੁਰ ਸਿੱਖਿਆ ਦੁਆਰਾ ਗਿਆਨ ਅਵਸਥਾ ਵਿੱਚ ਜਾਗੀ ਹੈ, ਉਹ ਗੁਰਮੁਖ ਨੇ ਸਤਸੰਗ ਦੀ ਮਹਿਮਾ ਨੂੰ ਜਾਣਿਆ ਹੈ। ਉਪਜੈ ਗਿਆਨ ਦੁਰਮਤ ਸੀਜੈ, ਜਿਸ ਵੇਲੇ ਸਤਸੰਗ ਦਾ ਸਦਕਾ ਬ੍ਰਹਮ ਗਿਆਨ ਹਿਰਦੇ ਉਪਜੈ ਪੈਦਾ ਹੁੰਦਾ ਹੈ, ਉਸ ਵੇਲੇ ਦੁਰਮਤ ਖੋਟੀ ਮਤ ਜਿਹੜੀ ਹੈ, ਦੁਰਮਤ ਛੀਜੈ ਨਾਸ ਹੋ ਜਾਂਦੀ ਹੈ। ਅੰਮ੍ਰਿਤ ਰਸ ਗਗਨ ਅੰਤਰ ਭੀਜੈ, ਸਤਸੰਗ ਦੇ ਵਿੱਚ ਨਾਮ ਅਮਰ ਦਾ ਰਸ ਹੈ, ਇਸ ਵਿੱਚ ਗਗਨ ਅੰਤਰ, ਗਗਨ ਹਿਰਦਾ, ਅੰਤਰ ਅੰਦਰੋਂ ਭਿੱਜ ਜਾਂਦਾ ਹੈ। ਹਿਰਦਾ ਜੋ ਚਿਦਾਕਾਸ਼ ਰੂਪੀ ਬ੍ਰਹਮ ਸਾਰਿਆਂ ਦੇ ਅੰਦਰ ਹੈ, ਉਹਦੇ ਚ ਮਨ ਭਿੱਜ ਜਾਂਦਾ ਹੈ, ਤੇ ਐਸਾ ਸਤਸੰਗ ਦੇ ਵਿੱਚ ਨਾਮ ਅੰਮ੍ਰਿਤ ਰਸ ਹੈ ਜੀ। ਈਸ ਕਾ ਜੋ ਜਾਣੈ ਭੇਉ, ਇਸ ਨਾਮ ਅੰਮ੍ਰਿਤ ਦੀ ਕਲਾ ਸ਼ਕਤੀ ਦਾ, ਗੁਰਮਤਿ ਦੀ ਕਲਾ ਦਾ, ਜੋ ਗੁਰਾਂ ਦੁਆਰਾ ਭੇਦ ਜਾਣਦਾ ਹੈ, ਤੇ ਉਹਨੂੰ ਦੱਸਦੇ ਨੇ ਭੇਟੈ ਤਾਸ ਪਰਮ ਗੁਰਦੇਵ, ਉਹ ਸਭ ਤੋਂ ਪਰਮ ਵੱਡਾ ਗੁਰਦੇਵ ਪਰਮੇਸ਼ਰ ਭੇਟਿਆ ਮਿਲ ਜਾਂਦਾ ਉਸ ਨੂੰ। ਦਸਮ ਦੁਆਰਾ ਅਗਮ ਅਪਾਰਾ, ਪੰਜਾਂ ਤੱਤਾਂ ਦੀ ਧਾਰਨਾ ਤੇ ਪੰਜ ਸੱਤ ਸੰਤੋਖ ਆਦਿ ਸ਼ੁਭ ਗੁਣਾਂ ਦੇ ਸਹਿਤ ਜਿਹਦਾ ਦਸਵਾਂ ਦੁਆਰ ਤੇ ਬਣਿਆ ਹੋਇਆ ਹੈ। ਇਹੋ ਹੀ ਅਗਮ ਮਨ ਦੀ ਸੰਕਲਪਾਂ ਵਿਕਲਪਾਂ ਤੋਂ ਰਹਿਤ, ਅਪਾਰਾ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ। ਪਰਮ ਪੁਰਖ ਕੀ ਘਾਟੀ, ਸਭ ਤੋਂ ਪਰਮ ਵੱਡੇ ਪੁਰਖ ਪਰਮੇਸ਼ਰ ਦੇ ਗਿਆਨ ਦੀ ਪ੍ਰਾਪਤੀ ਦੀ ਘਾਟੀ ਹੈ। ਇਹ ਰਸਤਾ ਜਿਵੇਂ ਪਹਾੜਾਂ ਦੀਆਂ ਘਾਟੀਆਂ ਹੁੰਦੇ ਨੇ, ਐ ਚੜ੍ਹਨਾ ਔਖਾ ਹੈ। ਉਪਰ ਹਾਟ ਪਰ ਆਲਾ, ਤੇ ਸਭ ਖੰਡਾਂ ਰੂਪੀ ਹੱਟਾਂ ਦੇ ਉੱਪਰ ਭਾਰਤ ਖੰਡ ਰੂਪੀ ਹੱਟ ਹੈ। ਭਾਰਤ ਖੰਡ ਰੂਪੀ ਹੱਟ ਦੇ ਉੱਪਰ ਮਨੁੱਖਾ ਜਨਮ ਰੂਪੀ ਹੱਟ ਹੈ। ਉੱਪਰ ਹਾਟ ਪਰ ਆਲਾ, ਮਨੁੱਖਾ ਜਨਮ ਰੂਪੀ ਹੱਟ ਦੇ ਉੱਪਰ ਸਤਸੰਗ ਰੂਪੀ ਆਲਾ ਹੈ। ਆਲੇ ਭੀਤਰ ਥਾਤੀ, ਸਤਸੰਗਤ ਰੂਪੀ ਆਲੇ ਦੇ ਵਿੱਚ ਬ੍ਰਹਮ ਵਿਦਿਆ ਰੂਪੀ ਥੈਲੀ ਰੱਖੀ ਹੋਈ ਹੈ। ਜਾਗਤ ਰਹੈ ਸੋ ਕਬਹੁ ਨਾ ਸੋਵੈ, ਜਿਹੜਾ ਗਿਆਨ ਅਵਸਥਾ ਵਿੱਚ ਜਾਗਦਾ ਰਹਿੰਦਾ ਹੈ, ਉਹ ਕਦੇ ਵੀ ਮੋਹ ਅਵਿਦਿਆ ਰੂਪੀ ਨੀਂਦ ਵਿੱਚ ਨਹੀਂ ਸੌਂਦਾ। ਕਦੇ ਵੀ ਆਲਸੀ ਪ੍ਰਮਾਦੀ ਹੋ ਕੇ ਗੁਰੂ ਉਪਦੇਸ਼ ਦੀ ਕਮਾਈ ਕਰਨ ਤੋਂ ਮੁਨਕਰ ਨਹੀਂ ਹੁੰਦਾ ਹੈ। ਉਹ ਕਮਾਉਣਾ ਰੂਪ ਮਤਲਬ ਜਿਹੜਾ ਮੁਨਕਰ ਹੋ ਜਾਣਾ, ਪ੍ਰਮਾਦੀ ਹੋ ਕੇ ਗੁਰੂ ਉਪਦੇਸ਼ ਨੂੰ ਨਾ ਕਮਾਉਣਾ, ਉਹ ਨਹੀਂ ਕਰਦਾ। ਐਸਾ ਸਾਵਧਾਨ ਰਹਿੰਦਾ। ਤੀਨ ਤਿਲੋਕ ਸਮਾਦ ਪਲੋਵੈ, ਤਿੰਨਾਂ ਗੁਣ ਰਜੋ ਗੁਣ ਸਤੋ ਗੁਣ ਤਮੋ ਗੁਣ, ਤਿਲੋਕ ਤਿੰਨ ਲੋਕ, ਦੇਵ ਲੋਕ ਮਾਤ ਲੋਕ ਪਤਾਲ ਲੋਕ, ਤੇ ਤਿੰਨੇ ਤਿਲਕਾ ਕਰਤਾ ਕਰਮ ਕਿਰਿਆ, ਤਿੰਨੇ ਧਿਆਤਾ ਧਿਆਨ ਤੇ ਤ੍ਰਿਕੁਟੀ, ਤਿੰਨੇ ਗਿਆਤਾ ਗਿਆਨ ਗੇ, ਇਹ ਵੀ ਤ੍ਰਿਕੁਟੀ ਹੈ, ਤੇ ਤਿੰਨੇ ਪ੍ਰਮਾਤਾ ਪ੍ਰਮਾਣ ਪਰਮੇ, ਇਹ ਤ੍ਰਿਕੁਟੀਆਂ ਨੇ। ਜੋ ਤਿੰਨਾਂ ਲੋਕਾਂ ਦੇ ਤੇ ਲੋਕ ਤੇ ਤਿੰਨੇ ਜਾਗਰਤ ਸੁਪਨ ਅਵਸਥਾ ਲੋਕ ਪ੍ਰਕਾਸ਼ ਰੂਪ ਹੈ, ਉਹ ਪਰਮੇਸ਼ਰ ਨਿਰਵਿਕਲਪ ਸਮਾਧੀ ਲਾ ਕੇ ਫਿਰ ਉਹਦੇ ਵਿੱਚ ਪਲੋਭ ਹੈ, ਅਲੋਪ ਭਾਵ ਅਭਾਵ ਕਰ ਦਿੰਦਾ ਹੈ ਆਪਣੇ ਆਪ ਨੂੰ। ਉਹਦੇ ਵਿੱਚ ਉਹ ਪ੍ਰਕਾਸ਼ ਹੈ, ਉਹਦੇ 'ਚ ਨਿਰਵਿਕਲਪ ਸਮਾਧੀ ਲਾ ਕਰਕੇ ਇਹਨਾਂ ਦਾ ਪਲੋਭ ਹੈ, ਅਲੋਪ ਭਾਵ ਅਭਾਵ ਕਰ ਦੇਵੇ। ਇਸ ਪ੍ਰਕਾਰ ਇਹ ਜੁਗਤੀ ਦਸੀ ਹੈ ਸਹਿਜੋਗ ਦੇ। ਬੀਜ ਮੰਤਰ ਲੈ ਹਿਰਦੈ ਰਹੈ, ਸਭ ਮੰਤਰਾਂ ਦਾ ਮੂਲ ਸਤਨਾਮ ਰੂਪੀ ਬੀਜ ਮੰਤਰ ਲੈ ਕੇ, ਮੂਲ ਮੰਤਰ ਲੈ ਕੇ, ਗੁਰਮੰਤਰ ਵਾਹਿਗੁਰੂ ਗੁਰਮੰਤਰ ਹੈ ਜਪ ਹੋਮੇ ਕੋਈ, ਹਿਰਦੇ 'ਚ ਹਰ ਵਕਤ ਜਪਦਾ ਰਹਿੰਦਾ ਹੈ। ਅਤੇ ਮਨ ਨੂੰ ਸੰਸਾਰ ਵੱਲੋਂ ਮਨੁਆ ਉਲਟ ਸੁਨ ਮਹਿ ਗਹਿ, ਤੇ ਮਨ ਨੂੰ ਸੰਸਾਰ ਵੱਲੋਂ ਉਲਟਾ ਕੇ ਤੇ ਫਿਰ ਸੁਨ ਅਫੁਰ ਰੂਪ ਪਰਮੇਸ਼ਰ ਵਿੱਚ ਲਾਉਣ ਰੂਪ ਗਹਿ ਪਕੜਨਾ ਕਰਦਾ ਹੈ, ਜਾਂ ਫਿਰ ਪਰਮੇਸ਼ਰ ਵਿੱਚ ਗਹਿ ਗੁੰਥਨ ਭਾਵ ਜੋੜਨਾ ਕਰਦਾ ਹੈ। ਜਾਗਤ ਰਹਿ ਨਾ ਅਲੀਆ ਭਾਖੈ, ਹਰ ਵਕਤ ਗਿਆਨ ਅਵਸਥਾ ਵਿੱਚ ਜਾਗਦਾ ਰਹਿੰਦਾ ਹੈ, ਨਾ ਜਾਗਣਾ ਕਰੇ। ਅਲੀਆ ਇੰਦਰੀਆਂ ਵਿਸ਼ਿਆਂ ਵੱਲ ਨਾ ਭਾਖੈ, ਭਖਣ ਭਾਵ ਇੰਦਰੀਆਂ ਕਦੇ ਵਿਸ਼ਿਆਂ ਦੇ ਪ੍ਰੈਣ ਨਾ ਹੋਣ, ਐਸੀ ਅਵਸਥਾ ਕਰੇ। ਅੰਤੁ ਇੰਦਰੀ ਵਾਸ ਕਰ ਰੱਖੈ, ਪੰਜੇ ਕਰਮ ਇੰਦਰੀਆਂ ਨੂੰ ਬਸ ਕਾਬੂ ਕਰਕੇ ਰੱਖੇ, ਰੱਖਣਾ ਕਰੇ ਭਾਵ ਹੱਥਾਂ ਦੇ ਨਾਲ ਚੋਰੀ ਨਾ ਕਰੇ, ਪੈਰਾਂ ਨਾਲ ਕੁਸੰਗਤ ਵਿੱਚ ਨਾ ਜਾਵੇ, ਰਸਨਾ ਦੇ ਨਾਲ ਝੂਠ ਨਾ ਬੋਲੇ ਆਦ। ਗੁਰ ਕੀ ਸਾਖੀ ਰਾਖੈ ਚੀਤ, ਗੁਰਾਂ ਦੀ ਨਾਮ ਅੰਮ੍ਰਿਤ ਰੂਪੀ ਸਿੱਖਿਆ ਨੂੰ ਹਰ ਵਕਤ ਚਿੱਤ ਵਿੱਚ ਵਸਾ ਕੇ ਰੱਖੇ, ਰੱਖਣਾ ਕਰੇ।
ਅੱਗੇ ਦੱਸਦੇ ਨੇ, ਮਨ ਤਨ ਅਰਪੈ ਕ੍ਰਿਸ਼ਨ ਪ੍ਰੀਤ। ਜਿਹਦੇ ਵਿੱਚ ਕ੍ਰਿਸ਼ ਕਮਜ਼ੋਰੀ ਨਹੀਂ, ਮੜਪਣ ਨਹੀਂ ਹੈ, ਜਿਹਦੇ ਵਿੱਚ ਨਾ ਨਹੀਂ ਹੈ ਕ੍ਰਿਸ਼ਤਾਈ, ਪਰਮੇਸ਼ਰ ਦੀ ਪ੍ਰੀਤੀ ਵਿੱਚ ਆਪਣਾ ਮਨ ਤਨ ਅਰਪਣਾ ਕਰੇ। ਕਰ ਪੱਲਰ ਸਾਖਾ ਵਿਚਾਰੇ। ਜੋ ਗੁਰੂ ਸਾਹਿਬ ਜੀ ਦੀ ਸਾਖਾ ਸਿੱਖਿਆ ਦੀ ਵਿਚਾਰ ਕਰਨੀ ਹੈ, ਇਸ ਨੂੰ ਪਲਵ ਜਹਾਜ਼ ਰੂਪ ਬਣਾਉਣਾ ਕਰੇ, ਤਾਂ ਫਿਰ ਸੰਸਾਰ ਸਮੁੰਦਰ ਤੋਂ ਪਾਰ ਹੋਣ ਰੂਪ ਕਿਨਾਰੇ ਪਹੁੰਚਦਾ ਹੈ। ਆਪਣਾ ਜਨਮ ਨਾ ਜੂਐ ਹਾਰੇ। ਆਪਣਾ ਮਨੁੱਖਾ ਜਨ ਵਿਸ਼ਾ ਰੂਪੀ ਜੂਏ ਦੀ ਬਾਜੀ ਵਿੱਚ ਨਹੀਂ ਹਾਰਦਾ, ਫਿਰ ਨਾ ਹਾਰਨਾ ਕਰੇ। ਅਸੁਰ ਨਦੀ ਕਾ ਬੰਧੈ ਮੂਲ। ਅਸੁਰੀ ਸੰਪਦਾ ਰੂਪ ਨਦੀ ਦਾ ਮੂਲ ਮੁੱਢ ਕਾਰਨ ਰੂਪ ਜੋ ਅਗਿਆਨ ਹੈ, ਇਸ ਨੂੰ ਦੈਵੀ ਸੰਪਦਾ ਦੇ ਨਾਲ ਬੱਧੇ ਬੰਨਣਾ ਰੋਕਣਾ ਕਰੇ। ਕੁਸੰਗਤ ਰੂਪੀ ਅਸਰੀ ਸੰਪਦਾ ਦੀ ਨਦੀ ਨੂੰ ਤੇ ਇਸ ਦੇ ਮੁੱਢ ਭਾਵ ਜਨਮ ਤੋਂ ਲੈ ਕੇ ਇਹਨੂੰ ਬੰਨਣਾ ਰੋਕਣਾ ਕਰੇ, ਭਾਵ ਕਦੇ ਵੀ ਕੁਸੰਗਤ ਨਾ ਕਰੇ। ਪੱਛਮ ਫੇਰ ਚੜਾਵੇ ਸੂਰ। ਜਿਹੜਾ ਕੁਸੰਗਤ ਕਰਨ ਵੱਲੋਂ ਪੱਛਮ ਪਿੱਛੇ ਹਟ ਜਾਣਾ ਹੈ, ਮਾੜੇ ਬੰਦਿਆਂ ਕੋਲ ਬੈਠਣ ਤੋਂ ਹਟ ਜਾਣਾ ਹੈ, ਤੇ ਇਉਂ ਜਿਹੜਾ ਕੁਸੰਗਤ ਵੱਲੋਂ ਪੱਛਮ ਪਿੱਛੇ ਹਟਣਾ ਹੈ, ਰੋਕਣਾ ਹੈ, ਸੰਸਾਰ ਵੱਲੋਂ ਪਿੱਛੇ ਹਟਣਾ ਹੈ, ਮਨ ਨੂੰ ਰੋਕਣਾ ਹੈ, ਵਾਹਿਗੁਰੂ ਵੱਲ ਫੇਰ ਕੇ ਗਿਆਨ ਰੂਪੀ ਸੂਰਜ ਬਿਰਤੀ ਨੂੰ ਚੜਾਉਣਾ ਕਰੇ। ਅਜਰ ਜਰੈ ਸੋ ਨਿਜਰ ਚਰੈ। ਜੋ ਨਾ ਜਰੇ ਜਾਣ ਵਾਲੇ ਕਾਮ ਕ੍ਰੋਧ ਆਦਿਕ ਨੂੰ ਸਮਦਮ ਸਾਧਨਾ ਨਾਲ ਜਰੈ ਸਾੜਨਾ ਕਰੇ, ਫੂਕ ਦੇਵੇ ਇਹਨਾਂ ਨੂੰ। ਇਸ ਕਰਕੇ ਸੋ ਉਸ ਦੇ ਅੰਦਰ ਇੱਕ ਰਸ ਨਾਮ ਰੂਪੀ ਝਰਨ ਲੱਗ ਜਾਂਦਾ ਹੈ। ਨਾਮ ਦਾ ਭਾਵ ਅਜਪਾ ਜਾਪ ਬਾਣੀ ਦਾ ਪ੍ਰਵਾਹ ਵਗਣ ਲੱਗ ਜਾਂਦਾ ਹੈ। ਜਗਨਨਾਥ ਸਿਉ ਗੋਸ਼ਟ ਕਰੈ। ਫਿਰ ਸਤਸੰਗ ਦੇ ਵਿੱਚੋਂ ਪ੍ਰਗਟ ਹੋਣ ਵਾਲੇ ਪਰਮੇਸ਼ਰ ਦੇ ਸਿਉ ਨਾਲ ਗੋਸ਼ਟ ਚਰਚਾ ਕਰਦਾ ਹੈ, ਪਿਆਰੀ ਬਾਣੀ ਦੇ ਨਾਲ ਬਚਨ ਵਿਲਾਸ ਕਰਦਾ ਹੈ। ਭਗਤ ਸੰਗਤ ਪ੍ਰੈ ਗੋਸ਼ਟ ਕਰੈ, ਇਸ ਕਰ ਅਰਥਾਤ ਪਿੱਛੇ ਸਰਗੁਣ ਸਰੂਪ ਧਾਰ ਕੇ ਪਰਮੇਸ਼ਰ ਆਪਣੇ ਭਗਤਾਂ ਦੇ ਨਾਲ ਬਚਨ ਵਿਲਾਸ ਕਰਦਾ ਹੀ ਰਿਹਾ। ਇਉਂ ਸਤਸੰਗ ਦੇ ਪ੍ਰਤਾਪ ਦਾ ਸਦਕਾ ਪਰਮੇਸ਼ਰ ਆਪਣੇ ਭਗਤਾਂ ਦੇ ਵਸ ਹੋ ਕੇ ਬਚਨ ਵਿਲਾਸ ਵੀ ਕਰਦਾ ਹੈ, ਭਗਤਾਂ ਦੇ ਸਾਰੇ ਕਾਰਜ ਵੀ ਕਰਦਾ ਹੈ। ਜਿਵੇਂ ਕਬੀਰ ਦਾ ਜਗ ਸੰਪੂਰਨ ਕੀਤਾ, ਨਾਮਦੇਵ ਦੀ ਛਪਰੀ ਬੰਨੀ ਗਊ ਜਿਉਂਦੀ ਕੀਤੀ, ਅਨੇਕਾਂ ਕਾਰਜ ਕਰਦਾ ਹੈ। ਇਸੇ ਤਰ੍ਹਾਂ ਕਿਹਦੇ ਨਾਂ ਲਏ ਜਾਣ ਬੇਅੰਤ ਹਨ। ਚੌਮੁਖ ਦੀਵਾ ਜੋਤ ਦੁਆਰ। ਚੌਮੁਖੀ ਦੀਵੇ ਵਾਂਗ ਸਤਸੰਗਤ ਰੂਪੀ ਦੁਆਰੇ ਵਿੱਚ ਗਿਆਨ ਦੀ ਜੋਤ ਪ੍ਰਕਾਸ਼ ਹੈ। ਮਨ, ਬੁੱਧ, ਚਿੱਤ, ਅਹੰਕਾਰ, ਇਹ ਚਾਰ ਮੁਖ ਦੀਵੇ ਨੇ। ਵੈਰਾਗ, ਵਿਵੇਕ, ਖੜ ਸੰਪਤੀ, ਮੋਖ, ਇੱਛਾ, ਇਹ ਚਾਰ ਬੱਤੀਆਂ ਪਾਈਆਂ ਹੋਈਆਂ ਨੇ। ਸਰਵਣ ਮੰਡਨ ਅਧਿਆਸਨ ਤਤ ਤੂੰ ਪਾਦਾ ਸੁਸ਼ੋਧਨ ਰੂਪ ਬੱਤੀਆਂ, ਇਹਨਾਂ ਨੂੰ ਜੋਤੀਆਂ ਲਾਈਆਂ ਹੋਈਆਂ ਨੇ। ਅਤੇ ਸਤਸੰਗ ਰੂਪੀ ਦੁਆਰੇ 'ਚ ਗਿਆਨ ਦਾ ਪ੍ਰਕਾਸ਼ ਹੁੰਦਾ ਹੈ। ਪਲੂ ਅਨਤ ਮੂਲ ਵਿਚਕਾਰ। ਪੰਜਾਂ ਕੋਸ਼ਾਂ ਰੂਪੀ ਪਲੂ ਪੱਤਰਿਆਂ ਦੀ ਵਿਚਾਰ ਨੂੰ ਅਨੰਤ ਲਾਂਭੇ ਕਰਕੇ ਮੁੱਢ ਰੂਪ ਕਾਰਨ ਰੂਪ ਜੋ ਪਰਮੇਸ਼ਰ ਸਰੂਪ, ਜੋ ਚੇਤਨ ਸਰੂਪ ਪਰਮੇਸ਼ਰ ਦੇ ਚਿੱਤ ਦੀ ਬਿਰਤੀ ਨੂੰ ਟਿਕਾਉਣਾ ਕਰੇ, ਇਹੋ ਹੀ ਸਤਸੰਗ ਦਾ ਲਾਭ ਪ੍ਰਾਪਤ ਕਰੇ। ਸਰਬ ਕਲਾ ਲਈ ਆਪੇ ਰਹਿ। ਸਾਰੀਆਂ ਸ਼ਕਤੀਆਂ ਨੂੰ ਲੈ ਕੇ ਆਪਣੇ ਵਿੱਚ ਸਥਿਤ ਰਹਿਣਾ ਕਰੇ। ਮਨ ਮਾਨਕ ਰਤਨਾ ਵਹਿ ਗੁਹੈ। ਮਨ ਨੂੰ ਮਾਨਕ ਬਸ ਸੁਧ ਕਰਕੇ ਰਤਨਾ ਵਾਂਗ ਵੈਰਾਗ ਆਦਿਕ ਸ਼ੁਭ ਗੁਣਾ ਰੂਪੀ ਰਤਨਾ 'ਚ ਗੁੰਦ ਕੇ ਰੱਖਣਾ ਕਰੇ। ਮਸਤਕ ਪਦਮ ਦੁਆਲੇ ਮਣੀ। ਜਿਸ ਮਸਤਕ ਸ਼੍ਰੋਮਣੀ ਸਤਸੰਗ ਰੂਪੀ ਪਦਮ ਕਮਲ ਫੁੱਲ ਦੇ ਆਲੇ ਦੁਆਲੇ ਕਰਨਾ, ਮੈਤਰੀ, ਮੁਦਤਾ, ਉਪੇਖਾ, ਇਹ ਮਣੀਆਂ ਹਨ। ਤੇ ਇਸ ਕਰਕੇ ਇਹ ਮਣੀਆਂ ਹਨ। ਮਾਹਿ ਨਿਰੰਜਨ ਤ੍ਰਿਭਵਨ ਧਣੀ। ਉਹ ਸਤਸੰਗ ਤਿੰਨਾਂ ਭਵਨਾਂ ਦਾ ਮਾਲਕ ਨਿਰੰਜਨ ਸੁੱਧ ਸਰੂਪ ਪਰਮੇਸ਼ਰ ਆਪ ਵਸਦਾ ਹੈ। ਪੰਜ ਸ਼ਬਦ ਨਿਰਮਾਇਲ ਬਾਜੇ। ਉੱਥੇ ਪੰਜ ਸ਼ਬਦ ਜੋਗੀਆਂ ਦੇ ਤਾਂ ਹੋ ਗਏ ਨਾ, ਤਤਾਤੀ ਵਿੱਚ ਚਰਮ ਕਾ ਘਨ ਕੰਸੀ ਕਾ ਜਾਨ, ਨਾਰ ਸਭ ਘਟ ਕੋ ਕਹਿ ਸਵਾ ਸੁਗਰ ਪਹਿਚਾਨ। ਇੱਥੇ ਪੰਜ ਸਰਿੰਦਾ, ਜੋੜੀ, ਢੋਲਕੀ, ਰਬਾਬ, ਸਿਤਾਰ, ਇਹ ਪੰਜ ਸ਼ਬਦ ਉਜਲ ਪਰਮੇਸ਼ਰ ਦੇ ਜਸ ਦੇ ਵਿੱਚ ਵੱਜਦੇ ਆ। ਇਹਨਾਂ ਨਾਲ ਸਤਸੰਗ ਦੇ ਜਸ ਕੀਤਾ ਜਾਂਦਾ ਹੈ, ਕੀਰਤਨ ਹੁੰਦਾ ਹੈ। ਸਤਸੰਗ ਦੀ ਉਜਲ ਪੰਜ ਚੇਤਨ ਸ਼ਬਦ ਬ੍ਰਹਮ ਦਾ ਜਸ ਉਚਾਰਨ ਹੁੰਦਾ ਹੈ। ਢੁਲਕੇ ਚਵਰ ਸੰਖ ਕੰਨ ਗਾਜੇ। ਉੱਥੇ ਜਸ ਰੂਪੀ ਚੌਰ ਝੁਲਦਾ ਹੈ, ਸੰਖ ਦੀ ਨਿਆਇ ਕੀਰਤਨ ਦੀ ਧੁਨੀ ਵੱਜਦੀ ਹੈ। ਬੱਦਲ ਗਰਜਨ ਵਾਂਗ ਪਰਮੇਸ਼ਰ ਦੀ ਪ੍ਰਾਪਤੀ ਦੇ ਗਿਆਨ ਦੇ ਅਨੰਤ ਹੀ ਗਰਜ ਪੈਂਦੀ ਹੈ। ਕੰਨ ਇੱਕ ਰਸ ਪ੍ਰਭੂ ਦੀ ਪ੍ਰਾਪਤੀ ਕਰਾਉਣ ਵਾਲੇ ਗਿਆਨ ਦੀ ਗਰਜ ਪੈ ਰਹੀ ਹੈ। ਇੱਕ ਰਸ ਪਰਮੇਸ਼ਰ ਗਾਜੇ ਪ੍ਰਗਟ ਹੋ ਰਿਹਾ ਹੈ। ਦਲ ਮਲ ਦੈਤਾ ਹੋ ਗੁਰਮੁਖ ਗਿਆਨ। ਜਿਸ ਨੇ ਕਾਮ ਕ੍ਰੋਧ ਦੈਤਾ ਨੂੰ ਦਲ ਮਲ ਦਿੱਤਾ ਹੈ, ਉਹ ਗੁਰਮੁਖ ਨੂੰ ਸਤਸੰਗਤ ਵਿੱਚੋਂ ਪਰਮੇਸ਼ਰ ਦੀ ਪ੍ਰਾਪਤੀ ਦਾ ਗਿਆਨ ਹੋਇਆ ਹੈ। ਬੀਣੀ ਜਾਚੈ ਤੇਰਾ ਨਾਮ। ਭਗਤ ਬੀਣੀ ਜੀ ਕਥਨ ਕਰਦੇ ਹਨ ਕਿ हे ਪਰਮੇਸ਼ਰ,
ਮੈਂ ਤਾਂ ਇੱਕ ਤੇਰਾ ਨਾਮ ਜਿਹੜਾ ਹੈ ਉਹੀ ਜਪਣਾ ਮੰਗਦਾ ਹਾਂ, ਮੈਨੂੰ ਕਿਰਪਾ ਕਰਕੇ ਨਾਮ ਦੀ ਬਖਸ਼ਿਸ਼ ਕਰ ਦਿਓ। ਇੱਥੇ ਸਾਧ ਸੰਗਤ ਜੀ ਰਾਮਕਲੀ ਰਾਗਣੀ ਜਿਹੜੀ ਹੈ ਇਹਦੇ ਚ ਬੜੇ ਕਠਿਨ, ਜਿਵੇਂ ਸਿੱਧ ਗੋਸ਼ਟ ਹੈ, ਬੜੀ ਕਠਿਨ ਸੀ ਬਾਣੀ ਉਚਾਰਨ ਦੇ ਪੱਖ ਤੋਂ। ਫਿਰ ਅਰਥਾਂ ਚ ਵਾਲੀ ਭਗਤੀ, ਦੱਖਣੀ ਓੰਕਾਰ ਹੈ ਤੇ ਭਗਤਾਂ ਦੀ ਬਾਣੀ ਹੈ, ਤਿੰਨੇ 12, ਇਹ ਸਾਰਾ ਹੀ ਇਹਦੇ ਚ ਲਗਭਗ ਰਾਮਕਲੀ ਰਾਗ ਜਿਹੜਾ ਹੈ ਅਰਥ ਭਾਵ ਤੋਂ ਗੂੜ ਸੀ। ਸਮਾਪਤੀ ਹੋਈ ਹੈ, ਗੁਰੂ ਨੇ ਕਿਰਪਾ ਕੀਤੀ ਹੈ, ਭੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ ਜੀ। ਆਓ ਹੁਣ ਇੱਥੇ ਸਮਾਪਤੀ ਕਰੀਏ। ਅਰਦਾਸ ਦੇ ਵਿੱਚ ਉਹੀ ਅੱਖਰ ਕਹੇ ਜਾਣ ਕਿ ਮਹਾਰਾਜ ਜਿਵੇਂ ਰਾਮਕਲੀ ਰਾਗਣੀ ਤੱਕ ਆਪਨੇ ਸੰਪੂਰਨਤਾ ਬਖਸ਼ ਦਿੱਤੀ ਹੈ, ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨੀ। ਜਿਹੜੇ ਕਥਾ ਤੋਂ ਅੱਗੇ ਬਾਣੀ ਹੈ ਮਹਾਰਾਜ, ਤੇ ਆਪ ਕਿਰਪਾ ਕਰਕੇ ਮਹਾਰਾਜ ਉਹਦੀ ਵੀ ਬਖਸ਼ਿਸ਼ ਕਰਕੇ ਕਥਾ ਕਰਵਾਉਣ ਲੈਣੀ। ਆਪ ਕਥਾ ਆਪ ਸੁਣਨੇ ਹਰ ਦੇ ਭਾਵ 'ਚ ਰਹੀਏ। ਆਪਾਂ ਨਾ ਸਰੋਤੇ ਦਾ ਮਾਣ ਕਰੀਏ, ਨਾ ਭਗਤਾ ਬਣ ਦਾ ਵਕਤਵ ਦਾ ਮਾਣ ਕਰੀਏ, ਤੇ ਇਉਂ ਮਹਾਰਾਜ ਸਾਹਿਬ ਨੂੰ ਬੇਨਤੀਆਂ ਕਰੀਏ। ਅੱਗੇ ਫਿਰ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਅਗਲਾ ਰਾਗ ਸ਼ੁਰੂ ਹੋਏਗਾ। ਆਉਣ ਇੱਥੇ ਸਮਾਪਤੀ ਹੈ। ਰਾਮਕਲੀ ਰਾਗ ਇੱਥੇ ਸਮਾਪਤ ਹੋ ਚੁੱਕਾ ਹੈ ਜੀ। ਦਲ ਵਾਲ ਦਾਇਤੋ ਗੁਰਮੁਖ ਗਿਆਨ, ਬੇੜੀ ਜਾਚੈ ਤੇਰਾ ਨਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ, ਮੋਹਿ ਮਇਆ ਤਾਰ। ਅੰਧ ਕੂਪ ਮਹਾ ਭਿਆਨ, ਨਾਨਕ ਪਾਰ ਉਤਾਰ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਤ ਦਇਆਲ। ਏਕ ਅੱਖਰ ਹਰ ਮਨ ਵਸ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਤਰੇ ਸੋ ਤਰੇ ਪਾਰ। ਜੋ ਸਰਦਾ ਕਰ ਸੇਵ ਦੇ, ਤਾਰਨ ਹਾਰ। ਜੋ ਸਰਦਾ ਕਰ ਸੇਵ ਦੇ ਪਾਰ।